ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ। ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਕੋਟ ਪਰਾਧ ਹਮਾਰੇ ਖੰਡਹੁ ਅਨਕ ਵਿਧि ਸਮਝਾਵਹੁ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੁ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੁ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਬਖਸ਼ਿਸ਼, ਸਤਿਗੁਰੂ ਜੀ ਦੀ ਰਹਿਮਤ ਹੈ ਜੋ ਸਤਿਗੁਰੂ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਇਹ ਸੁਭਾਗ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠ ਕੇ ਆਪ ਜੀ ਸ਼ਾਮ ਦੇ ਵਕਤ ਤੋਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਨਿਤਨੇਮ ਉਪਰੰਤ ਪਾਵਨ ਗੁਰਬਾਣੀ ਦੇ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਆਓ ਇਸੇ ਹੀ ਲੜੀ ਦੇ ਵਿੱਚ ਜੋ ਇਹ ਬੁੱਧਵਾਰ ਵਾਲੇ ਦਿਨ ਵਿਸ਼ੇਸ਼ ਰੂਪ ਵਿੱਚ ਦੀਵਾਨ ਸਜਾਏ ਜਾਂਦੇ ਹਨ, ਜਿਸ ਵਿੱਚ ਹਰ ਦੂਸਰੇ ਬੁੱਧਵਾਰ ਇਹ ਲੜੀਵਾਰ ਸ਼ਬਦ ਵਿਚਾਰ ਚੱਲ ਰਹੀ ਹੈ, ਇਸ ਰੱਬੀ ਬਾਣੀ ਦੀ ਵਿਚਾਰ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ ਹੈ। ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਰਹਿਮਤ ਕਰਨ, ਸਾਡੇ ਸਭਨਾਂ ਦੇ ਅੰਦਰ ਆਪ ਵਰਤ ਕੇ ਇਸ ਪਾਵਨ ਗੁਰਬਾਣੀ ਦੀ ਵਿਚਾਰ ਦੇ ਨਾਲ ਸਤਿਗੁਰੂ ਜੀ ਸਾਡੇ ਸਭਨਾਂ ਦੀ ਸਾਂਝ ਪਵਾ ਲੈਣ। ਸਿੱਧ ਗੋਸ਼ਟ ਬਾਣੀ ਦੀਆਂ 11 ਪੌੜੀਆਂ ਦੀ ਵਿਚਾਰ ਆਪਾਂ ਹੁਣ ਤੱਕ ਸਾਂਝੀ ਕਰ ਚੁੱਕੇ ਹਾਂ। 12ਵੀਂ ਦੀ ਆਪਾਂ ਟੂਕ ਮਾਤਰ ਕੀਤੀ ਸੀ, ਥੋੜ੍ਹਾ ਜਿਹਾ ਉਹਨੂੰ ਆਪਾਂ ਹੋਰ ਸਮਝਣ ਦਾ ਯਤਨ ਕਰਾਂਗੇ, ਕਿਉਂਕਿ ਗੁਰਬਾਣੀ ਪੜ੍ਹਨੀ ਸੁਣਨੀ ਇਸ ਲਈ ਹੈ ਕਿ ਸਮਝ ਸਕੀਏ, ਤੇ ਸਮਝਣੀ ਇਸ ਵਾਸਤੇ ਹੈ ਕਿ ਇਹਨੂੰ ਆਪਣੇ ਜੀਵਨ ਵਿੱਚ ਅਪਣਾ ਸਕੀਏ, ਧਾਰਨ ਕਰ ਸਕੀਏ, ਜੀਵਨ ਵਿੱਚ ਅਪਲਾਈ ਕਰੀਏ, ਜੀਵਨ ਇਹਦੇ ਮੁਤਾਬਕ ਸਾਡਾ ਹੋਵੇ। ਮੈਨੂੰ ਇੰਝ ਸਮਝਦਾ, ਜੀਵਨ ਦੀ ਖੇਡ ਕੀ ਹੈ? ਸਮੁੰਦਰ ਦੇ ਵਿੱਚੋਂ ਬੱਦਲ ਪਾਣੀ ਚੱਕਦੇ ਨੇ, ਪਹਾੜਾਂ 'ਤੇ ਬਰਸਾਤ ਕਰਦੇ ਨੇ, ਅਤੇ ਪਾਣੀ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਉਹ ਚਸ਼ਮਿਆਂ ਦੇ ਰੂਪ ਵਿੱਚ ਵਗਦਾ ਹੈ, ਫਿਰ ਨਹਿਰਾਂ ਦੇ ਵਿੱਚ, ਨਹਿਰਾਂ ਤੋਂ ਨਦੀਆਂ, ਨਦੀਆਂ ਤੋਂ ਦਰਿਆ, ਦਰਿਆ ਤੋਂ ਫਿਰ ਉਸੇ ਸਮੁੰਦਰ ਵਿੱਚ ਜਾ ਕੇ ਮਿਲ ਜਾਂਦਾ ਹੈ ਜਿਸ ਸਮੁੰਦਰ ਵਿੱਚੋਂ ਗਿਆ ਸੀ।
ਇਸੇ ਹੀ ਤਰ੍ਹਾਂ ਇਹ ਜੀਵਨ ਦੀ ਖੇਡ ਹੈ। ਇਹ ਆਤਮਾਵਾਂ ਉਸ ਵਿਸ਼ਾਲ ਸਾਗਰ ਦਾ ਹੀ ਇੱਕ ਹਿੱਸਾ ਹੈ, ਉਹਦੀ ਬੂੰਦ ਹੈ। ਗੁਰਬਾਣੀ ਵਿੱਚ ਇਹਨੂੰ ਬੂੰਦ ਕਿਹਾ ਗਿਆ ਹੈ। ਉਹ ਬੂੰਦ ਸੰਸਾਰ ਵਿੱਚ ਆ ਕੇ ਸਰੀਰ ਦੇ ਰਾਹੀਂ ਸਫ਼ਰ ਸ਼ੁਰੂ ਕਰਦੀ ਹੈ। ਉਹਦਾ ਮਕਸਦ ਇੱਕ ਹੀ ਹੈ ਕਿ ਜਿਸ ਅਕਾਲ ਪੁਰਖ ਪਰਮਾਤਮਾ ਦੇ ਵਿੱਚੋਂ ਅਸੀਂ ਆਏ ਹਾਂ, ਜਿਹਦਾ ਹਿੱਸਾ ਹਾਂ ਅਸੀਂ, ਜਿਸ ਦੀ ਬੂੰਦ ਹਾਂ ਅਸੀਂ, ਉਹਦੇ ਵਿੱਚ ਵਾਪਸ ਇੱਕ ਮਿਕਾਉਣਾ ਹੈ। ਗੁਰਬਾਣੀ ਵਿੱਚ ਵੀ ਇਸ ਨੂੰ ਇਸ ਤਰ੍ਹਾਂ ਵੀ ਕਿਹਾ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹਦੇ ਲਈ ਸਫ਼ਰ ਜਿਹੜਾ ਜਦੋਂ ਸ਼ੁਰੂ ਹੁੰਦਾ ਹੈ, ਜਿਵੇਂ ਨਹਿਰਾਂ, ਨਦੀਆਂ, ਦਰਿਆ ਦਾ ਸੰਗ ਕਰਕੇ ਉਹ ਬੂੰਦ ਜਿਹੜੀ ਸੀ ਪਹਾੜਾਂ 'ਤੇ ਪਈ ਵਾਪਸ ਸਮੁੰਦਰ ਵਿੱਚ ਜਾਂਦੀ ਹੈ। ਇਸੇ ਤਰ੍ਹਾਂ ਇਹ ਵੀ ਨਦੀਆਂ ਨੇ, ਫਿਰ ਦਰਿਆ ਹੈ। ਗੁਰਬਾਣੀ 'ਚ ਇੱਕ ਬੜਾ ਖੂਬਸੂਰਤ ਸ਼ਬਦ ਹੈ, ਗੁਰ ਸਮੁੰਦ ਨਦੀ ਸਭ ਸਿੱਖੀ। ਜਿਹੜੀ ਸਿੱਖੀ ਹੈ, ਸਿੱਖੀ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਜਿਹੜੀ ਸ਼ਬਦ ਦੀ ਵਿਚਾਰ ਹੈ, ਨਦੀ ਹੈ। ਅਸੀਂ ਇਹਦੇ ਵਿੱਚ ਸਫ਼ਰ ਕਰਨਾ ਹੈ। ਜਦੋਂ ਇਹਦੇ ਵਿੱਚ ਸਫ਼ਰ ਕਰਦੇ ਹਾਂ ਤੇ ਸਮੁੰਦਰ ਦੇ ਨਾਲ ਇੱਕ ਮਿਕ ਹੋਣਾ ਹੈ। ਆਪਾਂ ਜਿਵੇਂ ਜਿਵੇਂ ਗੁਰਬਾਣੀ ਦੇ ਮੁਤਾਬਕ ਜੀਵਨ ਜੀਵਾਂਗੇ, ਸਮਝ ਲੈਣਾ ਤਿਵੇਂ ਤਿਵੇਂ ਵਾਹਿਗੁਰੂ ਅਕਾਲ ਪੁਰਖ ਰੂਪੀ ਸਮੁੰਦਰ ਦੇ ਨੇੜੇ ਜਾ ਰਹੇ ਹਾਂ। ਜਦੋਂ ਕੰਪਲੀਟ ਸਾਡਾ ਜੀਵਨ ਗੁਰਬਾਣੀ ਮੁਤਾਬਕ ਹੋ ਜਾਂਦਾ ਹੈ, ਸਾਡੀ ਬੋਲੀ, ਤੱਕਣੀ, ਸੋਚ, ਸਰੋਤ, ਕਰਨੀ, ਅੰਤਰੀ ਤੇ ਬਾਹਰੀ ਜੀਵਨ ਜਦੋਂ ਬਿਲਕੁਲ ਗੁਰਬਾਣੀ ਦਾ ਰੂਪ ਬਣ ਜਾਂਦਾ ਹੈ, ਫਿਰ ਇਹ ਜੀਵਨ ਉਸ ਅਕਾਲ ਪੁਰਖ ਪ੍ਰਮਾਤਮਾ ਨਾਲ ਇੱਕਮਿਕ ਹੁੰਦਾ ਹੈ। ਸਮਝ, ਉਹਨੂੰ ਕਿਹਾ ਜਾਂਦਾ ਰੱਬੀ ਮਿਲਾਪ। ਹੋਰ ਕੋਈ ਇਹ ਨਹੀਂ ਹੈ ਕਿ ਅੱਖਾਂ ਬੰਦ ਕੀਤੀਆਂ ਸ਼ਾਇਦ ਕਿਤੇ ਕੋਈ ਪਟਾਕਾ ਪਵੇਗਾ, ਕੋਈ ਹੋਰ ਕੋਈ ਚੀਜ਼ ਦਿਖਾਈ ਦੇਵੇਗੀ, ਸੁਰਤ ਇੱਧਰ ਜਾਵੇਗੀ, ਉੱਧਰ ਜਾਵੇਗੀ। ਉਹ ਸਭ ਭਰਮ ਨੇ। ਇੱਕੋ ਇੱਕ ਸੁਖੈਨ ਮਾਰਗ ਹੈ। ਗੁਰਬਾਣੀ ਦੇ ਰਸਤੇ 'ਤੇ ਚੱਲਣਾ ਹੈ, ਗੁਰਬਾਣੀ ਦੇ ਮਾਰਗ 'ਤੇ ਚੱਲਣਾ ਹੈ, ਅਤੇ ਜਿੱਥੇ ਜੀਵਨ ਪਹੁੰਚੇਗਾ ਉਹ ਸਾਡੀ ਮੰਜ਼ਿਲ ਹੈ। ਜੀਵਨ ਦੇ ਵਿੱਚ ਦੁੱਖਾਂ ਦਾ ਕਾਰਨ, ਜੀਵਨ ਵਿੱਚ ਭਟਕਣਾ ਦਾ ਕਾਰਨ, ਜੀਵਨ ਵਿੱਚ ਇਹ ਪ੍ਰੋਬਲਮਾਂ ਦਾ ਕਾਰਨ ਇੱਕ ਹੀ ਹੈ ਕਿ ਜੀਵਨ ਗੁਰਬਾਣੀ ਤੋਂ ਬਾਹਰ ਹੈ। ਜਿਵੇਂ ਹੁਣ ਸਮੁੰਦਰ ਤੋਂ ਬੂੰਦ 'ਚ ਗਈ, ਪਹਾੜਾਂ 'ਤੇ ਪਈ, ਚਸ਼ਮਿਆਂ ਦੇ ਰੂਪ 'ਚ ਵਗੀ, ਨਦੀਆਂ ਦਾ ਸੰਗ ਕੀਤਾ, ਪਰ ਕੁਛ ਇੱਕ ਐਸੀਆਂ ਬੂੰਦਾਂ ਪਾਣੀ ਦੀਆਂ ਹੁੰਦੀਆਂ ਨੇ ਜਿਹੜੀਆਂ ਨਦੀਆਂ ਤੋਂ ਬਾਹਰ ਛੋਟੇ ਛੋਟੇ ਟੋਏ ਬਣੇ ਹੁੰਦੇ ਨੇ, ਉਹਨਾਂ ਵਿੱਚ ਜਾ ਕੇ ਖੜਾ ਹੋ ਜਾਂਦਾ ਹੈ ਪਾਣੀ। ਉਹਦਾ ਸਫ਼ਰ ਰੁਕ ਜਾਂਦਾ ਹੈ ਉੱਥੇ, ਉਹ ਵਗਦਾ ਨਹੀਂ, ਰੁਕ ਜਾਂਦਾ ਹੈ। ਜਦੋਂ ਰੁਕ ਜਾਂਦਾ ਹੈ ਨਾ, ਉਹਦੇ ਵਿੱਚ ਫਿਰ ਕਈ ਤਰ੍ਹਾਂ ਦੇ ਜੀਵ ਜਨਮ ਲੈਂਦੇ ਨੇ। ਮੱਛਰ ਉਹਦੇ 'ਚ ਪੈਦਾ ਹੁੰਦਾ ਹੈ, ਹੋਰ ਕਈ ਤਰ੍ਹਾਂ ਦੇ ਇਹੋ ਜਿਹੇ ਕੀਟਾਣੂ ਉਹਦੇ 'ਚ ਪੈਦਾ ਹੁੰਦੇ ਨੇ, ਬਿਮਾਰੀਆਂ ਦਾ ਕਾਰਨ ਬਣਦੇ ਆ। ਜਿਹੜਾ ਪਾਣੀ ਜੀਵਨ ਦਿੰਦਾ ਹੈ, ਉਹੀ ਪਾਣੀ ਮੌਤ ਦਾ ਕਾਰਨ ਬਣ ਜਾਂਦਾ ਹੈ, ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ। ਗੁਰਬਾਣੀ ਵਿੱਚ ਵੀ ਕਿੱਡਾ ਖੂਬਸੂਰਤ ਬਚਨ ਹੈ, ਕਹਿੰਦੇ ਨਿਰਮਲ ਬੂੰਦ ਆਕਾਸ਼ ਕੀ, ਬੜੀ ਪਵਿੱਤਰ ਸੀ, ਪਰ ਗਈ ਭੂਮ ਬੇਕਾਰ ਹੋ ਗਈ। ਕਿਉਂ? ਕਿਉਂਕਿ ਉਹ ਉਸ ਜਗ੍ਹਾ 'ਤੇ ਜਾ ਕੇ ਡਿੱਗੀ। ਜੇ ਤੇ ਉਹ ਨਦੀ ਦੇ ਵਿੱਚ ਚੱਲ ਰਿਹਾ, ਵਗ ਰਿਹਾ, ਸਾਡਾ ਜੀਵਨ ਵੀ ਜਦੋਂ ਰੁਕ ਜਾਂਦਾ ਹੈ ਨਾ ਕਿਸੇ ਥਾਂ 'ਤੇ, ਉਸੇ ਪਾਣੀ ਦੀ ਮਨਿੰਦ ਹੋ ਜਾਂਦਾ ਹੈ, ਜਿਹਦੇ 'ਚੋਂ ਸੜਿਆਨ, ਬਦਬੂ, ਗੰਦਗੀ ਅਤੇ ਬਿਮਾਰੀਆਂ ਵਾਲੇ ਜੀਵ ਜਿਹੜੇ ਨੇ ਉਹਦੇ 'ਚ ਪੈਦਾ ਹੁੰਦੇ ਨੇ। ਸਾਡੇ ਫਿਰ ਜਦੋਂ ਜੀਵਨ ਰੁਕ ਜਾਂਦਾ ਹੈ ਨਾ, ਗੁਰਬਾਣੀ ਦੇ ਮਾਰਗ 'ਤੇ ਚੱਲਣ ਤੋਂ ਬਾਹਰ ਹੋ ਜਾਂਦਾ ਹੈ, ਫਿਰ ਇਹਦੇ ਵਿੱਚੋਂ ਵਿਕਾਰਾਂ ਰੂਪੀ ਮੱਛਰ ਅਤੇ ਹੋਰ ਕੀਟਾਣੂ ਜਨਮ ਲੈਂਦੇ ਨੇ। ਕਦੀ ਕਾਮ, ਕਦੀ ਕ੍ਰੋਧ, ਕਦੀ ਲੋਭ, ਕਦੀ ਮੋਹ, ਕਦੀ ਹੰਕਾਰ। ਫਿਰ ਉਹਦੇ ਨਾਲ ਬਿਮਾਰੀਆਂ ਲੱਗਦੀਆਂ ਨੇ, ਕਿਤੇ ਈਰਖਾ ਦੀ ਬਿਮਾਰੀ, ਕਿਤੇ ਕਿਸੇ ਹੋਰ ਤਰ੍ਹਾਂ ਦੀ ਬਿਮਾਰੀ। ਫਿਰ ਹੁੰਦਾ ਕੀ ਹੈ ਕਿ ਆਤਮਿਕ ਜੀਵਨ ਜਿਹੜਾ ਖਤਮ ਹੋ ਜਾਂਦਾ ਹੈ ਬਿਮਾਰੀਆਂ ਦੇ ਨਾਲ। ਇਹ ਗੁਰਬਾਣੀ ਦੀ ਵਿਚਾਰ ਇਸੇ ਲਈ ਹੈ ਕਿ ਸਾਡਾ ਜੀਵਨ ਇਹਦੇ ਮੁਤਾਬਕ ਚੱਲੇ, ਰੁਕੇ ਨਾ।
ਇਹ ਨਦੀ ਹੈ। ਇਹ ਸਤ ਸੰਗਤ ਜਿਹੜੀ ਕਰ ਰਹੇ ਆ ਨਾ, ਇਹ ਕੀ ਹੈ? ਨਦੀ ਹੈ, ਇਹ ਵਗ ਰਿਹਾ ਹੈ ਜਲ, ਸਮੁੰਦਰ ਵਿੱਚ ਪਹੁੰਚਣਾ ਹੈ। ਜਦੋਂ ਸਮੁੰਦਰ ਵਿੱਚ ਪਹੁੰਚੀਦਾ ਹੈ ਫਿਰ ਸਫ਼ਰ ਖਤਮ ਹੋ ਜਾਂਦਾ ਹੈ, ਫਿਰ ਸਫ਼ਰ ਨਹੀਂ ਹੁੰਦਾ। ਕਦੀ ਘਰ ਜਾ ਕੇ ਵੀ ਕਿਸੇ ਬੰਦੇ ਨੂੰ ਵੇਖਿਆ ਕਿ ਉਹ ਸਫ਼ਰ ਕਰ ਰਿਹਾ ਹੈ? ਘਰ ਜਾ ਕੇ ਟਿਕਣਾ ਹੁੰਦਾ ਹੈ, ਫਿਰ ਤੇ ਆਨੰਦ ਹੈ, ਫਿਰ ਤੇ ਟਿਕਾਓ ਹੈ, ਸਕੂਨ ਹੈ, ਮੰਜ਼ਿਲ ਤੇ ਪਹੁੰਚ ਗਏ। ਗੁਰੂ ਕਿਰਪਾ ਕਰੇ। ਗੁਰੂ ਸਾਹਿਬਾਨਾਂ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ, ਉਹਨਾਂ ਜੋ ਕੁਛ ਕੀਤਾ ਜੀਵਨ ਵਿੱਚ, ਜੋ ਕੁਛ ਕਹਿਆ ਗੁਰਬਾਣੀ ਦੇ ਰੂਪ ਦੇ ਵਿੱਚ, ਉਹ ਸਾਰਾ ਇੱਕ ਸਫ਼ਰ ਹੈ। ਉਹਦਾ ਸੰਗ ਕਰਨਾ ਹੈ, ਅਸੀਂ ਉਹਦੇ ਵਿੱਚ ਚੱਲਣਾ ਹੈ। ਆ ਪਿਛਲੇ ਦਿਨੀ ਤੁਸੀਂ ਵਿਸਾਖੀ ਦਾ ਦਿਹਾੜਾ ਸੀ। ਖਾਲਸਾ ਪੰਥ ਦੇ ਨਾਲ ਸੰਬੰਧ ਬਹੁਤ ਗਹਿਰਾ ਹੈ। ਆਪਾਂ ਇਹਨੂੰ ਕਹਿੰਦੇ ਖਾਲਸਾ ਪੰਥ ਦਾ ਸਿਰਜਣਾ ਦਿਵਸ, ਪਰ ਮੈਂ ਇਹਨੂੰ ਕੁਛ ਹੋਰ ਰੂਪ ਵਿੱਚ ਮਹਿਸੂਸ ਕਰਦਾ। ਮੈਂ ਸਮਝਦਾ ਖਾਲਸਾ ਪੰਥ ਦਾ ਸੰਪੂਰਨਤਾ ਦਿਵਸ ਹੈ। ਇਸ ਦਿਨ ਸੰਪੂਰਨ ਹੋਇਆ ਸੀ। ਆਰੰਭਤਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤੀ। ਖਾਲਸੇ ਦੀ ਪਰਿਭਾਸ਼ਾ ਕੀ ਹੈ? ਟੂਕ ਮਾਤਰ ਆਪਾਂ ਉਹ ਵੀ ਨੁਕਤੇ ਸਾਂਝੇ ਕਰ ਲਈਏ, ਸ਼ਬਦ ਵਿਚਾਰ ਵੱਲ ਆਵਾਂਗੇ। ਖਾਲਸੇ ਦੀ ਪਰਿਭਾਸ਼ਾ ਕੀ ਹੈ? ਕੰਪਲਸਰੀ ਇਹਦੇ 'ਚ ਕੀ ਹੈ? ਕੇਸਾਂ ਦੀ ਗੱਲ ਚੱਲਦੀ ਹੈ। ਕੇਸ ਸਿੱਖ ਦੀ ਨਿਸ਼ਾਨੀ ਨਹੀਂ ਹੈ। ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ, ਕੇਸ ਮਨੁੱਖ ਦੀ ਨਿਸ਼ਾਨੀ ਹੈ। ਕਿਸੇ ਵੀ ਕਮਿਊਨਿਟੀ ਦਾ ਹੋਵੇ, ਕੇਸ ਸਭ ਦੇ ਹੁੰਦੇ ਆ। ਇਹ ਮਨੁੱਖ ਦੀ ਨਿਸ਼ਾਨੀ ਹੈ। ਤੇ ਪਰਮਾਤਮਾ ਨਾਲ ਮਿਲਾਪ ਵੀ ਮਨੁੱਖ ਦਾ ਹੀ ਹੈ, ਕਿਸੇ ਹੋਰ ਦਾ ਨਹੀਂ ਹੈ। ਕੋਈ ਸੰਤ ਬਣ ਜੇ, ਸਾਧੂ ਬਣ ਜੇ, ਬ੍ਰਹਮ ਗਿਆਨੀ ਬਣ ਜੇ, ਬਾਬਾ ਬਣ, ਕੁਛ ਬਣ ਜੇ, ਰੱਬ ਨਾਲ ਮਿਲਾਪ ਨਹੀਂ ਹੈ। ਰੱਬ ਨਾਲ ਮਿਲਾਪ ਉਹਦਾ ਜੋ ਰੱਬ ਨੇ ਬਣਾਇਆ ਹੈ। ਤੇ ਰੱਬ ਨੇ ਕੀ ਬਣਾਇਆ ਜੀ? ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਤੇ ਰੱਬ ਦੇ ਮਿਲਾਪ ਦੀ ਫਿਰ ਕਿਹਦੇ ਵਾਸਤੇ ਗੱਲ ਕੀਤੀ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਨੁੱਖ ਦੀ ਗੱਲ ਹੈ ਨਾ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਸਾਡਾ ਸਭ ਤੋਂ ਵੱਡਾ ਅਫਸੋਸ ਪਤਾ ਕੀ ਹੈ? ਅਸੀਂ ਮਨੁੱਖ ਦਾ ਜੀਵਨ ਨਹੀਂ ਜੀ ਰਹੇ। ਗੁਰਬਾਣੀ ਵਿੱਚ ਪਸ਼ੂਆਂ ਨੂੰ ਨਹੀਂ ਸਮਝਾਇਆ, ਪੰਛੀਆਂ ਨੂੰ ਨਹੀਂ ਸਮਝਾਇਆ, ਕਿਸੇ ਹੋਰ ਚੀਜ਼ ਨੂੰ ਨਹੀਂ। ਕਿੰਨੀ ਰਚਨਾ ਰੱਬ ਦੀ! ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਧ ਅਨਕ ਪ੍ਰਕਾਰ, ਅਣਗਿਣਤ ਤਰ੍ਹਾਂ ਦੀ ਹੈ। ਇਕੱਲੇ ਮਨੁੱਖ ਨੂੰ ਕਿਉਂ ਸਮਝਾਇਆ ਜਾ ਰਿਹਾ? ਤੁਸੀਂ ਕਦੇ ਵੇਖਿਆ ਪਸ਼ੂਆਂ ਦੇ ਵੀ ਇਸ ਤਰ੍ਹਾਂ ਦੀਵਾਨ ਸਾਜਦੇ ਹੋਣਗੇ ਤੇ ਇੱਕ ਪਸ਼ੂ ਬੈਠ ਕੇ ਕਥਾ ਕਰਦਾ ਹੋਏਗਾ, ਬਾਕੀ ਸੁਣਦੇ ਹੋਣਗੇ। ਕਿਤੇ ਇੱਕ ਪੰਛੀ ਜਿਹੜਾ ਉਹ ਕਥਾ ਕਰ ਰਿਹਾ, ਉਹ ਤੇ ਬਾਕੀ ਪੰਛੀ ਉੱਥੇ ਸੁਣ ਰਹੇ ਹੋਣਗੇ। ਨਹੀਂ, ਕਿਉਂ? ਕਿਉਂਕਿ ਉਹ ਸਾਰੀ ਦੀ ਸਾਰੀ ਰਚਨਾ ਉਹੀ ਜੀਵਨ ਜੀ ਰਹੀ ਹੈ ਜੋ ਵਾਹਿਗੁਰੂ ਨੇ ਉਹਨਾਂ ਨੂੰ ਬਣਾਇਆ ਹੈ। ਕਦੀ ਵੇਖਿਆ ਕਿ ਪਸ਼ੂ ਨੂੰ ਉਹ ਪੰਛੀਆਂ ਦੀ ਨਕਲ ਕਰਕੇ ਉੱਡਣ ਦੀ ਕੋਸ਼ਿਸ਼ ਕਰਦਾ ਹੋਵੇ? ਨਹੀਂ, ਉਹ ਉਹੀ ਜੀਵਨ ਜੀ ਰਿਹਾ ਜੋ ਰੱਬ ਨੇ ਉਹਨੂੰ ਬਣਾਇਆ ਹੈ। ਮਨੁੱਖ ਇੱਕ ਐਸਾ ਹੈ ਜਿਹੜਾ ਉਹ ਜੀਵਨ ਨਹੀਂ ਜੀ ਰਿਹਾ ਜੋ ਰੱਬ ਨੇ ਬਣਾਇਆ ਹੈ। ਇਹ ਕੁਛ ਹੋਰ ਜੀ ਰਿਹਾ ਹੈ, ਕੁਛ ਹੋਰ ਜਿਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਨੁੱਖ ਮੂਲ ਹੈ ਜੋ ਰੱਬ ਨੇ ਬਣਾਇਆ ਹੈ, ਉਹ ਖਤਮ ਨਹੀਂ ਹੋਣਾ ਚਾਹੀਦਾ। ਤੇ ਕੇਸ ਮਨੁੱਖ ਦੀ ਨਿਸ਼ਾਨੀ ਹੈ। ਇਸੇ ਲਈ ਕਕਾਰਾਂ 'ਚ ਵੀ ਪਹਿਲਾਂ ਰੱਖਿਆ ਤੇ ਕਰੈਤਾਂ ਵਿੱਚ ਵੀ ਕਿਹਾ ਪਤਤ ਨਹੀਂ ਹੋਣਾ। ਕਿਉਂਕਿ ਜੋ ਰੱਬ ਨੇ ਬਣਾਇਆ, ਰੱਬ ਦਾ ਮਿਲਾਪ ਉਸੇ ਨਾਲ ਹੈ, ਉਹ ਖਤਮ ਨਾ ਹੋਵੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਤੇ ਕੰਪਲਸਰੀ ਕਰ ਦਿੱਤਾ ਸੀ। ਜਦੋਂ ਭਾਈ ਮਰਦਾਨਾ ਜੀ ਨੇ ਆ ਕੇ ਕਿਹਾ ਸੀ, ਮਹਾਰਾਜ ਤੁਹਾਡੇ ਨਾਲ ਰਹਿਣਾ ਚਾਹੁੰਦੇ ਆ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ, ਜੇ ਸਾਡੇ ਨਾਲ ਰਹਿਣਾ ਹੈ ਨਾ, ਨਾਲ ਚੱਲਣਾ ਹੈ ਕਦਮ ਨਾਲ ਕਦਮ ਲਾ ਕੇ, ਫਿਰ ਸਾਡੇ 3 ਬਚਨ ਮੰਨਣੇ ਪੈਣਗੇ ਜ਼ਿੰਦਗੀ 'ਚ। ਕੀ ਬਚਨ ਕੀਤਾ? ਇੱਕ ਤੇ ਮੰਗ ਕੇ ਨਹੀਂ ਖਾਣਾ ਕਦੇ। ਮੈਂ ਨਾ ਕਈ ਵਾਰ ਸੋਚਦਾ ਹੁੰਦਾ, ਇਕੱਲਾ ਬੈਠਾ ਹਾਂ, ਜਿਹੜੇ ਪਾਸਿਓਂ ਗੁਰੂ ਸਾਹਿਬਾਨਾਂ ਨੇ ਰੋਕਿਆ ਜਾਂ ਜਿਨ੍ਹਾਂ ਨਾਲ ਗੁਰੂ ਸਾਹਿਬਾਨਾਂ ਦੀ ਕਦੇ ਨਹੀਂ ਬਣੀ, ਅੱਜ ਦਾ ਸਿੱਖ ਖਵਾਉਣ ਵਾਲਾ ਉਹਨਾਂ ਨੂੰ ਸਮਝਦਾ ਕਿ ਇਹ ਗੁਰੂ ਦੇ ਨੇੜੇ ਆ। ਮੰਗ ਕੇ ਖਾਣ ਵਾਲਿਆਂ ਦਾ ਵਿਰੋਧ ਕੀਤਾ ਗੁਰੂ ਜੀ ਨੇ। ਗੁਰ ਪੀਰ ਸੁਦਾਏ
ਮੰਗਣ ਜਾਏ ਤਾਂ ਕਹਿ ਮੂਲ ਨਾ। ਬਚਨ ਹੈ ਨਾ ਬਾਣੀ ਦਾ। ਮੂਲ ਦਾ ਅਰਥ ਕਿ ਉਹਦਾ ਬਿਲਕੁਲ ਹੀ ਨਹੀਂ। ਅਸੀਂ ਜਿਹੜੇ ਲੋਕਾਂ ਕੋਲੋਂ ਗੁਰੂ ਦੇ ਨਾਂ 'ਤੇ, ਧਰਮ ਦੇ ਨਾਂ 'ਤੇ ਮੰਗਦੇ ਨੇ, ਉਹਨਾਂ ਦੇ ਅੱਗੇ ਮੱਥੇ ਟੇਕਦੇ ਆ। ਗੁਰੂ ਜੀ ਕਹਿੰਦੇ ਭੁੱਲ ਕੇ ਵੀ ਉਹਨਾਂ ਦੇ ਪੈਰੀ ਨਾ ਲੱਗ ਜਾਏ। ਇੱਥੇ ਕਿਰਤੀ ਨੂੰ ਮਹਾਨਤਾ ਹੈ, ਕਿਰਤ ਨੂੰ ਮਹਾਨਤਾ ਹੈ। ਰੱਬੀ ਮਿਲਾਪ ਦਾ ਰਸਤਾ ਹੀ ਉਹਨੂੰ ਸਮਝ ਆਇਆ ਜਿਹਨੇ ਕਿਰਤ ਕੀਤੀ ਹੈ। ਕਿਰਤੀ ਹੈ ਜਿਹੜਾ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣ ਐਸੇ। ਬਚਨ ਕੀ ਤਾਂ ਮੰਗ ਕੇ ਨਹੀਂ ਖਾਣਾ। ਦੂਸਰਾ ਬਚਨ ਸੀ ਜਦੋਂ ਵੀ ਦਿਨ ਦੀ ਸ਼ੁਰੂਆਤ ਕਰਨੀ ਹੈ, ਆਪਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ। ਇਹਦਾ ਮੈਂ ਇਹਨੂੰ ਇੰਝ ਮਹਿਸੂਸ ਕਰਦਾ ਕਿ ਮਨੁੱਖਾ ਜੀਵਨ ਅੰਮ੍ਰਿਤ ਵੇਲਾ ਹੈ। ਜਦੋਂ ਵੀ ਸੌਂ ਕੇ ਉੱਠਣਾ ਹੈ, ਜੇ ਕਿਸੇ ਦੀ ਨਾਈਟ ਸ਼ਿਫਟ ਹੈ ਉਹ ਦਿਨੇ ਸੌਂਦਾ ਹੈ, ਪਰ ਜਦੋਂ ਵੀ ਉੱਠਦਾ ਹੈ, ਮੈਂ ਇੰਝ ਮਹਿਸੂਸ ਕਰਦਾ ਵੀ ਜਦੋਂ ਵੀ ਸੌਂ ਕੇ ਉੱਠਦੇ ਹਾਂ, ਸਭ ਤੋਂ ਪਹਿਲਾਂ ਜਿਹੜਾ ਸਾਡੀ ਜ਼ੁਬਾਨ 'ਚੋਂ ਬੋਲ ਨਿਕਲੇ ਨਾ, ਉਹ ਵਾਹਿਗੁਰੂ ਦਾ ਹੋਵੇ। ਤੇ ਕੰਨਾਂ 'ਚ ਜਿਹੜਾ ਪਹਿਲਾ ਸਰੋਤ ਸਾਡੇ ਪਵੇ ਨਾ, ਉਹ ਵਾਹਿਗੁਰੂ ਦਾ ਹੋਵੇ। ਜਦੋਂ ਜ਼ੁਬਾਨ ਨਾਲ ਬੋਲਾਂਗੇ, ਕੰਨਾਂ ਦੇ ਨਾਲ ਸੁਣਨਾ ਹੀ ਹੈ। ਭਾਵ ਦਿਨ ਦੀ ਸ਼ੁਰੂਆਤ ਰੱਬ ਦੇ ਨਾਲ ਜੁੜ ਕੇ ਸ਼ੁਰੂ ਕਰਨੀ। ਰੱਬ ਦਾ ਨਾਮ ਹੋਵੇ ਸਾਡੇ ਕੋਲ। ਦੂਜਾ ਬਚਨ ਇਹ ਸੀ, ਇਹਨੂੰ ਕਿਹਾ ਜਾਂਦਾ ਅੰਮ੍ਰਿਤ ਵੇਲਾ ਸੰਭਾਲਣਾ। ਤੀਸਰਾ ਬਚਨ, ਜੋ ਰੱਬ ਨੇ ਬਣਾਇਆ ਉਹੀ ਬਣ ਕੇ ਜ਼ਿੰਦਗੀ ਜਿਉਣੀ ਹੈ, ਉਹਨੂੰ ਖਤਮ ਨਹੀਂ ਕਰਨਾ। ਇਹ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭਤਾ ਹੋਈ। ਖਾਲਸੇ ਦੀ ਜਦੋਂ ਗੱਲ ਕਰਦੇ ਆ, ਉਹਦੇ 'ਚ ਸ਼ਸਤਰਾਂ ਦੀ ਬੜੀ ਵੱਡੀ ਗੱਲ ਹੈ। ਸ਼ਸਤਰਧਾਰੀ ਹੋਣਾ। ਤੁਹਾਡੇ 'ਚੋਂ ਢਾਡੀ ਜਥਿਆਂ ਨੂੰ, ਕਵੀਸ਼ਰ ਜਥਿਆਂ ਨੂੰ ਬਹੁਤ ਸੁਣਿਆ ਤੁਸਾਂ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਬਹੁਤ ਸੁਣੀਆਂ ਹੋਣਗੀਆਂ। ਆਪਾਂ ਛੋਟੇ ਹੁੰਦਿਆਂ ਤੋਂ ਸੁਣਦੇ ਆ ਰਹੇ ਬਜ਼ੁਰਗਾਂ ਕੋਲੋਂ ਵੀ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ। ਉਹ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਜਾਂਦੇ ਨੇ, ਹੱਥ ਵਿੱਚ ਉਹਨਾਂ ਦੇ ਸੋਟਾ ਹੈ, ਉਹਨੂੰ ਕਹਿੰਦੇ ਆਸਾ। ਹੱਥ ਵਿੱਚ ਆਸਾ ਹੈ, ਸੋਟਾ। ਸੋਟਾ ਕਿਆ ਕਾਹਦੇ ਲਈ ਹੈ? ਸੋਟਾ ਕੀ ਚੀਜ਼ ਹੈ? ਸ਼ਸਤਰ। ਇਹੀ ਸ਼ਸਤਰ ਜਦੋਂ ਦੁਸ਼ਮਣ ਨਾਲ ਕਿਤੇ ਜੰਗ ਦੀ ਗੱਲ ਚੱਲੀ, ਮੀਰੀ ਪੀਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਧਾਂਤ ਦੇ ਦਿੱਤਾ। ਇਹਦਾ ਮਤਲਬ 1699 ਤੋਂ ਪਹਿਲਾਂ ਦੀਆਂ ਗੱਲਾਂ ਨੇ। ਇਹ ਖਾਲਸੇ ਦੀ ਨਿਸ਼ਾਨੀ ਹੈ। ਆਰੰਭਤਾ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਨਿਰਮਲ ਪੰਥ ਦੇ ਰੂਪ ਵਿੱਚ ਕੀਤੀ ਸੀ ਨਾ, ਨਿਰਮਲ ਦੇ ਤੇ ਖਾਲਸੇ ਦੇ ਅਰਥ ਇੱਕ ਹੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸੰਪੂਰਨ ਕੀਤਾ। ਤੇ ਜਦੋਂ ਸੰਪੂਰਨ ਕੀਤਾ, ਉਦੋਂ ਪੰਜ ਪਿਆਰਿਆਂ ਦਾ ਇੱਕ ਵਿਧੀ ਵਿਧਾਨ ਬਣਿਆ। ਤੇ ਪੰਜ ਪਿਆਰੇ ਕੀ ਨੇ? ਆਪਾਂ ਭਾਵ ਅਰਥ ਲੈਣੇ ਆ। ਮੈਂ ਇਸ ਕਰਕੇ ਥੋੜ੍ਹਾ ਜਿਹਾ ਬਹੁਤ ਛੋਟੇ ਛੋਟੇ ਸ਼ਬਦਾਂ ਦੇ ਵਿੱਚ ਹੀ ਜਾ ਰਿਹਾ ਵਾਂ, ਕਿਉਂਕਿ ਸਮਾਂ ਬਹੁਤ ਵਿਸਥਾਰ ਵਿੱਚ ਚਾਹੀਦਾ ਹੈ ਤੇ ਆਪਾਂ ਇੱਧਰ ਸ਼ਬਦ ਵੱਲ ਆਉਣਾ ਹੈ। ਪੰਜ ਪਿਆਰੇ, ਜਿਨ੍ਹਾਂ ਨੂੰ ਗੁਰੂ ਦੇ ਪਿਆਰੇ ਕਿਹਾ ਜਾਂਦਾ, ਜਿਨ੍ਹਾਂ ਨੂੰ ਗੁਰੂ ਖੁਦ ਕਹਿੰਦਾ ਇਹ ਮੇਰੇ ਪਿਆਰੇ ਨੇ, ਉਹ ਨੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਪੰਜ ਪਿਆਰੇ ਹਨ ਜੀ। ਇਹਨਾਂ ਪੰਜਾਂ ਦੇ ਗੁਣ ਮੁੱਖ ਰੱਖ ਲਓ। ਸਰੀਰ ਨਹੀਂ, ਗੁਣ। ਜਦੋਂ ਸਾਹਿਬ ਤੱਕ ਪਹੁੰਚਣਾ ਹੈ ਨਾ, ਮਾਲਕ ਤੱਕ ਪਹੁੰਚਣਾ ਹੈ, ਪਰਮਾਤਮਾ ਤੱਕ ਪਹੁੰਚਣਾ ਹੈ, ਉਦੋਂ ਸਾਡੇ ਜੀਵਨ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਨੇ? ਸਭ ਤੋਂ ਪਹਿਲਾਂ ਦਇਆ ਹੋਣੀ ਜ਼ਰੂਰੀ ਹੈ। ਜੇ ਦਇਆ ਨਹੀਂ ਹੈ, ਤਰਸ ਨਹੀਂ ਹੈ, ਰਹਿਮ ਨਹੀਂ ਹੈ ਸਾਡੇ ਅੰਦਰ, ਧਰਮ ਦੇ ਨਾਂ 'ਤੇ ਸਾਰੇ ਕੀਤੇ ਹੋਏ ਕਰਮ ਸਮਝੋ ਵਿਅਰਥ ਨੇ। ਦਇਆ ਜ਼ਰੂਰੀ ਹੈ। ਧਰਮ ਦਇਆ ਤੋਂ ਪੈਦਾ ਹੁੰਦਾ ਹੈ। ਆਪਾਂ ਦੇ ਅਕਸਰ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਧੌਲ ਧਰਮ ਦਇਆ ਪਹਿਲਾਂ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਪਹਿਲਾਂ ਦਇਆ ਹੋਣੀ ਚਾਹੀਦੀ ਹੈ। ਤੇ ਜੇ ਦਇਆ ਕੋਲ ਹੈ ਤੇ ਫਿਰ ਇੱਕ ਮਰਿਆਦਾ ਵੀ ਹੋਣੀ ਚਾਹੀਦੀ ਹੈ। ਧਰਮੀ ਹੋਣਾ ਵੀ ਬਹੁਤ ਜ਼ਰੂਰੀ ਜੀਵਨ ਦਾ।
ਧਰਮ ਤੋਂ ਬਾਹਰੀ ਜਿਹੜਾ ਜੀਵਨ ਹੈ ਬੇਈਮਾਨ ਜੀਵਨ ਹੈ। ਬੇਈਮਾਨ ਜਿਹਨੂੰ ਕਹਿੰਦੇ ਆ, ਬੇਈਮਾਨ ਦਾ ਅਰਥ ਕੀ ਹੈ? ਬੇਈਮਾਨ। ਈਮਾਨ ਕਿਹਨੂੰ ਕਹਿੰਦੇ ਜੀ? ਧਰਮ ਨੂੰ। ਧਰਮ ਤੋਂ ਬਿਨਾਂ ਜਿਹੜਾ ਜੀਵਨ ਹੈ, ਮਰਿਆਦਾ ਤੋਂ ਬਿਨਾਂ ਜਿਹੜਾ ਜੀਵਨ ਹੈ, ਕਿਸੇ ਅਰਥ ਨਹੀਂ। ਜਿਵੇਂ ਮੈਂ ਪਹਿਲਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਸਾਂਝੀ ਕੀਤੀ ਸੀ, ਨਦੀ ਦੇ ਵਿੱਚ ਪਾਣੀ ਵਗ ਰਿਹਾ ਤੇ ਇੱਕ ਮਰਿਆਦਾ ਹੈ, ਜਿਹੜਾ ਪਾਣੀ ਉਸ ਤੋਂ ਬਾਹਰ ਚਲੇ ਜਾਂਦਾ ਹੈ ਉਹ ਪਾਣੀ ਗੰਦਾ ਹੋ ਜਾਂਦਾ ਹੈ, ਗੰਧਲਾ ਹੋ ਜਾਂਦਾ ਹੈ, ਬਦਬੂ ਆਉਂਦੀ ਹੈ। ਉਸ ਪਾਣੀ ਦੇ ਵਿੱਚ ਉਹਨੂੰ ਮਨੁੱਖ ਤੇ ਨਹੀਂ ਫਿਰ ਪੀਂਦਾ, ਉਹ ਬਿਮਾਰੀਆਂ ਨੂੰ ਜਨਮ ਦਿੰਦਾ ਹੈ, ਮੌਤ ਦਾ ਕਾਰਨ ਬਣ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਧਰਮ ਤੋਂ, ਸਿਸਟਮ ਤੋਂ, ਮਰਿਆਦਾ ਤੋਂ ਬਾਹਰੀ ਜੀਵਨ ਹੈ, ਉਹਦੇ ਵਿੱਚ ਵੀ ਵਿਕਾਰ ਤੇ ਪਤਾ ਨਹੀਂ ਕੀ ਕੀ ਬਿਮਾਰੀਆਂ ਆ ਜਾਂਦੀਆਂ। ਦਇਆ, ਫਿਰ ਧਰਮ, ਮਰਿਆਦਾ। ਧਰਮ ਦਾ ਅਰਥ ਕੀ ਹੈ? ਮਰਿਆਦਾ, ਸੱਚ ਹੋਣਾ ਚਾਹੀਦਾ ਜੀਵਨ 'ਚ। ਫਿਰ ਇਹਨੂੰ ਕਮਾਉਣ ਦੀ ਹਿੰਮਤ ਵੀ ਚਾਹੀਦੀ ਹੈ ਸਾਡੇ 'ਚ। ਹਿੰਮਤ ਹੋਣੀ ਬਹੁਤ ਜ਼ਰੂਰੀ ਹੈ। ਆਪਣੇ ਧਰਮ ਦੀ ਰੱਖਿਆ, ਆਪਣੇ ਆਲੇ ਦੁਆਲੇ ਦੀ ਰੱਖਿਆ, ਆਪਣੇ ਸਿਸਟਮ, ਮਰਿਆਦਾ, ਜੀਵਨ ਦੇ ਮਰਿਆਦਾ ਦੀ ਰੱਖਿਆ, ਹਿੰਮਤ ਬਹੁਤ ਜ਼ਰੂਰੀ ਹੈ। ਭਾਈ ਹਿੰਮਤ ਸਿੰਘ। ਤੇ ਜਦੋਂ ਹਿੰਮਤ ਆ ਗਈ ਫਿਰ ਦ੍ਰਿੜਤਾ ਹੋਣੀ ਚਾਹੀਦੀ, ਪਰਪੱਕਤਾ ਹੋਣੀ ਚਾਹੀਦੀ ਹੈ। ਕਈ ਵਾਰ ਨਾ ਮੈਨੂੰ ਕੋਈ ਸਵਾਲ ਕਰਦੇ ਨੇ, ਉਹ ਕਹਿੰਦੇ ਭਾਈ ਸਾਹਿਬ ਤੁਸੀਂ ਕਹਿੰਦੇ ਕਿਸੇ ਬਾਬੇ ਦੂਜੇ ਤੀਜੇ ਇਹਨਾਂ ਨੂੰ ਨਹੀਂ ਮੰਨਣਾ ਚਾਹੀਦਾ, ਇੱਥੇ ਤੇ ਕੱਟੜਤਾ ਹੋ ਗਈ। ਮੈਂ ਉਹਨਾਂ ਨੂੰ ਕਹਿੰਦਾ ਨਹੀਂ, ਕੱਟੜਤਾ ਨਹੀਂ ਹੈ, ਇਹ ਸੁਹਾਗਣ ਦੀ ਪਰਪੱਕਤਾ ਹੈ, ਦ੍ਰਿੜਤਾ ਹੈ। ਬੱਚੀ ਵਿਆਹ ਕੇ ਸਹੁਰੇ ਘਰ ਆਉਂਦੀ ਹੈ, ਸਤਿਕਾਰ ਸਭ ਦਾ ਕਰਦੀ ਹੈ, ਪਰ ਜੀਵਨ ਦੀ ਸਾਂਝ ਪਤੀ ਨਾਲ ਹੈ। ਕੀ ਕਹਾਂ, ਕੋਈ ਕੱਟੜਤਾ? ਉਹ ਪਤੀ ਸਮਾਨ ਦੂਜਿਆਂ ਨੂੰ ਕਿਉਂ ਨਹੀਂ ਮੰਨਦੀ? ਨਹੀਂ, ਉਹਦੀ ਪਰਪੱਕਤਾ ਹੈ, ਉਹਦੀ ਦ੍ਰਿੜਤਾ ਹੈ। ਮੇਰੇ ਜੀਵਨ ਦੀ ਸਾਂਝ ਇਹਦੇ ਨਾਲ ਹੈ। ਤੇ ਜਿਹੜੀ ਇਸ ਦ੍ਰਿੜਤਾ ਨੂੰ ਛੱਡ ਦੇਵੇ, ਉਹਨੂੰ ਲੋਕ ਫਿਰ ਬਹੁਤ ਮਾੜੇ ਮਾੜੇ ਲਫ਼ਜ਼ ਵਰਤਦੇ। ਇਸੇ ਤਰ੍ਹਾਂ ਜੀਵਨ ਹੈ ਸਿੱਖ ਦਾ। ਜੇ ਗੁਰੂ ਨੂੰ ਸਮਰਪਣ ਹੈ, ਗੁਰੂ ਪਰਮੇਸ਼ਰ ਤੋਂ ਇਲਾਵਾ ਕਿਸੇ ਹੋਰ ਦੇ ਨਾਲ ਜੀਵਨ ਦੀ ਸਾਂਝ ਨਹੀਂ ਬਣਾਉਂਦਾ। ਸਤਿਕਾਰ ਸਭ ਦਾ ਕਰਦਾ ਹੈ, ਪਰ ਜੀਵਨ ਦੀ ਸਾਂਝ ਕੇਵਲ ਗੁਰੂ ਪਰਮੇਸ਼ਰ ਨਾਲ ਹੈ। ਉਹ ਸੁਹਾਗਣ ਦੀ ਪਰਪੱਕਤਾ ਜੀ। ਤੇ ਗੁਰਬਾਣੀ ਵਿੱਚ ਉਹਨੂੰ ਕਿਹਾ, ਧੰਨ ਸੁਹਾਗਣ ਜੋ ਪ੍ਰਭੂ ਪਛਾਣੈ, ਜਿਹੜੀ ਆਪਣੇ ਮਾਲਕ ਨੂੰ ਪਹਿਚਾਣਦੀ ਕਿ ਇਹ ਮੇਰਾ ਮਾਲਕ ਹੈ, ਇਹਦੇ ਤੋਂ ਇਲਾਵਾ ਕੋਈ ਦੂਜਾ ਨਹੀਂ। ਤੇ ਜਿਹੜਾ ਫਿਰ ਮਾਲਕ ਨੂੰ ਛੱਡ ਕੇ ਘਰ ਘਰ ਭਟਕਦਾ ਫਿਰਦਾ ਹੈ, ਉਹਨੂੰ ਫਿਰ ਬਾਣੀ 'ਚ ਇੰਝ ਕਿਹਾ ਹੈ, ਜਿਉਂ ਘਰ ਘਰ ਹੰਡੈ ਰੰਨ ਦੁਹਾਗਣ। ਉਹਨੂੰ ਕੁਨਾਰ ਵੀ ਕਿਹਾ, ਕੁਲੱਛਣੀ ਵੀ ਕਿਹਾ। ਮੁਹਕਮ ਦਾ ਅਰਥ ਹੈ ਦ੍ਰਿੜਤਾ, ਪਰਪੱਕਤਾ। ਜਦੋਂ ਪਰਪੱਕਤਾ ਆ ਜਾਏਗੀ ਨਾ, ਦ੍ਰਿੜਤਾ ਆ ਜਾਏਗੀ, ਪੱਕੇ ਹੋ ਜਾਵਾਂਗੇ ਆਪਣੇ ਅਕੀਦੇ ਤੇ, ਫਿਰ ਸਾਹਿਬ ਦੇ ਦਰ ਤੇ ਪ੍ਰਵਾਨ ਹੋ ਜਾਵਾਂਗੇ ਅਸੀਂ। ਇਸੇ ਤਰ੍ਹਾਂ ਖਾਲਸੇ ਦੇ ਵਿੱਚ ਜਿਹੜੇ ਗੁਣ ਪਾ ਦਿੱਤੇ, ਇਹ 5 ਗੁਣ ਨੇ। ਗੁਰੂ ਬਖਸ਼ਿਸ਼ ਕਰੇ ਕਿਤੇ ਨੁਕਤਾ ਸਾਡੀ ਪਕੜ 'ਚ ਆ ਜਾਏ, ਕਿਉਂਕਿ ਪਿਛਲੇ ਦਿਨੀ ਤੁਸੀਂ ਉਹ ਖਾਲਸੇ ਪੰਥ ਦਾ ਜਿਹੜਾ ਦਿਹਾੜਾ ਸੀ ਮਨਾਇਆ ਹੈ, ਉਸ ਦਿਨ ਮੇਰੇ ਖਿਆਲ ਨਾਲ ਸ਼ਾਇਦ ਢਾਡੀ ਜਥੇ ਆਏ ਸੀ, ਉਹਨਾਂ ਨੇ ਤੁਹਾਨੂੰ ਸਾਰਾ ਇਤਿਹਾਸ ਸੁਣਾਇਆ, ਸਰਵਣ ਕਰਾਇਆ ਹੋਇਆ ਹੈ। ਆਪਾਂ ਸ਼ਬਦ ਦੀ ਵਿਚਾਰ ਵੱਲ ਹੁਣ ਆਈਏ। ਗੁਰਬਾਣੀ ਉਹੀ ਦ੍ਰਿੜਤਾ ਸਾਡੇ ਅੰਦਰ ਪੈਦਾ ਕਰਦੀ ਹੈ। ਜਿਸ ਮਾਲਕ ਨੇ ਪੈਦਾ ਕੀਤਾ ਹੈ, ਉਸ ਮਾਲਕ ਤੱਕ ਪਹੁੰਚਣਾ ਹੈ। ਤੇ ਫਿਰ ਆਪਣੀ ਮਰਿਆਦਾ, ਆਪਣੇ ਧਰਮ ਤੇ ਪਰਪੱਕ ਹੋ ਜਾ, ਪਰਪੱਕ ਹੋ ਜਾ, ਦ੍ਰਿੜ ਹੋ ਜਾ। ਮਾਲਕ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਫਿਰ ਭਟਕ। ਇੱਕ ਟੂਕ ਮਾਤਰ ਨੁਕਤਾ ਹੋਰ ਸਮਝ ਲਈਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਉਸ ਟਾਈਮ ਦਾ ਸਿਸਟਮ ਸੀ, ਇੱਕ ਵਿਧੀ ਵਿਧਾਨ ਬਣਾਇਆ ਸੀ ਲੋਕਾਂ ਵੱਲੋਂ, ਜਿਹੜਾ ਕਿਸੇ ਧਰਮ ਵਿੱਚ ਪ੍ਰਵੇਸ਼ ਕਰਨ ਲਈ ਰੋਹ ਰੀਤੀ ਹੁੰਦੀ ਹੈ ਕਿ ਜਨੇਊ ਪਹਿਨਾਉਣਾ ਹੈ। ਉਹ ਸਮਾਂ ਆਇਆ, ਪਹਿਨਾਉਣ ਲੱਗੇ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਸਵਾਲ ਸੀ, ਇਹ ਕਾਹਦੇ ਲਈ? ਅੱਗੋਂ ਪੰਡਿਤ ਹਰਦਿਆਲ ਜੀ ਕਹਿੰਦੇ ਨੇ ਕਿ ਇਹਨੂੰ ਧਾਰਨ ਕਰੋਗੇ ਤੁਸੀਂ ਧਰਮ ਵਿੱਚ ਪ੍ਰਵੇਸ਼ ਕਰੋਗੇ।
ਫਿਰ ਜਵਾਬ ਸੀ, ਇਹਦਾ ਮਤਲਬ ਹੈ ਕਿ ਹੁਣ ਤੱਕ ਮੈਂ ਧਰਮੀ ਨਹੀਂ ਸੀ। ਰੱਬ ਨੇ ਧਰਮੀ ਨੂੰ ਜਨਮ ਨਹੀਂ ਦਿੱਤਾ, ਰੱਬ ਨੇ ਜਨਮ ਦਿੱਤਾ ਉਸ ਤੋਂ ਬਾਅਦ ਧਰਮ ਪ੍ਰਵੇਸ਼ ਕਰੀਦਾ ਵਾ। ਇਹ ਤੇ ਫਿਰ ਉਹ ਧਰਮ ਹੈ ਜਿਹੜਾ ਮਨੁੱਖ ਦਾ ਬਣਾਇਆ ਹੋਇਆ ਧਰਮ ਹੈ। ਮੈਂ ਉਸ ਧਰਮ ਨੂੰ ਜਿਉਣਾ ਚਾਹੁੰਦਾ ਜਿਹੜਾ ਰੱਬ ਨੇ ਬਣਾ ਕੇ ਭੇਜਿਆ ਮੈਨੂੰ ਧਰਮੀ। ਕਿਉਂਕਿ ਜਿਹੜਾ ਮਨੁੱਖ ਨੇ ਧਰਮ ਬਣਾਇਆ ਇਹਦੇ ਵਿੱਚ ਵਿਤਕਰੇ ਬਹੁਤ ਹੈ, ਇਹਦੇ 'ਚ ਫਰਕ ਬਹੁਤ ਹੈ। ਨਹੀਂ ਵਿਸ਼ਵਾਸ? ਮੇਰੇ ਤੋਂ 5 ਸਾਲ ਵੱਡੀ ਮੇਰੀ ਭੈਣ ਹੈ ਬੇਬੇ ਨਾਨਕੀ, ਕੀ ਉਹਨੂੰ ਵੀ ਜਨੇਊ ਬਣਾਇਆ ਸੀ? ਨਹੀਂ। ਕਿਉਂ? ਉਹ ਔਰਤ ਹੈ। ਇਹਦਾ ਮਤਲਬ ਵਿਤਕਰਾ ਤਾਂ ਇੱਥੋਂ ਹੀ ਸ਼ੁਰੂ ਹੋ ਗਿਆ। ਉਸੇ ਕੁੱਖੋਂ ਮੈਂ ਪੈਦਾ ਹੋਇਆ, ਉਸੇ ਕੁੱਖੋਂ 5 ਸਾਲ ਪਹਿਲਾਂ ਮੇਰੀ ਭੈਣ ਪੈਦਾ ਹੋਈ, ਵਿਤਕਰਾ ਇੱਥੋਂ ਸ਼ੁਰੂ ਹੋ ਗਿਆ। ਫਿਰ ਜੇ ਧਰਮੀ ਦੀ ਗੱਲ ਹੈ, ਫਿਰ ਧਰਮੀ ਤੇ ਕੁੱਖ ਦਾ ਹੋਣਾ ਸਭ ਤੋਂ ਪਹਿਲਾਂ ਚਾਹੀਦਾ ਹੈ। ਧਰਮੀ ਕੁੱਖ ਦੇ ਵਿੱਚੋਂ ਹੀ ਤੇ ਧਰਮੀ ਪੈਦਾ ਹੋਵੇਗਾ ਨਾ। ਫਿਰ ਅਸਲੀ ਹੱਕ ਤੇ ਇੱਥੇ ਔਰਤ ਦਾ ਬਣਦਾ ਸੀ। ਫਿਰ ਇਹਦੇ ਵਿੱਚ ਵੀ ਫਰਕ ਹੈ। ਬ੍ਰਾਹਮਣ ਵਾਸਤੇ 4 ਧਾਗਿਆਂ ਦਾ ਜਨੇਊ ਹੈ, ਖੱਤਰੀ ਵਾਸਤੇ 3 ਧਾਗਿਆਂ ਦਾ ਹੈ, ਵੈਸ਼ ਲਈ 2 ਧਾਗਿਆਂ ਦਾ ਹੈ, ਸ਼ੂਦਰ ਵਾਸਤੇ ਹੈ ਹੀ ਨਹੀਂ, ਕਿਉਂਕਿ ਮਨੁੱਖ ਦਾ ਬਣਾਇਆ ਹੋਇਆ ਹੈ। ਮਨੁੱਖ ਦੇ ਬਣਾਏ ਹੋਏ ਧਰਮ ਦੀ ਮੈਨੂੰ ਲੋੜ ਨਹੀਂ, ਮੈਂ ਰੱਬ ਦੇ ਬਣਾਏ ਹੋਏ ਧਰਮ ਨੂੰ ਜਿਉਣਾ ਹੈ। ਹਾਂ, ਜਿਹੜਾ ਖਾਲਸੇ ਪੰਥ ਦੀ ਵੀ ਗੱਲ ਕਰਦੇ, ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਬਣਾਇਆ, ਇਹਨੂੰ ਸੰਪੂਰਨ ਕੀਤਾ ਇਸ ਲਈ ਕਿ ਜੋ ਰੱਬ ਨੇ ਬਣਾਇਆ ਧਰਮ ਉਹਨੂੰ ਜਿਉਂਦਿਆਂ ਰੱਖਣ ਵਾਸਤੇ ਖਾਲਸੇ ਦੀ ਲੋੜ ਹੈ। ਜਿਉਂਦਿਆਂ ਰੱਖਣ ਵਾਸਤੇ, ਤਾਂ ਕਿ ਉਹਨੂੰ ਕੋਈ ਖਤਮ ਨਾ ਕਰ ਸਕੇ, ਉਹਨੂੰ ਕੋਈ ਖਰਾਬ ਨਾ ਕਰ ਸਕੇ, ਗੰਦਲਾ ਨਾ ਕਰ ਸਕੇ। ਇਸ ਲਈ ਖਾਲਸੇ ਦੀ ਲੋੜ ਹੈ। ਉਹਨੂੰ ਖਾਲਸੇ ਦਾ ਰੂਪ ਬਣਾ ਕੇ ਕੰਪਲਸਰੀ ਕਰ ਦਿੱਤਾ ਤੇ ਬਚਨ ਨਾਲ ਫਿਰ ਇਹ ਵੀ ਕਹਿ ਦਿੱਤਾ, ਮਤਾਂ ਸੋਚੋ ਕਿ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ, ਗੁਰੂ ਗੋਬਿੰਦ ਸਿੰਘ ਨੇ ਕੋਈ ਬਣਾਇਆ ਹੈ। ਖਾਲਸਾ ਅਕਾਲ ਪੁਰਖ ਕੀ, ਕਿਹਦੀ? ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਵੇਖ ਲਓ, ਆਪਣਾ ਕਿਤੇ ਉਹਨਾਂ ਨੇ ਨਹੀਂ ਨਾਮ ਨਿਸ਼ਾਨ ਰਹਿਣ ਦਿੱਤਾ। ਇੱਥੋਂ ਤੱਕ ਕਰ ਦਿੱਤਾ, ਜੇ ਕਿਤੇ 2 ਆਪਸ ਵਿੱਚ ਇਕੱਠੇ ਵੀ ਹੁੰਦੇ, ਮਿਲਦੇ ਵੀ ਹੈ, ਤੇ ਹੱਥ ਜੋੜ ਕੇ ਕੀ ਕਹਿਣ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਫਿਰ ਵਾਹਿਗੁਰੂ ਦੀ ਆਈ। ਕਿੰਨੀ ਵੱਡੀ ਦ੍ਰਿੜਤਾ ਤੇ ਪਰਪੱਕਤਾ ਸੀ, ਕਿੱਡੇ ਖੂਬਸੂਰਤ ਗੁਣ ਨੇ। ਗੁਰੂ ਸਰਬੰਸ ਵਾਰ ਕੇ ਕਹਿੰਦਾ, ਤੂੰ ਵਾਹਿਗੁਰੂ ਦਾ ਹੈ। ਅਫਸੋਸ ਅਸੀਂ ਫਿਰ ਕਿ ਨਹੀਂ ਤੇ ਫਲਾਣੇ ਦੇ ਆ, ਕੋਈ ਜੇ ਤੇ ਫਲਾਣੇ ਦੇ ਆ ਜੀ, ਇਹ ਫਲਾਣੇ ਦੇ ਫਲਾਣੇ। ਵਾਹਿਗੁਰੂ ਦਾ ਕੋਈ ਵੀ ਨਹੀਂ ਬਣ ਰਿਹਾ। ਗੁਰੂ ਬਖਸ਼ਿਸ਼ ਕਰੇ ਕਿਤੇ ਨੁਕਤੇ ਸਮਝ ਆ ਜਾ। ਆਓ ਆਪਾਂ ਹੁਣ ਸ਼ਬਦ ਵਾਲੇ ਪਾਸੇ। 11ਵੀਂ ਪੌੜੀ ਹੈ ਸਕਰੀਨ ਦੇ ਉੱਤੇ, ਜੇ ਗੁਰਮੁਖ ਪਿਆਰੇ ਨੇ ਤੇ ਉਹ 11ਵੀਂ ਪੌੜੀ ਨੂੰ ਥੋੜ੍ਹਾ ਜਿਹਾ ਸਾਹਮਣੇ ਲੈ ਕੇ ਆਉਣਾ। ਊਂਦੋ ਖੱਪਰ ਪੰਚ ਭੂ ਟੋਪੀ। ਇਹਦੇ ਆਪਾਂ ਅੱਖਰੀ ਅਰਥ ਸਾਂਝੇ ਕੀਤੇ ਸੀ, ਹੁਣ ਥੋੜ੍ਹਾ ਜਿਹਾ ਇਹਨੂੰ ਸਮਝਣਾ ਹੈ ਆਪਾਂ। ਖੱਪਰ ਦਾ ਭਾਵ ਹੁੰਦਾ ਹੈ ਉਹ ਬਰਤਨ ਜਿਹਦੇ ਵਿੱਚ ਜਿਹੜੇ ਯੋਗੀ ਲੋਕ ਹੁੰਦੇ ਸੀ, ਜਦੋਂ ਤਣ ਨੂੰ ਭੁੱਖ ਲੱਗਦੀ ਸੀ ਤੇ ਉਹ ਤਣ ਦੀ ਭੁੱਖ ਮਿਟਾਉਣ ਲਈ ਮੰਗਣ ਵਾਸਤੇ ਜਾਂਦੇ ਸੀ, ਤੇ ਜਿਹੜਾ ਬਰਤਨ ਉਹਨਾਂ ਦੇ ਹੱਥ 'ਚ ਹੁੰਦਾ ਉਹਨੂੰ ਖੱਪਰ ਕਹਿੰਦੇ ਸੀ, ਜਿਹਦੇ ਵਿੱਚ ਕੋਈ ਆਟਾ ਦਾਲ ਜੋ ਵੀ ਹੈ ਲੋਕੀ ਪਾਉਂਦੇ ਸੀ। ਹੁਣ ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਵੀ ਜਿਹੜਾ ਸਰੀਰ ਹੈ ਨਾ, ਇਹ ਸੰਸਾਰ ਦੀ ਉਪਜ ਹੈ। ਮਿੱਟੀ ਤੋਂ ਅੰਨ ਪੈਦਾ ਹੋਇਆ, ਅੰਨ ਤੋਂ ਰਕਤ ਬਣਿਆ, ਰਕਤ ਤੋਂ ਜੀਵ ਬਣਿਆ। ਇਹਦੀਆਂ ਜਿੰਨੀਆਂ ਲੋੜਾਂ ਨੇ ਨਾ ਸਰੀਰ ਦੀਆਂ, ਇਹ ਸਾਰੀਆਂ ਸੰਸਾਰ ਵਿੱਚ ਹੈ। ਸਰੀਰ ਨੂੰ ਕੀ ਚਾਹੀਦਾ ਹੈ ਜਿਉਂਦੇ ਰਹਿਣ ਦੀ? ਹਵਾ ਚਾਹੀਦੀ ਹੈ, ਸਾਹ ਲੈਣਾ ਹੈ, ਉਹ ਸੰਸਾਰ 'ਚ ਹੈ। ਸਾਨੂੰ ਉਹਦੇ ਵਾਸਤੇ ਤਾਂ ਕੁਛ ਨਹੀਂ ਕਰਨਾ ਪੈਂਦਾ ਕਿ ਸਾਨੂੰ ਵੀ ਅਰਦਾਸ ਕਰਨੀ ਜਾਂ ਵੀ ਕੋਈ ਧਰਮ ਦਾ ਕਰਮ ਕਰਨਾ ਤਾਂ ਸਾਨੂੰ ਮਿਲੇਗੀ। ਪਾਣੀ ਚਾਹੀਦਾ ਹੈ, ਉਹ ਵੀ ਧਰਤੀ 'ਤੇ ਹੈ। ਵਾਹਿਗੁਰੂ ਨੇ ਉੱਪਰ ਵੀ ਪਾਣੀ ਬਰਸਾਤ, ਥੱਲੇ ਵੀ ਪਾਣੀ ਬਰਸਾਤ। ਜਿਹੜਾ ਧਰਤੀ ਦੇ ਥੱਲੇ ਪਾਣੀ ਹੈ, ਧਰਤੀ ਦੇ ਸਾਡੇ ਲੈਵਲ ਦੇ ਉੱਤੇ ਪਤਾ ਨਹੀਂ ਕਿੰਨੀਆਂ ਨਦੀਆਂ ਨਹਿਰਾਂ ਚੱਲ ਰਹੀਆਂ, ਦਰਿਆ ਚੱਲ ਰਹੇ। ਸਰੀਰ ਦੀ ਲੋੜ ਹੈ, ਸਰੀਰ ਨੂੰ ਰਹਿਣ ਲਈ ਧਰਤੀ ਚਾਹੀਦੀ ਹੈ, ਉਹ ਵੀ ਹੈ। ਕਿਉਂਕਿ ਸਰੀਰ ਲਈ ਜੋ ਕੁਛ ਚਾਹੀਦਾ ਸਰੀਰ ਨੂੰ, ਸਾਰਾ ਕੁਛ ਹੈ। ਸਰੀਰ ਦੀਆਂ ਜ਼ਰੂਰਤਾਂ ਜਾਂ ਸਰੀਰ ਵਾਸਤੇ ਜਿਹੜੀ ਚੀਜ਼ ਦੀ ਲੋੜ ਹੈ, ਉਹਦੇ ਲਈ ਸਾਨੂੰ ਕੁਛ ਕਰਨ ਦੀ ਲੋੜ ਨਹੀਂ।
ਹਾਂ, ਜੋ ਸਾਡੇ ਮਨ ਨੂੰ ਚਾਹੀਦਾ ਹੈ ਉਹ ਸੰਸਾਰ 'ਚ ਨਹੀਂ ਹੈਗਾ, ਉਹਦੇ ਲਈ ਉਪਰਾਲਾ ਕਰਨਾ ਚਾਹੀਦਾ ਹੈ। ਇਸੇ ਲਈ ਮੈਂ ਪਿਛਲੇ ਕਈ ਦਿਨਾਂ ਤੋਂ ਕਹਿੰਦਾ ਆ ਰਿਹਾ, ਗੁਰਬਾਣੀ ਵਿੱਚ ਕਹੋ ਨਾਨਕ ਹਰ ਭਜ ਮਨਾ, ਕਹੋ ਨਾਨਕ ਸੁਨ ਰੇ ਮਨਾ, ਮਨ ਰੇ ਗਹਿਓ ਨਾ ਗੁਰ ਉਪਦੇਸ਼, ਮਨ ਰੇ ਕੌਣ ਕੁਮਤ ਤੈਂ ਲੀਨੀ। ਮਨ ਨੂੰ ਸਮਝਾਇਆ ਹੈ, ਕਿਉਂਕਿ ਮਨ ਨੂੰ ਲੋੜ ਹੈ। ਤਨ ਵਾਸਤੇ ਸਾਰਾ ਕੁਝ ਹੈ। ਤਨ ਵਾਸਤੇ ਭੋਜਨ ਚਾਹੀਦਾ ਹੈ, ਅੰਨ ਧਰਤੀ ਤੇ ਪੈਦਾ ਹੁੰਦਾ ਹੈ, ਕਿਰਤ ਕਰਾਂਗੇ ਅੰਨ ਮਿਲ ਜੇਗਾ। ਜੇ ਅਸੀਂ ਨਹੀਂ ਖੇਤੀਬਾੜੀ ਕਰਦੇ, ਕੋਈ ਹੋਰ ਜੌਬ ਕਰਦੇ, ਬਿਜ਼ਨਸ ਕਰਦੇ ਆ, 4 ਪੈਸੇ ਹੁੰਦੇ ਨੇ, ਖਰੀਦਦੇ ਆ। ਪਰ ਜਿਹੜੀ ਚੀਜ਼ ਮਨ ਨੂੰ ਚਾਹੀਦੀ ਹੈ ਉਹ ਸੰਸਾਰ 'ਚੋਂ ਨਹੀਂ ਮਿਲਦੀ। ਮਨ ਨੂੰ ਚਾਹੀਦਾ ਵਿਕਾਰਾਂ ਤੋਂ ਮੁਕਤੀ। ਸੰਸਾਰ ਦੀ ਕੋਈ ਐਸੀ ਸ਼ੈ ਨਹੀਂ ਜਿਹੜੀ ਮਨੁੱਖ ਦੇ ਅੰਦਰੋਂ ਵਿਕਾਰਾਂ ਤੋਂ ਮੁਕਤ ਕਰ ਸਕੇ। ਮਨ ਨੂੰ ਚਾਹੀਦੀ ਹੈ ਚਿੰਤਾ ਤੋਂ ਮੁਕਤੀ, ਈਰਖਾ, ਦੁਵੈਸ਼, ਇਹਨਾਂ ਚੀਜ਼ਾਂ ਤੋਂ ਮੁਕਤੀ। ਦੁਨੀਆ ਦੀ ਕੋਈ ਐਸੀ ਚੀਜ਼ ਨਹੀਂ ਹੈਗੀ, ਕਿਉਂਕਿ ਸੰਸਾਰ ਵਿੱਚ ਇਹੋ ਜਿਹਾ ਕੁਛ ਹੈ ਹੀ ਨਹੀਂ ਜਿਹੜਾ ਮਨ ਦੀ ਜ਼ਰੂਰਤ ਪੂਰੀ ਕਰ ਸਕੇ। ਅਸੀਂ ਗੁਰਦੁਆਰੇ, ਧਰਮ ਅਸਥਾਨ, ਜਿਹੜੇ ਵੀ ਕੋਈ ਮੰਦਰ ਮਸਜਿਦ ਕਿਤੇ ਵੀ ਜਾਂਦਾ ਹੈ, ਕੋਈ ਵੀ ਧਰਮ ਦਾ ਕਰਮ ਕਰਦਾ ਹੈ, ਚਾਹੇ ਬਾਣੀ ਪੜ੍ਹਦਾ ਹੈ, ਚਾਹੇ ਸਿਮਰਨ ਕਰਦਾ ਹੈ, ਚਾਹੇ ਜੋ ਕੁਛ ਵੀ ਕਰਦਾ ਹੈ, ਉਹ ਸਾਡਾ ਅਫਸੋਸ ਹੈ ਕਿ ਅਸੀਂ ਸਰੀਰ ਦੀਆਂ ਜ਼ਰੂਰਤਾਂ ਜਾਂ ਸਰੀਰ ਨਾਲ ਜੁੜੀਆਂ ਚੀਜ਼ਾਂ ਲਈ ਕਰਦੇ ਹਾਂ, ਬਲਕਿ ਉਹ ਸਾਨੂੰ ਮਨ ਵਾਸਤੇ ਕਰਨਾ ਚਾਹੀਦਾ ਹੈ। ਮਨ ਵਾਸਤੇ ਕਰਨਾ ਚਾਹੀਦਾ, ਔਰ ਉਹਨਾਂ ਦਾ ਸੰਬੰਧ ਵੀ ਮਨ ਦੇ ਨਾਲ ਹੀ ਹੈ। ਗੁਰੂ ਬਖਸ਼ਿਸ਼ ਕਰੇ ਕਿਤੇ ਨੁਕਤਾ ਪਕੜ ਜਾ ਜੇ। ਤੇ ਮਨ ਭੁੱਖਾ ਹੈ, ਮਨ ਨੇ ਤ੍ਰਿਪਤ ਹੋਣਾ ਹੈ, ਰੱਜਣਾ ਹੈ, ਤ੍ਰਿਸ਼ਨਾ ਦੀ ਖਤਮ ਹੋਵੇ। ਉਹਦੇ ਲਈ ਜਿਹੜਾ ਮਨ ਦਾ ਬਰਤਨ ਹੈ ਉਹਦੇ ਵਿੱਚ ਕੁਛ ਚਾਹੀਦਾ ਹੈ। ਤੇ ਮਨ ਦਾ ਖੱਪਰ ਕੀ ਹੈ, ਮਨ ਦਾ ਜਿਹੜਾ ਬਰਤਨ ਕੀ ਹੈ, ਜਿਹਦੇ ਨਾਲ ਸਾਡਾ ਅੰਦਰ ਤ੍ਰਿਪਤ ਹੋ ਜਾਵੇ, ਅੰਦਰ ਰੱਜ ਜਾਵੇ, ਉਹਨੂੰ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਿੱਧ ਗੋਸ਼ਟ ਵਿੱਚ ਖੋਲ੍ਹਿਆ ਹੈ। ਇਹ ਜੋਗੀ, ਆਹ ਖੱਪਰ ਜਿਹੜਾ ਹੈ ਇਹ ਨਹੀਂ ਚਾਹੀਦਾ। ਇਹ ਤੇ ਰੱਬ ਨੇ ਹੱਥ ਦਿੱਤੇ ਹੋਏ ਨੇ ਸਾਨੂੰ ਕਿਰਤ ਕਰਨ ਵਾਸਤੇ, ਤੇ ਸਾਡੀਆਂ ਜਿਹੜੀ ਭੁੱਖ ਦੂਰ ਹੋ ਜਾਏਗੀ। ਫਿਰ ਸਾਡੇ ਅੰਦਰ ਵਾਹਿਗੁਰੂ ਪ੍ਰਮਾਤਮਾ ਦੀ ਰਹਿਮਤ ਬਖਸ਼ਿਸ਼ ਦਾ ਉਹ ਅੰਮ੍ਰਿਤ ਟਿਕੇ, ਤਾਂ ਕਿ ਜਿਹੜਾ ਸਾਡਾ ਮਨ ਭੁੱਖਾ ਹੈ ਉਹ ਤ੍ਰਿਪਤ ਹੋ ਜਾਵੇ, ਰੱਜ ਜਾਵੇ। ਅਘਾਈ ਜਿਹਨੂੰ ਕਿਹਾ ਗਿਆ ਗੁਰਬਾਣੀ ਵਿੱਚ, ਵੀ ਰੱਜ ਜਾਵੇ, ਤ੍ਰਿਪਤ ਹੋ ਜਾਵੇ, ਨਿਹਾਲ ਹੋ ਜਾਵੇ। ਉਹਦੇ ਲਈ ਜਿਹੜਾ ਖੱਪਰ ਚਾਹੀਦਾ ਹੈ ਉਹ ਕੀ ਹੈ? ਊਂਦੋ ਖੱਪਰ। ਊਂਦੋ ਦਾ ਅਰਥ ਹੈ ਉਲਟਿਆ ਹੋਇਆ। ਜਿਹੜਾ, ਇਹਨੂੰ ਹੋਰ ਸੌਖਾ ਕਰ ਲਵਾਂ, ਕਿਸੇ ਵਿਦਵਾਨ ਦਾ ਮੈਂ ਲਤੀਫਾ ਪੜ੍ਹਿਆ ਸੀ। ਉਹ ਕਹਿੰਦਾ ਬਰਸਾਤ ਹੋ ਰਹੀ ਹੈ ਤੇ 2 ਘੜੇ ਨੇ, ਇੱਕ ਘੜਾ ਮੁੱਧਾ ਹੈ ਤੇ ਇੱਕ ਘੜਾ ਸਿੱਧਾ ਹੈ। ਜਿਹੜਾ ਬਰਸਾਤ ਦੋਵਾਂ ਘੜਿਆਂ ਤੇ ਇੱਕੋ ਜਿੰਨੀ ਹੋ ਰਹੀ ਹੈ, ਤੇ ਜਿਹਦਾ ਮੂੰਹ ਤਾਂ ਨੂੰ ਹੈ ਉਹ ਭਰ ਜਾਂਦਾ ਹੈ ਪਾਣੀ ਨਾਲ, ਤੇ ਜਿਹਦਾ ਮੂੰਹ ਥੱਲੇ ਨੂੰ ਹੈ ਉਹ ਖਾਲੀ ਦਾ ਖਾਲੀ ਰਹਿੰਦਾ ਹੈ। ਬਰਸਾਤ ਉਹਦੇ ਤੇ ਵੀ ਪੈ ਰਹੀ ਹੈ, ਮੀਂਹ ਓਨਾ ਹੀ ਉਹਦੇ ਤੇ ਪੈ ਰਿਹਾ, ਪਰ ਉਹ ਖਾਲੀ ਦਾ ਖਾਲੀ ਹੈ। ਕਿਉਂ? ਕਿਉਂਕਿ ਉਹ ਪੁੱਠਾ ਹੈ, ਉਹਦਾ ਮੂੰਹ ਦੂਜੇ ਪਾਸੇ ਹੈ। ਸੇਮ ਹੀ ਚੀਜ਼ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਵਾਲੇ ਪਾਸੇ ਹੈ, ਉਹ ਤੇ ਵਾਹਿਗੁਰੂ ਪਰਮਾਤਮਾ ਦੀਆਂ ਰਹਿਮਤਾਂ ਬਖਸ਼ਿਸ਼ਾਂ ਨਾਲ ਭਰ ਜਾਂਦਾ ਹੈ, ਉਹਦੀ ਬਖਸ਼ਿਸ਼ ਕਿਰਪਾ ਨਾਲ। ਤੇ ਜਿਹਦਾ ਮਨ ਦੂਜੇ ਪਾਸੇ ਹੈ, ਮੂੰਹ ਮਨ ਦਾ ਇਛਾਵਾਂ ਵੱਲ, ਤ੍ਰਿਸ਼ਨਾ ਵੱਲ, ਹੋਰ ਖਾਹਿਸ਼ਾਂ ਵੱਲ, ਵਿਕਾਰਾਂ ਵੱਲ, ਹੋਰਨਾਂ ਚੀਜ਼ਾਂ ਵੱਲ, ਵੀ ਇੱਧਰ ਆਹ ਮਿਲ ਜੇ, ਆਹ ਮਿਲ ਜੇ, ਆਹ ਰਸ ਮਿਲ ਜੇ, ਆਹ ਰਸ ਮਿਲ ਜੇ, ਉਸ ਪਾਸਿਓਂ ਖਾਲੀ ਰਹਿ ਜਾਂਦਾ ਹੈ। ਬਰਸਾਤ ਉੱਤੇ ਵੀ ਹੋ ਰਹੀ ਹੈ, ਸੌਖਾ ਕਰ ਲੈਣਾ। ਜਦੋਂ ਗੁਰੂ ਸਾਹਿਬ ਜੀ ਦੇ ਸਮੇਂ ਗੁਰੂ ਸਾਹਿਬ ਬਚਨ ਕਰਦੇ ਹੋਣਗੇ, ਉਹ ਸਿੱਧ ਵੀ ਸੁਣਦੇ, ਮਸੰਦ ਵੀ ਸੁਣਦੇ ਹੋਣਗੇ, ਤੇ ਗੁਰਸਿੱਖ ਵੀ ਸੁਣਦੇ ਹੋਣਗੇ। ਗੁਰਸਿੱਖ ਜਿਹੜੇ ਸੀ ਉਹਨਾਂ ਦੇ ਜੀਵਨ ਤੇ ਨਿਖਾਰੇ ਗਏ, ਤੇ ਮਸੰਦ ਤੇਲ ਦੇ ਕੜਾਹਿਆਂ 'ਚ ਪਾ ਕੇ ਸਾੜਦੇ ਪਏ। ਸੁਣਦੇ ਤੇ ਉਹ ਵੀ ਸੀ। ਇੱਕੋ ਹੀ ਗੁਰੂ ਦਰਬਾਰ, ਇੱਕੋ ਹੀ ਗੁਰੂ ਦੀ ਗੋਦ ਹੈ, ਇੱਕੇ ਗੁਰੂ ਦੇ ਬੱਚੇ ਨੇ ਪ੍ਰਿਥੀ ਚੰਦ ਵੀ ਤੇ ਗੁਰੂ ਅਰਜਨ ਸਾਹਿਬ ਵੀ।
ਗੁਰੂ ਅਰਜਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਦਾ ਰੂਪ ਹੈ, ਤੇ ਪ੍ਰਿਥੀ ਚੰਦ ਜਿਹੜਾ ਹੈ ਉਹਨੂੰ ਤੇ ਭਾਈ ਗੁਰਦਾਸ ਜੀ ਨੇ ਵੀ ਮੀਨ ਇਹ ਲਫ਼ਜ਼ ਵਰਤਿਆ। ਫਿਰ ਉਹਨਾਂ ਨੂੰ ਭਾਈ ਮੋਹਨ ਜੀ, ਭਾਈ ਮੋਹਰੀ ਜੀ, ਭਾਈ ਮੋਹਰੀ ਜੀ ਨੂੰ ਗੁਰੂ ਸਾਹਿਬ ਜੀ ਦੀ ਰੱਬੀ ਬਾਣੀ ਜਦੋਂ ਰਾਮਕਲੀ ਸੱਧ ਅਸੀਂ ਪੜ੍ਹਦੇ ਹਾਂ, ਬਾਬਾ ਸੁੰਦਰ ਜੀ ਦੇ ਬਚਨ, ਮੋਹਰੀ ਪੁੱਤ ਸਨਮੁਖ ਹੋਇਆ। ਜਦੋਂ ਭਾਈ ਮੋਹਨ ਦੀ ਗੱਲ ਚੱਲੀ ਤੇ ਭਾਈ ਗੁਰਦਾਸ ਜੀ ਨੇ ਬਚਨ ਕੀਤਾ, ਮੋਹਨ ਕਮਲਾ ਹੋਇਆ। ਗੁਰਸਿੱਖਾਂ ਨੇ ਵੀ ਕਮਲਾ ਕਿਹਾ। ਹੈ ਤੇ ਇੱਕੇ ਹੀ, ਗੁਰੂ ਸਾਹਿਬ ਦਾ ਪਰਿਵਾਰ ਇੱਕੇ ਬੱਚੇ ਸੀ ਨਾ। 19 ਬਰਸਾਤ ਹੀ ਉੱਧਰ ਤੇ 19 ਉੱਧਰ। ਫਰਕ ਕੀ ਹੈ? ਉਹਨਾਂ ਦਾ ਮਨ ਰੂਪੀ ਘੜੇ ਦਾ ਮੂੰਹ ਗੁਰੂ ਵਾਲੇ ਪਾਸੇ ਹੈ, ਉਹਦੇ ਮਨ ਰੂਪੀ ਘੜੇ ਦਾ ਮੂੰਹ ਸੰਸਾਰਕ ਪਦਾਰਥਾਂ ਵਾਲੇ ਪਾਸੇ ਹੈ, ਤ੍ਰਿਸ਼ਨਾ ਵਾਲੇ ਪਾਸੇ ਹੈ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਮਨ ਇਹਨਾਂ ਖਾਹਿਸ਼ਾਂ ਵਾਲੇ ਪਾਸਿਓਂ, ਤ੍ਰਿਸ਼ਨਾ ਵਾਲੇ ਪਾਸਿਓਂ, ਇਹਨਾਂ ਰਸਾਂ ਵਾਲੇ ਪਾਸਿਓਂ ਮੁੜ ਜਾਂਦਾ ਹੈ, ਉਲਟਾ ਹੋ ਜਾਂਦਾ ਹੈ, ਤੇ ਗੁਰੂ ਵਾਲੇ ਪਾਸੇ ਆ ਜਾਂਦਾ ਹੈ, ਇੱਕ ਖੱਪਰ ਬਣ ਜਾਂਦਾ ਹੈ, ਵਾਹਿਗੁਰੂ ਪਰਮਾਤਮਾ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰਨ ਵਾਲਾ ਉਹ ਬਰਤਨ, ਉਹ ਭਾਂਡਾ ਬਣ ਜਾਂਦਾ ਹੈ ਜਿਹਦੇ 'ਚ ਵਾਹਿਗੁਰੂ ਦੀ ਬਖਸ਼ਿਸ਼ ਰਹਿਮਤ ਆਵੇ, ਉਹਦਾ ਰੱਬੀ ਅੰਮ੍ਰਿਤ ਟਿਕੇ, ਉਹਦੀ ਮਿਹਰ ਭਰੀ ਨਜ਼ਰ ਜਿਹਦੇ ਤੇ ਵਿੱਚ ਟਿਕੇ, ਤੇ ਜੀਵਨ ਜਿਹੜਾ ਨਦਰੀ ਨਦਰ ਨਿਹਾਲ ਹੋ ਜਾਂਦਾ ਹੈ। ਫਿਰ ਉਹਦੋਂ ਖੱਪਰ ਇਹ ਜੋਗੀ। ਤੁਸੀਂ ਕਹਿੰਦੇ ਹੋ ਰੱਬ ਨਾਲ ਮਿਲਣ ਵਾਸਤੇ ਖੱਪਰ ਦੇ ਨਾਲ ਨਾਲ ਜੇ ਟੋਪੀ ਪਹਿਨ ਦੇ ਧਾਰਨ ਕਰਨਾ ਭੇਸ ਜ਼ਰੂਰੀ ਹੈ, ਪੰਚਭੂ ਟੋਪੀ। ਜਿਹੜੇ 5 ਤੱਤਾਂ ਦਾ ਸਰੀਰ ਬਣਿਆ ਹੋਇਆ ਨਾ, ਉਹਨਾਂ ਤੱਤਾਂ ਦੇ ਗੁਣ ਜਿਹੜੇ ਨੇ, ਇਹ ਸਾਡੇ ਜੀਵਨ ਦੀ ਟੋਪੀ ਹੈ। ਪੰਚਭੂ, 5 ਤੱਤਾਂ ਦਾ। 5 ਤੱਤ ਕਿਹੜੇ ਮੈਂ ਪਿਛਲੇ ਦਿਨੀ ਵੀ ਸਾਂਝੇ ਕੀਤੇ ਸੀ। ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਨਾ ਜਦੋਂ ਕਿਤੇ ਪੜ੍ਹੋਗੇ ਗੌਰ ਨਾਲ ਉਹਨੂੰ ਮਹਿਸੂਸ ਕਰਿਓ। 5 ਤੱਤਾਂ ਦਾ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਜਲਾ ਕਿਹਨੂੰ ਕਹਿੰਦੇ? ਪਾਣੀ ਨੂੰ। ਬ੍ਰਹਮ ਗਿਆਨੀ ਕੈ ਮਨ ਪ੍ਰਗਾਸ, ਜੈਸੇ ਧਰ ਉਪਰ ਆਕਾਸ਼। ਆਕਾਸ਼ ਕੀ ਹੈ? 5 ਤੱਤਾਂ ਚੋਂ। ਬ੍ਰਹਮ ਗਿਆਨੀ ਸਦਾ ਨਿਰਦੋਖ, ਇਸੇ ਤਰ੍ਹਾਂ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਪਵਾਨ ਕੀ ਹੈ? ਹਵਾ। ਸੌਖੇ ਦੇ ਅਰਥ ਕਰਨੇ ਹੋ। 5 ਤੱਤ ਨੇ। ਪਾਣੀ ਦਾ ਤੱਤ ਹੈ ਨਿਰਮਲਤਾ, ਸੀਤਲਤਾ, ਇਹ ਧਾਰਨ ਕਰਨਾ ਹੈ। ਹਵਾ ਦਾ ਤੱਤ ਹੈ ਸਮਦਰਸ, ਬਰਾਬਰਤਾ, ਇੱਕੋ ਜੀ ਸਾਰਿਆਂ ਨੂੰ ਮਿਲਦੀ ਹੈ। ਕੋਈ ਕਿੱਡਾ ਵੱਡਾ ਗੁਨਾਹਗਾਰ ਹੈ, ਉਹਦੇ ਲਈ ਵੀ ਸਾਹ ਲੈਣ ਲਈ ਉਸੇ ਉਨੀ ਹਵਾ ਹੈ ਜਿੰਨੀ ਇੱਕ ਰੱਬ ਦੇ ਭਗਤ ਵਾਸਤੇ ਹੈ। ਸਮਦਰਸੀ, ਬਰਾਬਰਤਾ, ਕੋਈ ਵਿਤਕਰਾ ਨਹੀਂ। ਇਸ ਆਕਾਸ਼ ਦੀ ਗੱਲ ਹੈ, ਸੁਰਤ ਦੀ ਉਚਾਈ, ਜਿੱਥੋਂ ਤੱਕ ਇਹਨਾਂ ਵਿਕਾਰਾਂ ਦੀ ਪਹੁੰਚ ਹੀ ਨਾ ਹੋ ਸਕੇ। ਆਪਾਂ ਅਕਸਰ ਕਹਿੰਦੇ ਮਨ ਨੀਵਾਂ ਮੱਤ, ਤੇ ਮੱਤ ਦਾ ਸੰਬੰਧ ਸੁਰਤ ਨਾਲ। ਉਚਾਈ, ਇਹ ਨਾ ਕਿਤੇ ਥੱਲੇ ਚਲੇ ਜਾਵੇ। ਮਨ 'ਚ ਨਿਮਰਤਾ ਹੋਵੇ, ਪਰ ਸੁਰਤ ਦੀ ਉਚਾਈ ਪੂਰੀ ਹੋਵੇ, ਸੁਰਤ ਉੱਚੀ ਹੋਵੇ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ। ਖੈਰ, ਧਰਤੀ, ਧੀਰਜ, ਇਹ 5 ਤੱਤ ਨੇ। ਇਹ ਅਸਲ ਦੇ ਵਿੱਚ ਸਾਡਾ ਉਹ ਭੇਸ, ਇਹਦੇ ਗੁਣ ਜਿਹੜੇ ਆ ਸਾਡੇ ਆਤਮਿਕ ਜੀਵਨ ਦਾ ਭੇਸ। ਕਾਇਆ ਕੜਾਸਨ। ਕੜਾਸਨ ਕਹਿੰਦੇ ਨੇ ਜਿਸ ਤਰ੍ਹਾਂ ਸਾਡੇ ਮਾਝੇ ਵਿੱਚ ਕਹਿੰਦੇ ਨੇ ਦੱਬ, ਕਈ ਇਲਾਕਿਆਂ 'ਚ ਉਹਨੂੰ ਕੁਛ ਵੀ ਕਹਿ ਦਿੰਦੇ ਨੇ। ਜਿਸ ਤਰ੍ਹਾਂ ਵੱਡਾ ਵੱਡਾ ਘਾਹ ਹੁੰਦਾ ਸੀ, ਉਹਨੂੰ ਕੱਟ ਕੇ ਉਹਦਾ ਆਸਣ ਬਣਾ ਲੈਣਾ ਥੱਲੇ ਪੈਣ ਵਾਸਤੇ, ਬੈਠਣ ਵਾਸਤੇ। ਇਸ ਸਰੀਰ ਦਾ, ਇਸ ਕਾਇਆ ਦਾ ਨਿਰਮਲ ਰਹਿਣਾ, ਇਸ ਕਾਇਆ ਦਾ ਪਵਿੱਤਰ ਰਹਿਣਾ, ਵਿਕਾਰਾਂ ਦੀ ਗੰਦਗੀ 'ਚ ਨਾ ਲਿਪੜਨਾ, ਇਹ ਆਸਣ ਹੈ। ਮਨ ਇਹਨਾਂ ਵਿਕਾਰਾਂ ਤੋਂ ਰਹਿਤ ਰਵੇ। ਇਹ ਲੰਗੋਟੀ ਧਾਰਨ ਕਰਦੇ ਨੇ ਕੱਜਣ ਵਾਸਤੇ ਤਨ ਨੂੰ। ਮਨ ਵਿਕਾਰਾਂ ਤੋਂ ਰਹਿਤ ਰਵੇ, ਵਾਸ਼ਨਾਵਾਂ ਤੋਂ ਰਹਿਤ ਰਵੇ, ਇਹ ਸਾਡੀ ਲੰਗੋਟੀ ਹੈ। ਸਵਾਲ ਖੜਾ ਹੋਇਆ ਕਿ ਜਿਹੜੇ ਸਿੱਧ ਲੋਕ ਹੁੰਦੇ, ਇਹਨਾਂ ਦੀ ਮੰਡਲੀ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਨੂੰ ਵੀ ਸੰਗਤ ਦੀ ਗੱਲ ਕੀਤੀ ਗਈ ਹੈ, ਸੰਗਤ ਹੋਣੀ ਚਾਹੀਦੀ ਹੈ। ਗੁਰਦੁਆਰਿਆਂ ਦਾ ਮਤਲਬ ਕੀ ਹੁੰਦਾ ਹੈ? ਕਿ ਜਿੱਥੇ ਸਤ ਸੰਗਤ ਹੋਵੇ, ਸਤ ਸੰਗੀ ਜੀਵ ਬੈਠਣ ਜੁੜ ਕੇ।
ਤੇ ਸਿੱਧਾਂ ਦੇ ਵਿੱਚ ਇਹਨੂੰ ਕਹਿੰਦੇ ਸਿੱਧ ਮੰਡਲੀ ਸ਼ਬਦ ਵੀ ਆਉਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤਾ, ਸ਼ਬਦ ਜਿੱਤੀ ਸਿੱਧ ਮੰਡਲੀ। ਮੰਡਲੀ ਮਤਲਬ ਹੁੰਦਾ ਜਿੱਥੇ ਨਾਲ ਹੋਰ ਦੂਜੇ ਸਾਥੀ ਹੁੰਦੇ ਨੇ, ਸੰਗੀ ਸਾਥੀ ਜਿਹਨੂੰ ਕਹਿ ਰਹੇ ਆ। ਸਵਾਲ ਖੜਾ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਭੇਸ ਦੀ ਗੱਲ ਕਰਤੀ, 5 ਤੱਤਾਂ ਦਾ। ਜੇ ਆਪਣੇ ਭੇਸ ਵਿੱਚ ਲੰਗੋਟੀ ਦੀ ਗੱਲ ਕੀਤੀ, ਉਹ ਵੀ ਤੁਸੀਂ ਜ਼ਿਕਰ ਕਰ ਦਿੱਤਾ। ਜੇ ਆਸਣ ਦੀ ਗੱਲ ਹੈ, ਉਹ ਵੀ ਕਰ ਦਿੱਤਾ। ਸੱਤ ਸੰਗੀ ਕਿੱਥੋਂ ਲੱਭਣਗੇ ਫਿਰ? ਮੰਡਲੀ ਕਿੰਨਾ ਦੀ ਹੋਣੀ ਚਾਹੀਦੀ ਹੈ? ਤੇ ਗੁਰੂ ਸਾਹਿਬ ਜੀ ਨੇ ਅਗਲੀ ਪੰਕਤੀ ਵਿੱਚ ਫਿਰ ਬਚਨ ਕੀਤਾ, ਸਤ ਸੰਤੋਖ ਸੰਜਮ ਹੈ ਨਾਲ। ਇਹ ਜਿਹੜੇ ਸਤ ਸੰਤੋਖ ਤੇ ਸੰਜਮ, ਇਹ ਸਾਡੇ ਸੰਗੀ ਹੋਣ। ਅਸੀਂ ਇਹਨਾਂ ਨਾਲ ਵਿਚਰੀਏ, ਇਹਨਾਂ ਨਾਲ ਬੈਠੀਏ। ਮੈਨੂੰ ਨਾ ਕਈ ਵਾਰ ਸਵਾਲ ਕਰਦੇ ਨੇ ਕਈ, ਕਿਉਂਕਿ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਕਿ ਆਪਣੇ 'ਚ ਨਾ ਇੱਕ ਆਮ ਧਾਰਨਾ ਹੈ, ਕਿਸੇ ਨੂੰ ਪੁੱਛੋ ਕਿੱਥੋਂ ਆਏ? ਗੁਰਦੁਆਰਾ ਸਾਹਿਬ ਤੋਂ। ਕੀ ਕਰਕੇ? ਮੱਥਾ ਟੇਕ ਕੇ। ਕਿੱਥੇ ਚੱਲੇ? ਗੁਰਦੁਆਰਾ ਸਾਹਿਬ। ਕੀ ਕਰਨ? ਮੱਥਾ ਟੇਕਣਾ। ਆਪਾਂ ਆਮ ਕਹਿੰਦੇ ਚੱਲ ਆਪਾਂ ਮੱਥਾ ਟੇਕ ਆਈਏ। ਵੀ ਕੀ ਗੁਰਸਿੱਖ ਦਾ ਸੰਬੰਧ ਗੁਰੂ ਨਾਲ ਮੱਥਾ ਟੇਕਣ ਦਾ ਹੈ? ਸਿੱਖ ਗੁਰੂ ਨੂੰ ਮੱਥਾ ਟੇਕਣ ਆਉਂਦਾ ਹੈ ਜਾਂ ਅਸੀਂ ਮੱਥਾ ਟੇਕਣ ਹੀ ਆਉਣਾ ਹੈ? ਨਹੀਂ, ਹੋਣਾ ਇਹ ਚਾਹੀਦਾ ਹੈ ਕਿੱਥੇ ਚੱਲੇ? ਗੁਰਦੁਆਰਾ ਸਾਹਿਬ। ਕੀ ਕਰਨ? ਗੁਰੂ ਦੀ ਸੰਗਤ ਕਰਨ ਚੱਲੇ ਆ। ਇੱਥੇ ਸੰਗਤ ਦੀ ਗੱਲ ਹੈ। ਬਾਣੀ 'ਚ ਸਾਨੂੰ ਗੁਰੂ ਸਾਹਿਬ ਜੀ ਨੇ ਬਚਨ ਵੀ ਕੀਤਾ, ਤਿਤ ਜਾਏ ਬਹੁ ਸਤ ਸੰਗਤੀ। ਸੰਗਤ ਦਾ ਅਰਥ ਕੀ ਹੁੰਦਾ ਹੈ? ਜਿੱਥੇ ਹੋਰ ਵੀ ਨਾਲ ਸਾਡੇ ਹੈ, ਸੰਗੀ ਨੇ। ਤੇ ਸਵਾਲ ਉਹ ਕਈ ਵਾਰ ਕਰਦੇ ਨੇ ਕਈ ਕਿ ਭਾਈ ਸਾਹਿਬ ਮੰਨ ਲਓ ਅਸੀਂ ਗੁਰਦੁਆਰਾ ਸਾਹਿਬ ਗਏ, ਉੱਥੇ ਹੈ ਹੀ ਕੋਈ ਨਹੀਂ, ਫਿਰ ਸੰਗਤ ਕਿਵੇਂ ਹੋਊ? ਮੈਂ ਫਿਰ ਬੇਨਤੀ ਕਰਦਾ ਉਹਨਾਂ ਨੂੰ ਵੀ ਸੰਗਤ ਅਸੀਂ ਵਿਅਕਤੀ ਦੀ ਕਰਨ ਨਹੀਂ ਗਏ ਵੀ 2 4 5 10 ਬੰਦੇ ਨੇ, ਉਹ ਸੰਗਤ ਗੁਰੂ ਦੀ ਕਰਨ ਗਏ ਆ। ਕੁਛ ਵੀ ਨਹੀਂ ਹੈਗਾ। ਭਾਈ ਸਾਹਿਬ ਮੰਨ ਲਓ ਬਾਣੀ ਵੀ ਨਹੀਂ ਪੜ੍ਹ ਰਹੇ, ਕੀਰਤਨ ਵੀ ਨਹੀਂ ਹੋ ਰਿਹਾ, ਕਥਾ ਵੀ ਨਹੀਂ ਹੋ ਰਹੀ। ਨਮਸਕਾਰ ਕੀਤੀ ਗੁਰੂ ਨੂੰ, ਸਨਮੁਖ ਗੁਰੂ ਦੇ ਬੈਠੇ। ਚਲੋ ਹੋਰ ਕੁਛ ਨਹੀਂ ਆਉਂਦਾ ਤੇ ਪਹਿਲੀ ਪੌੜੀ ਹੀ ਮਨ ਨੂੰ ਸੁਣਾ ਦਿਓ। ਮਨ ਸੁਣ। ਗੁਰੂ ਸਾਹਿਬ ਜੀ ਉਸ ਅਕਾਲ ਪੁਰਖ ਦੀ ਗੱਲ ਕਰਦੇ, ਕਹਿੰਦੇ ਇੱਕ ਓੰਕਾਰ, ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸਤਨਾਮ। ਪਹਿਲੀ ਪੌੜੀ ਦੇ ਅਰਥ ਸੁਣਾਓ ਮਨ ਨੂੰ। ਹੋ ਗਈ ਨਾ ਸ਼ਬਦ ਦੀ ਸੰਗਤ, ਗੁਰੂ ਦੀ ਸੰਗਤ। ਤੇ ਜਦੋਂ ਸੰਗਤ ਦੇ ਵਿੱਚ ਨਾਲ ਰਹਿਣਾ ਹੈ, ਉਦੋਂ ਕੀ ਹੈ? ਇਸ ਬਾਣੀ ਵਿੱਚੋਂ ਜਿਹੜੇ ਸਾਨੂੰ ਗੁਣ ਮਿਲਦੇ ਨੇ, ਸਤ ਸੰਤੋਖ ਸੰਜਮ। ਸਤ ਸੰਤੋਖ ਦੇ ਅਰਥ ਤੇ ਆਪਾਂ ਆਉਂਦੇ, ਸੰਜਮ ਦਾ ਅਰਥ ਹੁੰਦਾ ਹੈ ਜਿਹਨੂੰ ਕਹਿ ਲਓ ਕਿ ਇੱਕ ਮਰਿਆਦਾ ਵਿੱਚ ਚੱਲਣਾ, ਇੱਕ ਸਿਸਟਮ ਵਿੱਚ ਚੱਲਣਾ, ਰੋਕ ਕੇ ਰੱਖਣਾ ਗਲਤ ਪਾਸਿਆਂ ਤੋਂ। ਕਈ ਵਾਰ ਕੋਈ ਜ਼ਿਆਦਾ ਬੋਲਦਾ, ਆਪਾਂ ਕਹਿੰਦੇ ਥੋੜ੍ਹਾ ਸੰਜਮ ਰੱਖ। ਅਕਸਰ ਆਪਾਂ ਕਹਿ ਦਿੰਦੇ ਨੇ ਸੰਜਮ ਰੱਖ, ਸੰਜਮ ਨਾਲ ਚੱਲੋ। ਕੋਈ ਜ਼ਿਆਦਾ ਖਾਣ ਵਾਲਾ ਹੋਵੇ ਮੇਰੇ ਵਰਗਾ, ਆਪਾਂ ਕਹਿੰਦੇ ਸੰਜਮ ਨਾਲ ਖਾਇਆ ਕਰ। ਭਾਵ ਇੱਕ ਮਰਿਆਦਾ, ਇੱਕ ਸਿਸਟਮ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਹੁੰਦੀ ਹੈ ਨਾ, ਤੁਸੀਂ ਰਹਿਰਾਸ ਵਿੱਚ ਵੀ ਇਹ ਬਚਨ ਸੁਣੇ ਹੋਣਗੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸਾਹਮਣੇ ਇਹ ਸਵਾਲ ਆਇਆ ਸੀ, ਮਹਾਰਾਜ ਇਹ ਜਿਹੜਾ ਗੁਰਬਾਣੀ ਦਾ ਐਡਾ ਵੱਡਾ ਖਜ਼ਾਨਾ ਤੁਸੀਂ ਇਕੱਤਰ ਕੀਤਾ ਹੈ, ਇਹਦੇ ਵਿੱਚ ਹੈ ਕੀ? ਗੁਰਬਾਣੀ ਰੂਪੀ ਖਜ਼ਾਨੇ 'ਚ ਕੀ ਹੈ? ਸਾਨੂੰ ਤਾਂ ਪਤਾ ਨਹੀਂ ਸਿੱਖ ਵੀ ਕਿਉਂ ਇੰਨੇ ਅਵੇਸਲੇ ਹੋ ਗਏ ਨੇ ਕਿ ਲੋਕਾਂ ਨੇ ਜਿਸ ਪਾਸੇ ਲਾ ਦਿੱਤਾ ਨਾ, ਆਹ ਚੀਜ਼ ਚਾਹੀਦੀ, ਆਹ ਸ਼ਬਦ ਪੜ੍ਹ ਲਓ, ਉਹ ਚਾਹੀਦੀ ਤੇ ਆਹ ਪੜ੍ਹ ਲਓ। ਇੱਥੋਂ ਤੱਕ ਮੇਰਾ ਮਿੱਤਰ ਇੱਕ ਬਹੁਤ ਨਾਮਵਰ ਪ੍ਰਚਾਰਕ ਹੈ, ਤੇ ਅਸੀਂ ਦੋਵੇਂ ਜਾਣੇ ਜਲੰਧਰ ਸੀ। ਭਾਈ ਸਰਬਜੀਤ ਸਿੰਘ ਉਹਦਾ ਨਾਂ ਹੈ, ਤੁਹਾਨੂੰ ਯਾਦ ਆ ਜਾਏਗਾ। ਤੇ ਅਸੀਂ ਦੋਨੋਂ ਜਾਣੇ ਜਲੰਧਰ, ਸਾਨੂੰ ਥੋੜ੍ਹਾ ਜਿਹਾ ਕੰਮ ਸੀ ਕੋਈ, ਤਾਂ ਉੱਥੇ ਕਚਹਿਰੀ ਚਲੇ ਗਏ। ਉਹ ਮੈਨੂੰ ਕਹਿੰਦਾ ਵੀ ਚਲੋ ਆਪਾਂ ਮਾੜਾ ਜਿਹਾ ਕੰਮ, ਇੱਥੇ ਕਿਸੇ ਨੂੰ ਮਿਲਣਾ ਹੈ। ਉੱਥੇ ਇੱਕ ਬੰਦਾ ਮਿਲ ਪਿਆ, ਸੱਜਣ ਮਿੱਤਰ। ਉਹਦੀ ਬੱਚੀ ਦਾ ਕੋਈ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ, ਆਨੰਦ ਕਾਰਜ ਹੋਇਆ ਸੀ, ਤੇ ਭਾਈ ਸਰਬਜੀਤ ਸਿੰਘ ਹੁਣੀ ਗਏ ਸੀ ਉਦੋਂ। ਤੇ ਉਹ ਉੱਥੇ ਵਕੀਲ ਕੋਲ ਬੈਠਾ, ਉਹਦੇ ਨਾਲ ਗੱਲ ਕੀਤੀ ਵੀ ਉਹ ਭਾਈ ਸਰਬਜੀਤ ਸਿੰਘ ਕਹਿੰਦਾ ਵੀ ਇੱਥੇ ਕਿਵੇਂ? ਕਹਿੰਦੇ ਤੁਹਾਨੂੰ ਪਤਾ 6 ਮਹੀਨੇ ਪਹਿਲਾਂ ਆਪਣੀ ਬੱਚੀ ਦਾ ਆਨੰਦ ਕਾਰਜ ਹੋਇਆ, ਤੁਸੀਂ ਆਏ ਸੀ। ਭਾਈ ਸਾਹਿਬ ਕਹਿੰਦੇ ਹਾਂ। ਕਹਿੰਦੇ ਉਹਨਾਂ ਨਾਲ ਨਾ ਆਪਣੀ ਹੁਣ ਨਿਭ ਨਹੀਂ ਰਹੀ, ਤੇ ਉਹ ਪਰੇਸ਼ਾਨ ਬੜਾ ਕਰਦੇ ਸੀ, ਤੇ ਬਸ ਉਸ ਸਿਲਸਿਲੇ 'ਚ ਇੱਥੇ ਆਏ ਆ ਤਲਾਕ ਵਾਸਤੇ ਵਕੀਲ ਦੇ ਕੋਲ।
ਤੇ ਉਹਨਾਂ 'ਤੇ ਕੇਸ ਕਰਨਾ ਹੈ। ਉਹ ਭਾਈ ਸਰਬਜੀਤ ਸਿੰਘ ਕਹਿੰਦਾ ਵੀ ਕਾਹਨੂੰ ਕੇਸਾਂ 'ਚ ਪੈਣਾ ਵਾ, ਪਹਿਲੀ ਗੱਲ ਆਪਸ ਵਿੱਚ ਜਾਂ ਰਿਸ਼ਤੇਦਾਰ ਬਰਪਾ ਵਿੱਚ ਪਾ ਲਓ ਅਤੇ ਬੈਠ ਕੇ, ਜੇ ਨਹੀਂ ਵੀ ਨਿਭਦੀ ਤਾਂ ਵੀ ਬੈਠ ਕੇ ਹੀ ਜਿਹੜਾ ਨਾ ਉਹਦਾ ਫੈਸਲਾ ਕਰ ਲਓ। ਕੋਰਟ ਕਚਹਿਰੀਆਂ 'ਚ ਕਾਹਨੂੰ ਧੱਕੇ ਖਾਣੇ, ਸਿੱਖ ਸੋਹਣੇ ਨਹੀਂ ਲੱਗਦੇ। ਕਹਿੰਦੇ ਨਹੀਂ ਆਪਾਂ ਜਿੱਤੇ ਲਓ, ਪਹਿਲੀ ਤਰੀਕੇ ਜਿੱਤ ਜਾਣਾ। ਕਹਿੰਦੇ ਭੇਟੇ ਕੌਨਫੀਡੈਂਸ ਨਾਲ ਕਹਿ ਰਿਹਾ, ਕਿਵੇਂ? ਕਹਿੰਦੇ ਜੀ ਸਾਡਾ ਜਿਹੜੇ ਬਾਬਾ ਜੀ ਨੂੰ ਅਸੀਂ ਮੰਨਦੇ ਹਾਂ ਉਹਨਾਂ ਨੇ ਸ਼ਬਦ ਦਿੱਤਾ ਹੈ, ਉਸ ਸ਼ਬਦ ਦਾ ਜਾਪ ਕਰਨਾ ਹੈ, ਕੇਸ ਸਾਡੇ ਹੱਕ 'ਚ ਹੋ ਜਾਣਾ। ਉਹਦੀ ਗੱਲ ਸੁਣ ਕੇ ਨਾ ਅਸੀਂ ਚੁੱਪ ਹੋ ਗਏ। ਅਸੀਂ ਆਪਣੀ ਜਿਹੜੀ ਗੱਲਬਾਤ ਸੀ ਵਕੀਲ ਨਾਲ ਕੀਤੀ ਅਤੇ ਉੱਥੋਂ ਅੱਗੇ ਚੱਲ ਪਏ। ਅਤੇ ਜਦੋਂ ਥੋੜ੍ਹੇ ਜਿਹੇ ਅੱਗੇ ਗਏ ਨਾ, ਅਤੇ ਉਹ ਜਿਹੜਾ ਦੂਸਰਾ ਪਰਿਵਾਰ ਸੀ ਲੜਕੇ ਵਾਲਿਆਂ ਦਾ, ਉਹ ਵੀ ਭਾਈ ਸਰਬਜੀਤ ਸਿੰਘ ਨੂੰ ਜਾਣਦੇ ਸੀ। ਅੱਗੋਂ ਉਹਨਾਂ ਦਾ ਬੰਦਾ ਮਿਲ ਪਿਆ, ਉਹ ਮੁੰਡੇ ਦਾ ਪਿਤਾ। ਉਹਨੂੰ ਪੁੱਛਿਆ ਕੀ ਹਾਲ ਚਾਲ, ਉਹਨੇ ਦੱਸਿਆ, ਕਹਿੰਦਾ ਜੀ ਇਸ ਤਰ੍ਹਾਂ ਨਿਭੀ ਨਹੀਂ ਹੈ ਅਤੇ ਮੈਂ ਵੀ ਵਕੀਲ ਨਾਲ ਹੁਣੇ ਗੱਲ ਕਰਕੇ ਆਇਆ। ਉਹਨੂੰ ਵੀ ਕਿਹਾ ਵੀ ਤੁਸੀਂ ਕਾਹਨੂੰ ਕੋਰਟ ਕਚਹਿਰੀਆਂ ਦੇ ਚੱਕਰਾਂ 'ਚ ਪੈਣ ਲੱਗੇ ਹੋ, ਬੈਠ ਕੇ ਗੱਲਬਾਤ ਕਰ ਲਓ, ਸਿਆਣੇ ਸੱਜਣ ਪਾ ਲਓ ਵਿੱਚ। ਕਹਿੰਦੇ ਨਹੀਂ ਜੀ ਬਸ ਆਪਾਂ ਕੇਸ ਪਹਿਲੀ ਤਰੀਕੇ ਜਿੱਤ ਜਾਣਾ। ਅਸੀਂ ਦੋਵੇਂ ਹੈਰਾਨ ਜਿਹੇ ਹੋ ਗਏ ਵੀ ਬੜੇ ਕੌਨਫੀਡੈਂਸ ਨਾਲ ਕਹਿ ਰਿਹਾ। ਅਤੇ ਕਹਿੰਦਾ ਵੀ ਭਾਈ ਸਰਬਜੀਤ ਸਿੰਘ ਕਹਿੰਦਾ ਵੀ ਕਿਵੇਂ ਕਹਿ ਸਕਦੇ ਹੋ ਪਹਿਲੇ ਤਰੀਕੇ ਜਿੱਤ ਜਾਣਾ? ਕਹਿੰਦੇ ਜੀ ਬਾਬਾ ਜੀ ਨੇ ਸ਼ਬਦ ਦਿੱਤਾ, ਸ਼ਬਦ ਦਾ ਜਾਪ ਕਰਨਾ ਹੈ, ਪਹਿਲੀ ਤਰੀਕੇ ਆਪਾਂ ਜਿੱਤ ਜਾਣਾ। ਮੈਂ ਹੌਲੀ ਜੀ ਕਿਹਾ, ਮੈਂ ਸਰਬਜੀਤ ਸਿੰਘ ਨਾਲ ਦੋਵਾਂ ਦਾ ਬਾਬਾ ਵੀ ਇੱਕੋ ਹੀ ਹੋਊ? ਪੁੱਛਿਆ ਤੇ ਬਾਬਾ ਵੀ ਇੱਕੋ ਹੀ। ਅਸੀਂ ਦੋਨੋਂ ਆਪਸ ਵਿੱਚ ਗੱਲਾਂ ਬਾਤਾਂ ਕਰੀਏ ਜੋ ਚਲੇ ਗਏ ਉੱਥੋਂ। ਵੀ ਹੁਣ ਸਮਝ ਨਹੀਂ ਆਉਂਦੀ ਵੀ ਬਾਬੇ ਨੇ ਦੋਵਾਂ ਨੂੰ ਇੱਕੋ ਹੀ ਸ਼ਬਦ ਦਿੱਤਾ, ਅਤੇ ਹਾਰਨਾ ਤਾਂ ਇੱਕ ਨੇ ਹੈ ਹੀ ਹੈ ਅਤੇ ਇੱਕ ਨੇ ਜਿੱਤਣਾ ਵਾ, ਵੀ ਖੇਡ ਕੀ ਬਣੂ? ਇਸੇ ਤਰ੍ਹਾਂ ਤਕਰੀਬਨ ਸਾਲ ਸਵਾ ਸਾਲ ਲੰਘ ਗਿਆ ਅਤੇ ਉਹ ਲੜਕੀ ਦਾ ਪਿਤਾ ਮਿਲ ਪਿਆ ਕੁਦਰਤੀ। ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਵੀ ਤੁਹਾਡਾ ਕੇਸ ਸੀ, ਕੀ ਬਣਿਆ? ਕਹਿੰਦੇ ਜੀ ਆਪਾਂ ਕੇਸ ਹਾਰ ਗਏ ਹਾਂ। ਮੈਂ ਕਿਹਾ ਵੀ ਕੀ ਗੱਲ, ਤੁਸੀਂ ਤਾਂ ਬੜੇ ਕੌਨਫੀਡੈਂਸ ਨਾਲ ਕਹਿੰਦੇ ਤਾਂ ਵੀ ਬਾਬਾ ਜੀ ਨੇ ਸ਼ਬਦ ਦਿੱਤਾ ਹੈ ਜਿੱਤ ਜਾਣਾ ਹੈ ਆਪਾਂ, ਅਤੇ ਹਾਰ ਕਿਵੇਂ ਗਏ? ਕਿਉਂਕਿ ਹੁਣ ਸੁਭਾਵਿਕ ਹੈ ਜੇ ਆਪਾਂ ਕਿਸੇ ਦੇ ਉੱਤੇ ਕੋਈ ਹੋਰ ਨਾਲ ਜੋੜ ਕੇ ਇਲਜ਼ਾਮ ਲਾਵਾਂਗੇ, ਜੀ ਆਹ ਵੀ ਕਰਦੇ ਸੀ, ਆਹ ਵੀ ਸਾਡੀ ਬੇਟੀ ਨੂੰ ਕਹਿੰਦੇ ਸੀ, ਇੰਝ ਵੀ ਕਹਿੰਦੇ ਸੀ, ਇੰਝ ਵੀ ਕਹਿੰਦੇ ਸੀ, ਅਤੇ ਉਹ ਜਦੋਂ ਇਨਕੁਆਇਰੀਆਂ ਹੋਣੀਆਂ ਉਹ ਤਾਂ ਝੂਠੇ ਹੀ ਸਾਬਤ ਹੋਣੇ ਆ ਨਾ। ਮੈਂ ਕਿਹਾ ਵੀ ਕੀ ਗੱਲ ਹੋਈ? ਵੀ ਸ਼ਬਦ ਸੀ ਤੁਹਾਡੇ ਕੋਲ ਅਤੇ ਤੁਸੀਂ ਤਾਂ ਸ਼ਬਦ ਦਾ ਕਹਿੰਦੇ ਜਾਪ ਕਰਨਾ। ਕਹਿੰਦੇ ਜੀ ਬਾਬਾ ਜੀ ਨੇ ਸ਼ਬਦ ਤੇ ਦਿੱਤਾ ਸੀ, ਬਾਬਾ ਜੀ ਬੜੇ ਕਰਨੀ ਵਾਲੇ ਆ, ਪਰ ਹੁਣ ਬਾਣੀ ਵਿੱਚ ਪਹਿਲਾਂ ਵਾਲੀ ਸ਼ਕਤੀ ਨਹੀਂ ਰਹਿ ਗਈ। ਆਹ ਹਾਲਤ ਗੁਰਬਾਣੀ ਨੂੰ ਕਿਹੜੇ ਰੂਪ ਵਿੱਚ ਹੀ ਵਰਤਣ ਲੱਗ ਪਏ। ਗੁਰਬਾਣੀ ਵਿੱਚ ਇਹ ਚੀਜ਼ਾਂ, ਉਹ ਜਿੱਤ ਜੇ ਤੇ ਉਹ ਹਾਰ ਜੇ, ਜਾਂ ਝੂਠ ਦਾ ਸਾਥ ਦੇਵੇ ਗੁਰਬਾਣੀ, ਕਦੇ ਨਹੀਂ। ਮੈਨੂੰ ਕਈ ਵਾਰ ਬੜਾ ਦੁੱਖ ਹੁੰਦਾ, ਕਈ ਦੱਸਣਗੇ ਨਾ ਉਹ ਜੀ ਫਲਾਣਾ ਬੰਦਾ ਸੀ, ਉਹਨੇ ਕਤਲ ਕੀਤਾ ਸੀ ਅਤੇ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਸੀ, ਬਾਬਾ ਜੀ ਨੇ ਫਿਰ ਅਰਦਾਸ ਕੀਤੀ ਅਤੇ ਬਾਬਾ ਜੀ ਨੇ ਸ਼ਬਦ ਦਿੱਤਾ ਉਹਦੀ ਫਾਂਸੀ ਦੀ ਸਜ਼ਾ, ਕਿ ਉਹ ਕੇਸ ਹੀ ਜਿੱਤ ਗਿਆ। ਮੈਂ ਕਾਹਦਾ ਬਾਬਾ ਜਿਹੜਾ ਝੂਠੇ ਨੂੰ ਜਿਤਾ ਰਿਹਾ? ਫਿਰ ਦੱਸ ਵੀ ਰਿਹਾ ਕਿ ਉਹਨੇ ਕਤਲ ਕੀਤਾ ਅਤੇ ਬਾਬਾ ਫਿਰ ਵੀ ਉਹਨੂੰ ਕਹਿ ਰਿਹਾ ਜਿੱਤ ਲਈ। ਗੁਰਬਾਣੀ ਝੂਠੇ ਦਾ ਸਾਥ ਦਊ ਜੀ? ਗੁਰਬਾਣੀ ਤੇ ਆਪ ਕਹਿੰਦੀ ਹੈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਸੱਚ ਰਹਿਣਾ ਹੈ, ਸੱਚ ਦੀ ਜੈ ਜੈਕਾਰ ਹੈ। ਗੁਰਬਾਣੀ ਵਿੱਚ ਹੈ ਕੀ? ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜਿਹੜਾ ਸਮਾਪਤੀ ਦਾ ਸ਼ਬਦ ਸੀ ਨਾ, ਉਹਦੇ ਵਿੱਚ ਦੱਸਿਆ ਫਿਰ ਵੀ ਗੁਰੂ ਗ੍ਰੰਥ ਸਾਹਿਬ ਰੂਪੀ ਬਾਣੀ ਵਿੱਚ ਕੀ ਹੈ। ਜਿਹੜਾ ਆਪਾਂ ਭਜਨ ਪੜ੍ਹਿਆ, ਸਤ ਸੰਤੋਖ ਸੰਜਮ ਹੈ ਨਾਲ। ਰਹਿਰਾਸ ਸਾਹਿਬ ਵਿੱਚ ਵੀ ਤੁਸੀਂ ਪੜ੍ਹਦੇ ਹੋ, ਕਰੋ ਸੁਰਤ ਵਿੱਚ ਯਾਦ। ਮੁੰਦਾਵਣੀ ਮਹਿਲਾ ਪੰਜਵਾਂ, ਥਾਲ ਵਿੱਚ 3 ਵਸਤੂ ਪਈ, 3 ਦੇ ਉੱਤੇ ਟਿੱਪੀ ਜੇ। ਹੁਣ ਜੋ ਪੜ੍ਹੋਗੇ ਨਾ ਗੌਰ ਨਾਲ ਵੇਖਿਓ, ਉੱਤੇ ਟਿੱਪੀ ਹੈ, ਉਹਦਾ ਮਤਲਬ ਹੋ ਗਿਆ 1 2 3। ਜੇ ਟਿੱਪੀ ਨਾ ਹੁੰਦੀ ਫਿਰ ਹੋਣਾ ਹੈ 3। 3 ਦਾ ਮਤਲਬ ਹੁੰਦਾ ਵੀ ਉਹਨੇ 3 ਆ, ਉੱਤੇ ਟਿੱਪੀ ਹੈ। ਥਾਲ ਵਿੱਚ, ਇਸ ਗੁਰਬਾਣੀ ਰੂਪੀ ਥਾਲ ਵਿੱਚ, ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ 3 ਵਸਤੂ ਪਈਓ। 3 ਵਸਤੂਆਂ ਨੇ, ਕਿਹੜੀਆਂ? ਸਤ, ਸੰਤੋਖ, ਵਿਚਾਰੋ। ਇਹਦੇ ਵਿੱਚ ਸੱਚ ਹੈ, ਝੂਠ ਨੂੰ ਕੋਈ ਥਾਂ ਨਹੀਂ। ਇਹਦੇ ਵਿੱਚ ਸੰਤੋਖ ਹੈ, ਸਿਦਕ ਹੈ, ਤ੍ਰਿਸ਼ਨਾ ਨੂੰ ਕੋਈ ਥਾਂ ਨਹੀਂ। ਅਸੀਂ ਤੇ ਬਾਣੀ ਇਸ ਲਈ ਪੜ੍ਹਦੇ ਸਾਡੀ ਤ੍ਰਿਸ਼ਨਾ ਪੂਰੀ ਹੋਵੇ। ਗੁਰੂ ਸਾਹਿਬ ਕਹਿੰਦੇ ਇਹਦੇ ਵਿੱਚ ਸੰਤੋਖ ਹੈ, ਸਿਦਕ ਹੈ, ਸਬਰ ਹੈ। ਕਿੰਨਾ ਵੇਖ ਲਓ ਵੀ ਫਰਕ ਨਹੀਂ ਸਾਡੀ ਸੋਚ ਵਿੱਚ
ਤੇ ਗੁਰੂ ਬਾਬੇ ਦੀ ਬਾਣੀ ਵਿੱਚ ਵਿਚਾਰੋ ਗਿਆਨ, ਆਤਮਿਕ ਜੀਵਨ ਦੀ ਸੋਝੀ। ਅਗਿਆਨਤਾ ਨਹੀਂ, ਅਗਿਆਨਤਾ ਨੂੰ ਤੇ ਥਾਂ ਹੀ ਕੋਈ ਨਹੀਂ। ਗੁਰਬਾਣੀ ਵਿੱਚ ਬਚਨ ਹੈ, ਅਗਿਆਨ ਅੰਧੇਰਾ ਸੂਝਸ ਨਾਹੀ, ਬਹੁੜ ਬਹੁੜ ਪਰਮਾਤਾ। ਗੁਰੂ ਦਾ ਅਰਥ ਹੀ ਹੈ ਪ੍ਰਕਾਸ਼ ਕਰਨਾ। ਗੁਰਪੂਰਾ ਭੇਟਿਓ ਵਡ ਭਾਗੀ, ਮਨਹਿ ਭਇਆ ਪ੍ਰਗਾਸਾ। ਅੰਧੇਰੇ ਨੂੰ ਖਤਮ ਕਰਨਾ। ਨਾਲ ਇੱਕ ਬਚਨ ਹੋਰ ਕਿਹਾ, ਜੋ ਪੜ੍ਹਦੇ ਆ ਨਾ, ਕਰੋ ਰਸਨਾ ਸਾਂਝੀ ਸਾਰੇ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ। ਅੱਗੇ ਕੀ ਕਿਹਾ ਜੀ? ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਇਹਨਾਂ ਤਿੰਨਾਂ ਵਿੱਚ ਇਹ ਸੱਚ ਜਿਹੜਾ ਨਫ਼ਰਤ ਨਹੀਂ ਕਰਾਉਂਦਾ, ਇਹ ਤੋੜਦਾ ਨਹੀਂ ਹੈ। ਇਹ ਸੰਤੋਖ ਕਿਸੇ ਨੂੰ ਭੁੱਖਿਆ ਨਹੀਂ ਮਾਰਦਾ, ਭੁੱਖਿਆ ਨਹੀਂ ਮਰਨ ਦਿੰਦਾ। ਇਹ ਆਤਮਿਕ ਜੀਵਨ ਦੀ ਸੋਝੀ ਗਿਆਨ ਜਿਹੜਾ ਹੈ, ਇਹ ਨਹੀਂ ਕਿ ਬਸ ਤੁਸੀਂ ਹੁਣ ਬਹਿਸ ਵਸਾਈਆਂ ਵਿੱਚ ਹੀ ਪੈ ਜਾਓ ਤੇ ਦੂਜੇ ਨੂੰ ਨੀਵਾਂ ਦਿਖਾਉਣਾ ਹੈ। ਨਹੀਂ, ਇਹਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਹੈ। ਇਹ ਸੱਚ ਵੀ ਜ਼ਿੰਦਗੀ ਦਿੰਦਾ। ਅੰਮ੍ਰਿਤ ਦਾ ਅਰਥ ਕੀ ਹੁੰਦਾ ਹੈ? ਜ਼ਿੰਦਗੀ ਦੇਣੀ, ਅਮਰ ਕਰਨਾ। ਇਹ ਸੱਚ ਜਿਹੜਾ ਗੁਰਬਾਣੀ ਦੇ ਵਿੱਚੋਂ ਸਾਨੂੰ ਸੱਚ ਮਿਲਦਾ ਹੈ, ਇਹ ਜ਼ਿੰਦਗੀ ਦਿੰਦਾ ਹੈ। ਗੁਰਬਾਣੀ ਵਿੱਚੋਂ ਜਿਹੜਾ ਸੰਤੋਖ ਮਿਲਦਾ ਹੈ, ਇਹ ਜ਼ਿੰਦਗੀ ਦਿੰਦਾ ਹੈ। ਗੁਰਬਾਣੀ ਵਿੱਚੋਂ ਜਿਹੜਾ ਗਿਆਨ ਮਿਲਦਾ ਹੈ, ਇਹ ਜ਼ਿੰਦਗੀ ਬਖਸ਼ਿਸ਼ ਕਰਦਾ ਹੈ। ਇਹਨਾਂ ਦੇ ਵਿੱਚ ਅੰਮ੍ਰਿਤ ਹੈ। ਇਸ ਸੱਚ ਵਿੱਚ ਵੀ ਅੰਮ੍ਰਿਤ ਹੈ। ਇਹ ਸੱਚ ਭਲਾ ਕਰਦਾ ਹੈ। ਇਹ ਸੱਚ ਤਪਦੇ ਹੋਏ ਹਿਰਦਿਆਂ ਨੂੰ, ਸੜਦੇ ਹੋਏ ਹਿਰਦਿਆਂ ਨੂੰ ਠੰਡਾ ਠਾਰ ਕਰਦਾ ਹੈ, ਕਿਉਂਕਿ ਅੰਮ੍ਰਿਤ ਦਾ ਅਰਥ ਹੈ ਠੰਡਾ ਕਰਨਾ। ਇਸ ਸੱਚ ਵਿੱਚ ਕੁੜੱਤਣ ਨਹੀਂ ਹੈ, ਕਿਉਂਕਿ ਅੰਮ੍ਰਿਤ ਮਿੱਠਾ ਹੁੰਦਾ ਹੈ। ਇਸ ਸੱਚ ਵਿੱਚ ਮਿਠਾਸ ਹੈ। ਇਹ ਸੰਤੋਖ ਇਹ ਨਹੀਂ ਹੈ ਕਿ ਭੁੱਖੇ ਮਰੋ, ਨਾ। ਇਹ ਸੰਤੋਖ ਕਹਿੰਦਾ ਹਾਂ, ਆਪਣੀਆਂ ਲੋੜਾਂ ਪੂਰੀਆਂ ਕਰੋ, ਕਿਸੇ ਦੇ ਅੱਗੇ ਹੱਥ ਨਾ ਮੰਗਣਾ ਪਵੇ, ਤੇ ਜੇ ਕਿਤੇ ਕੋਈ ਭੁੱਖਾ ਵੀ ਹੈ, ਉਹਦੀ ਲੋੜ ਵੀ ਪੂਰੀ ਕਰੋ। ਇਹ ਗਿਆਨ ਕਹਿੰਦਾ ਕਿ ਤੈਨੂੰ ਸਮਝ ਆ ਗਈ, ਇਹ ਨਹੀਂ ਵੀ ਤੂੰ ਦੂਜਿਆਂ ਨੂੰ ਨੀਵਾਂ ਦਿਖਾਵੇਂ। ਇਹ ਗਿਆਨ ਕਹਿੰਦਾ ਜਿਹਨੂੰ ਨਹੀਂ ਸਮਝ, ਤੂੰ ਉਹਨੂੰ ਸਮਝਾ ਦੇ। ਫਿਰ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਆ ਨਾ ਵੀ ਜਿਸ ਤਰ੍ਹਾਂ 7 ਸੋਨੇ ਦੇ ਮਹਿਲ ਉਸਾਰ ਕੇ ਦਾਨ ਕਰਦੇ ਤੇ ਕਿਸੇ ਗੁਰਸਿੱਖ ਨੂੰ ਇੱਕ ਸ਼ਬਦ ਸਮਝਾਉਣ ਦਾ ਇੱਕ ਸਮਾਨ ਮਹਾਤਮ ਹੈ। ਭਾਵ ਕੀ ਹੈ? ਇੱਕ ਬਚਨ ਆਉਂਦਾ ਹੈ 12 ਮਾਹ ਦੇ ਵਿੱਚ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਅੱਗੇ ਕੀ ਬਚਨ ਆਉਂਦਾ ਹੈ? ਹਰ ਕਾ ਨਾਮ ਧਿਆਏ ਸੁਣ, ਤੇ ਫਿਰ ਕੀ ਕਰ? ਸਭਨਾਂ ਨੂੰ ਕਰਦਾ। ਜੋ ਤੂੰ ਸੁਣਿਆ ਹੈ ਜਾਂ ਧਿਆਇਆ ਹੈ, ਉਹ ਦੂਜਿਆਂ ਵਿੱਚ ਵੀ ਵੰਡ। ਆ ਕੀਰਤਨ ਦਾ ਅਰਥ ਕੀ ਹੈ? ਆ ਭੈਣਾਂ ਕੀਰਤਨ ਕਰਕੇ ਗਈਆਂ, ਇਹਨਾਂ ਦਾ ਭਾਵ ਕੀ ਹੈ? ਕਿ ਜੋ ਕੁਛ ਇਹਨਾਂ ਨੇ ਪੜ੍ਹਿਆ ਹੈ, ਉਹ ਦਾਨ ਕੀਤਾ, ਸਾਰਿਆਂ 'ਚ ਵੰਡਿਆ ਹੈ। ਇਹਨਾਂ ਨੇ ਪੜ੍ਹਿਆ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ, ਤੂੰ ਵੰਡਿਆ ਹੈ। ਗੁਣਾਂ ਦਾ ਦਾਨ ਕਰਨਾ। ਗੁਰੂ ਬਖਸ਼ਿਸ਼ ਕਰਿਆ, ਨੁਕਤਾ ਸਾਡੀ ਸਮਝ ਆ ਜਾਏ। ਗੁਣਾਂ ਦਾ, ਗੁਰਸਿੱਖ ਗੁਰੂ ਕੋਲ ਦਾਨ ਰੂਪੀ ਗੁਣ ਹੀ ਤੇ ਲੈਣ ਆਉਂਦੇ ਆ, ਰੱਬੀ ਨਾਮ ਲੈਣ ਆਉਂਦੇ। ਆਓ ਗੁਰੂ ਜੀ ਨੂੰ ਪੁੱਛ ਲੈ। ਗੁਰੂ ਜੀ ਕਹਿੰਦੇ ਮੰਗੋ ਦਾਨ। ਮੈਂ ਦਾਨ ਮੰਗਦਾ ਰੱਬ ਕੋਲੋਂ। ਕਿਹੜਾ? ਮੰਗੋ ਦਾਨ ਠਾਕੁਰ ਨਾਮ। ਮਾਲਕ ਪਰਮਾਤਮਾ ਦੇ ਨਾਮ ਦਾ ਦਾਨ ਮੰਗਦਾ। ਆਪਾਂ ਅਰਦਾਸ 'ਚ ਨਹੀਂ ਕਹਿੰਦੇ ਨਾਮ ਦੀ ਦਾਤ, ਨਾਮ ਦਾ ਦਾਨ ਮੰਗਣਾ। ਗੁਰੂ ਬਖਸ਼ਿਸ਼ ਕਰੇ ਕਿਤੇ ਆ ਖੂਬਸੂਰਤ ਨੁਕਤੇ ਸਾਡੀ ਸਮਝ ਆ ਜਾ। ਜੇ ਗਿਆਨ, ਜੇ ਵਿਚਾਰ ਹੈ, ਉਹਦੇ ਵਿੱਚ ਵੀ ਅੰਮ੍ਰਿਤ ਹੈ ਕਿ ਉਹ ਦੂਜਿਆਂ ਦਾ ਵੀ ਭਲਾ ਕਰਦੀ, ਦੂਜਿਆਂ ਨੂੰ ਵੀ ਜਗਾਉਂਦਾ ਹੈ ਗਿਆਨ। ਉਹ ਦੂਜਿਆਂ ਨੂੰ ਵੀ ਕੁਰਾਹੇ ਜਾਣ ਤੋਂ ਰੋਕਦਾ ਹੈ ਗਿਆਨ, ਦੂਜਿਆਂ ਨੂੰ ਵੀ ਸੱਚ ਦੇ ਮਾਰਗ ਤੇ ਤੋਰਦਾ ਹੈ, ਸਿੱਧੇ ਰਸਤੇ ਪਾਉਂਦਾ ਹੈ। ਆਪ ਜਪੈ ਅਵਰਹ ਨਾਮ ਜਪਾਵੈ। ਇਹੀ ਤੇ ਗੁਰਸਿੱਖ ਦੀ ਕਰਨੀ ਹੈ। ਗੁਰੂ ਬਖਸ਼ਿਸ਼ ਕਰੇ। ਗੁਰੂ ਜੀ ਬਖਸ਼ਿਸ਼ ਕਰਦੇ ਨੇ। ਹਜ਼ੂਰ ਜੀ ਕਹਿੰਦੇ ਨੇ ਮਨ, ਵਾਹਿਗੁਰੂ ਸਤ ਸੰਤੋਖ ਸੰਜਮ ਹੈ ਨਾਲ। ਇਹ ਸਾਡੇ ਸਾਥੀ,
ਇਹ ਸਾਡੇ ਜੀਵਨ ਦੇ ਮਨ ਦੇ ਸਾਡੇ ਦੇ ਸੰਗੀ। ਤੇ ਕੀ ਕਰਦੇ ਨੇ ਫਿਰ ਸਾਰੇ? ਨਾਨਕ ਗੁਰਮੁਖ ਨਾਮ ਸੰਭਾਲ। ਇਹ ਨਾਨਕ ਗੁਰੂ ਦੇ ਨਾਲ ਜੁੜ ਕੇ, ਗੁਰੂ ਦੇ ਸਨਮੁਖ ਰਹਿ ਕੇ ਵਾਹਿਗੁਰੂ ਪਰਮਾਤਮਾ ਦੇ ਰੱਬੀ ਨਾਮ ਨੂੰ ਸੰਭਾਲਦੇ ਨੇ। ਨਾਮ ਰੂਪੀ ਧਨ ਇਕੱਤਰ ਕਰਦੇ ਨੇ ਜੀਵਨ ਵਿੱਚ। ਮਨ ਦੇ ਨਾਲ ਨਿਭਣ ਵਾਲਾ ਨਾਮ ਹੈ। ਆਓ ਗੁਰੂ ਜੀ ਨੂੰ ਪੁੱਛ ਲੈਂਦੇ ਹਾਂ। ਸਾਡੇ ਸਾਰਿਆਂ ਦੀ ਕੋਸ਼ਿਸ਼ ਇਹੀ ਹੈ ਕਿਤੇ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਈਏ। ਇਹ ਕੋਸ਼ਿਸ਼ ਹੈ ਨਾ, ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਜੀਵਨ ਪ੍ਰਵਾਨ ਹੋ ਜਾਏ। ਗੁਰੂ ਜੀ ਕਹਿੰਦੇ ਨਾਮ ਬਿਨਾ ਦਰ ਢੋਈ ਨਾਹੀਂ। ਫਿਰ ਦੁਹਰਾਵਾਂ, ਨਾਮ ਬਿਨਾ ਦਰ ਢੋਈ ਨਾਹੀਂ, ਝੂਠਾ ਆਵਣ ਜਾਣ। ਪਰਮਾਤਮਾ ਦੇ ਨਾਮ ਤੋਂ ਬਗੈਰ ਪਰਮਾਤਮਾ ਦੀ ਨਜ਼ਰ ਵਿੱਚ ਕੋਈ ਢੋਈ ਨਹੀਂ। ਨਾਮ ਬਿਨਾ ਨਾ ਜੀਵਿਆ ਜਾਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਗੁਰੂ ਕਿਰਪਾ ਕਰੇ ਇਹ ਖੂਬਸੂਰਤ ਨੁਕਤੇ ਸਾਡੀ ਸਮਝ ਆ ਜਾਣ। ਹੁਣ ਅਗਲੀ ਪੌੜੀ। ਫਿਰ ਸਵਾਲ ਕਰਦੇ ਨੇ ਸਿੱਧ ਗੁਰੂ ਸਾਹਿਬ ਜੀ ਨੂੰ। ਉਹ ਕਹਿੰਦੇ ਨੇ ਭੇਖ ਦੀ ਗੱਲ ਹੋ ਗਈ, ਤੁਸੀਂ ਜੀਵਨ ਦੀ ਗੱਲ ਕੀਤੀ, ਚਲੋ ਜੀਵਨ ਵਾਲੇ ਪਾਸੇ ਗੱਲ, ਸਾਡੇ ਸਵਾਲ ਨੇ। ਉਹ ਕਹਿੰਦੇ ਨੇ ਗੁਰੂ ਸਾਹਿਬ ਜੀ ਨੂੰ, ਕਵਣ ਸੋ ਗੁਪਤਾ। ਗੁਪਤ ਕੌਣ ਹੈ? ਕੌਣ ਹੈ ਜਿਹੜਾ ਲੁਕਿਆ ਹੋਇਆ ਹੈ? ਕਵਣ ਸੋ ਮੁਕਤਾ। ਤੇ ਮੁਕਤ ਕੌਣ ਹੈ? ਮੁਕਤ ਦਾ ਅਰਥ ਹੁੰਦਾ ਛੁੱਟਿਆ ਹੋਇਆ, ਕਿਸੇ ਬੰਧਨ ਵਿੱਚ ਜਿਹੜਾ ਨਾ ਬੱਝਾ ਹੋਵੇ। ਕਵਣ ਸੋ ਅੰਤਰ ਬਾਹਰ ਜੁਗਤਾ। ਜੁਗਤ ਕਹਿੰਦੇ ਨੇ ਵਿਧੀ, ਮਰਿਆਦਾ, ਸਿਸਟਮ ਕਹਿ ਲਓ। ਅੰਦਰ ਤੇ ਬਾਹਰ ਦੀ ਮਰਿਆਦਾ ਇੱਕ ਹੋਵੇ। ਇਹ ਬੜਾ ਖੂਬਸੂਰਤ ਪ੍ਰਕਰਨ ਜੇ ਕਿਤੇ, ਕਿਉਂਕਿ ਅਸਲ ਵਿੱਚ ਗੁਰਬਾਣੀ ਨਾ ਬੜਾ ਵਿਸਥਾਰ ਚਾਹੁੰਦੀ ਹੈ। ਮੈਂ ਜਿੰਨਾ ਕੁ ਮਹਿਸੂਸ ਕਰਦਾ, ਮੈਂ ਕਈ ਵਾਰ ਜੋ ਸ਼ਬਦ ਨੂੰ ਵਾਚਦਾ ਨਾ, ਤੇ ਮੈਂ ਵੀ ਮਹਿਸੂਸ ਕਰਦਾ ਕਿ ਨਹੀਂ, ਗੁਰਬਾਣੀ ਅਜੇ ਹੋਰ ਗਹਿਰਾਈ ਵਿੱਚ ਜਾ ਰਹੀ ਹੈ, ਹੋਰ ਚੀਜ਼ ਲੈ ਕੇ ਜਾ ਰਹੀ ਹੈ ਸਾਨੂੰ। ਦੋ ਤਰ੍ਹਾਂ ਦੀ ਮਰਿਆਦਾ ਹੈ, ਇੱਕ ਬਾਹਰੀ, ਇੱਕ ਸਾਡੀ ਅੰਦਰ ਦੀ। ਹੁਣ ਅੰਦਰ ਦੀ ਮਰਿਆਦਾ ਦਾ ਸੰਬੰਧ ਕਿਹਦੇ ਨਾਲ ਹੈ? ਉਹਦਾ ਸੰਬੰਧ ਸਾਡੇ ਮਨ ਨਾਲ ਹੈ। ਕਈ ਵਾਰ ਸਾਡਾ ਤਨ ਗੁਨਾਹ ਨਹੀਂ ਕਰ ਰਿਹਾ ਹੁੰਦਾ, ਪਰ ਮਨ ਗੁਨਾਹ ਕਰ ਰਿਹਾ ਹੁੰਦਾ ਹੈ। ਅੱਖਾਂ ਨੇ ਕੁਛ ਦੇਖਿਆ ਚੰਗਾ, ਚਾਹੇ ਚੰਗੀ ਕਾਇਆ ਦੇਖੀ, ਚੰਗਾ ਸਰੀਰ ਦੇਖਿਆ, ਐਗਜ਼ਾਮਪਲ ਦੇ ਮੈਂ ਤੌਰ ਤੇ ਲੱਗਾ ਵਰਤਣ, ਪਰ ਸਰੀਰ ਨੇ ਗੁਨਾਹ ਨਹੀਂ ਕੀਤਾ, ਪਰ ਮਨ ਵਿੱਚ ਖਿਆਲ ਗਲਤ ਆ ਗਿਆ, ਮਨ ਨੇ ਗੁਨਾਹ ਕੀਤਾ। ਮਨ ਵੀ ਮਰਿਆਦਾ ਚਾਹੀਦਾ ਹੈ। ਹੁਣ ਬਾਹਰੀ ਸਰੀਰ ਦੀ ਮਰਿਆਦਾ ਤੇ ਸਾਰੇ ਹੀ ਦੇਖ ਲੈਣਗੇ, ਅੰਦਰ ਕੀ, ਅੰਦਰ ਦੀ ਮਰਿਆਦਾ ਜਿਹੜੀ ਹੈ ਉਹ ਸਾਡੇ ਆਪਾਂ ਨੂੰ ਨਹੀਂ ਪਤਾ ਹੁੰਦਾ। ਆਪਾਂ ਅਕਸਰ ਕਹਿੰਦੇ ਹਾਂ ਕਿਸੇ ਦੇ ਅੰਦਰ ਵੜ ਕੇ ਥੋੜ੍ਹੀ ਦੇਖਿਆ ਉਹਦੇ ਅੰਦਰ ਕੀ ਚੱਲ ਰਿਹਾ, ਹੋਰ ਸੌਖਾ ਕਰ ਲਈਏ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਕਿਹਾ ਗਿਆ ਚਲੋ ਤੁਹਾਡੇ ਲਈ ਸਾਰੇ ਸਾਂਝੇ ਨੇ, ਤੁਸੀਂ ਕਿਸੇ ਇੱਕ ਧਰਮ ਜਾਂ ਇੱਕ ਫਿਰਕੇ ਦੀ ਗੱਲ ਨਹੀਂ ਕਰਦੇ, ਅਸੀਂ ਵੀ ਰੱਬ ਦੀ ਨਮਾਜ਼ ਅਦਾ ਕਰਦੇ, ਸਾਡੇ ਨਾਲ ਤੁਸੀਂ ਵੀ ਰੱਬ ਦੀ ਨਮਾਜ਼ ਅਦਾ ਕਰੋ। ਉਹ ਸਾਰੀ ਸਾਖੀ ਆਪਾਂ ਬੜੇ ਖੁਸ਼ ਹੋ ਕੇ ਸੁਣਦੇ ਹਾਂ। ਗੁਰੂ ਸਾਹਿਬ ਜੀ ਨੇ ਪੋਲ ਖੋਲ੍ਹੇ ਉਹਨਾਂ ਦੇ, ਕਾਜੀ ਨੂੰ ਕਿਹਾ ਤੂੰ ਤੇ ਘਰ ਦੇ ਵਿੱਚ ਗਿਆ ਹੋਇਆ ਸੀ ਕਿ ਵਿਸ਼ੇਰੀ ਕਿਤੇ ਖੂਹ 'ਚ ਨਾ ਡਿੱਗ ਪਏ, ਤੇ ਨਵਾਬ ਨੂੰ ਕਿਹਾ ਤੂੰ ਤੇ ਕਾਬਲ 'ਚ ਘੋੜੇ ਖਰੀਦਣ ਗਿਆ ਹੋਇਆ ਸੀ। ਤੇ ਨਾਲ ਇਹ ਵੀ ਆਪਾਂ ਫਿਰ ਪੜ੍ਹਦੇ ਸੁਣਦੇ ਵੀ ਹਾਂ ਉਹਨਾਂ ਕਿਹਾ ਵੀ ਵਾਕਈ ਸੱਚੀ ਗੱਲ ਹੈ। ਇਹੀ ਤੇ ਹੈ ਅੰਦਰ ਤੇ ਬਾਹਰ ਦੀ ਮਰਿਆਦਾ। ਬਾਹਰ ਮਸਜਿਦ ਵਿੱਚ ਹੈ ਤਨ ਨਮਾਜ਼ ਅਦਾ ਕਰ ਰਿਹਾ, ਜ਼ਬਾਨ ਉਸ ਖੁਦਾ ਦੀ ਇਬਾਦਤ ਦੇ ਬੋਲ ਰਹੀ ਹੈ, ਪਰ ਮਨ ਉਸ ਖੁਦਾ ਦੀ ਇਬਾਦਤ ਵਿੱਚ ਨਹੀਂ ਹੈ, ਉਹ ਕਿਤੇ ਹੋਰ ਭਟਕ ਰਿਹਾ। ਦੋਵਾਂ ਦੀ ਮਰਿਆਦਾ ਇੱਕੋ ਨਹੀਂ, ਅੰਦਰ ਬਾਹਰ ਦੀ ਮਰਿਆਦਾ ਇੱਕੋ ਨਹੀਂ। ਮਨ ਵਿੱਚ ਸ਼ਬਦ ਹੈ ਤੇ ਕਰਨੀ ਵਿੱਚ ਵੀ ਸ਼ਬਦ ਹੋਵੇ। ਮਨ ਵਿੱਚ ਗੁਰਬਾਣੀ ਹੈ ਤੇ ਸਾਡੀ ਕਰਨੀ ਵਿੱਚ ਗੁਰਬਾਣੀ ਦਾ ਗਿਆਨ ਹੋਵੇ।
ਮਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਵਿਚਾਰ ਰਹੇ ਹਾਂ ਤੇ ਕਰਨੀ ਵਿੱਚ ਕਰਮ ਉਹਦੇ ਮੁਤਾਬਕ ਹੋਣ। ਤੱਕਣੀ 'ਚ ਅੱਖਾਂ ਦੀ ਤੱਕਣੀ ਉਹਦੇ ਮੁਤਾਬਕ ਹੋਵੇ, ਕੰਨਾਂ ਦਾ ਸਰੋਤ ਉਹਦੇ ਮੁਤਾਬਕ ਹੋਵੇ, ਜ਼ਬਾਨ ਦੇ ਬੋਲ ਉਹਦੇ ਮੁਤਾਬਕ ਹੋਣ, ਸਾਡੇ ਹੱਥਾਂ ਦੀ ਕਰਨੀ ਉਹਦੇ ਮੁਤਾਬਕ ਹੋਵੇ। ਇਹਨੂੰ ਕਹਾਂਗੇ ਅੰਦਰ ਬਾਹਰ ਦੀ ਮਰਿਆਦਾ ਇੱਕ ਹੈ। ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ। ਉਹ ਪੁੱਛਦੇ ਨੇ, ਕਹਿੰਦੇ ਕਵਣ ਸੋ ਅੰਤਰ ਬਾਹਰ ਜੁਗਤਾ। ਫਿਰ ਅੰਦਰ ਬਾਹਰ ਦੀ ਮਰਿਆਦਾ ਇੱਕ ਕਿਹਦੀ ਹੈ? ਕਵਣ ਸੋ ਆਵੈ ਕਵਣ ਸੋ ਜਾਏ। ਜੰਮਣ ਮਰਨ ਵਿੱਚ ਕੌਣ ਹੈ? ਆਵਾ ਗਾਉਣ ਵਿੱਚ ਕੌਣ ਹੈ? ਕਵਣ ਸੋ ਤ੍ਰਿਭਵਨ ਰਹਿਆ ਸਮਾਏ। ਉਹ ਕੌਣ ਹੈ ਜਿਹੜਾ ਜੋ ਪਰਮਾਤਮਾ ਤ੍ਰਿਭਵਨ ਵਿੱਚ ਹੈ ਉਹਦੇ ਨਾਲ ਸਮਾਇਆ ਹੋਇਆ ਹੈ, ਉਸ ਵਾਹਿਗੁਰੂ ਨਾਲ ਇੱਕ ਮਿੱਕ ਹੈ ਜਿਹੜਾ। ਉਹ ਕੌਣ ਹੈ? ਜਿਹੜਾ ਹਰ ਥਾਂ ਤੇ ਤ੍ਰਿਭਵਨ ਵਿੱਚ ਵਾਹਿਗੁਰੂ ਰੱਬ ਹੈ, ਉਸ ਵਾਹਿਗੁਰੂ ਨਾਲ ਜਿਹੜਾ ਸਮਾਇਆ ਹੋਇਆ ਹੈ। ਕਵਣ ਸੋ, ਉਹ ਕੌਣ ਹੈ? ਤ੍ਰਿਭਵਨ, ਜਿਹੜਾ ਤ੍ਰਿਭਵਨ ਵਿੱਚ ਵਾਹਿਗੁਰੂ ਪਰਮਾਤਮਾ ਹੈ, ਰਹਿਆ ਸਮਾਏ, ਉਸ ਪਰਮਾਤਮਾ ਵਿੱਚ ਜਿਹੜਾ ਸਮਾਇਆ ਹੋਇਆ, ਉਸ ਪਰਮਾਤਮਾ ਨਾਲ ਜਿਹੜਾ ਜੁੜਿਆ ਹੋਇਆ ਹੈ, ਉਸ ਪਰਮਾਤਮਾ ਨਾਲ ਜਿਹੜਾ ਇੱਕ ਮਿੱਕ ਹੈ। ਇਹ ਸਵਾਲ ਕੀਤਾ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਜਵਾਬ ਅੱਗੋਂ ਕੀ ਦਿੰਦੇ ਆ। ਹੁਣ ਉਹਨਾਂ ਕਿਹਾ ਸੀ ਗੁਪਤ ਕੌਣ ਹੈ? ਗੁਰੂ ਸਾਹਿਬ ਜੀ ਨੇ ਬਚਨ ਕੀਤਾ ਘੱਟ ਘੱਟ ਗੁਪਤਾ। ਹਰੇਕ ਹਿਰਦੇ ਵਿੱਚ ਜਿਹੜਾ ਗੁਪਤ ਹੈ ਵਰਤ ਰਿਹਾ ਅਕਾਲ ਪੁਰਖ। ਹਰੇਕ ਹਿਰਦੇ 'ਚ ਵਰਤ ਰਿਹਾ। ਆਪਾਂ ਬਾਣੀ 'ਚ ਵੀ ਪੜ੍ਹਦੇ ਹਾਂ ਘੱਟ ਘੱਟ ਮੈਂ ਹਰ ਜੂ ਬਸੈ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਪਰਮਾਤਮਾ ਤੋਂ ਬਗੈਰ ਹੋਰ ਕੌਣ ਹੈ ਜਿਹੜਾ ਬੋਲਦਾ ਹੋਵੇਗਾ? ਹੋਰ ਕੋਈ ਨਹੀਂ ਹੈ। ਹਰੇਕ ਹਿਰਦੇ ਵਿੱਚ ਅਕਾਲ ਪੁਰਖ ਪਰਮਾਤਮਾ ਵਰਤ ਰਿਹਾ। ਉਹ ਗੁਪਤ ਹੈ, ਉਹ ਅਦ੍ਰਿਸ਼ਟ ਹੈ। ਉਹਨਾਂ ਨੇ ਸਵਾਲ ਕੀਤਾ ਸੀ ਵੀ ਮੁਕਤਾ ਕੌਣ ਹੈ? ਕਵਣ ਸੋ ਮੁਕਤਾ। ਗੁਰੂ ਸਾਹਿਬ ਜੀ ਨੇ ਫਿਰ ਉਹਦਾ ਜਵਾਬ ਦਿੱਤਾ ਅੱਗੋਂ, ਕਹਿੰਦੇ ਗੁਰਮੁਖ ਮੁਕਤਾ। ਜਿਹੜਾ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦਾ ਹੈ, ਗੁਰੂ ਦੇ ਦਰਸਾਏ ਮਾਰਗ ਤੇ ਚੱਲ ਰਿਹਾ ਹੈ, ਗੁਰੂ ਦੇ ਮੁਤਾਬਕ ਜਿਹੜਾ ਜੀਵਨ ਜੀ ਰਿਹਾ, ਜਿਹੜਾ ਗੁਰੂ ਨੂੰ ਮੁੱਖ ਰੱਖ ਕੇ ਜੀਵਨ ਜੀ ਰਿਹਾ ਹੈ, ਉਹ ਮੁਕਤ ਹੈ ਜੀਵਨ। ਉਹ ਜੀਵਨ ਛੁੱਟਿਆ ਹੋਇਆ ਹੈ। ਨਾ ਉਹ ਚਿੰਤਾ ਦੇ ਬੰਧਨਾਂ 'ਚ ਵੱਜਦਾ ਹੈ, ਨਾ ਵਿਕਾਰਾਂ ਦੇ ਬੰਧਨਾਂ 'ਚ ਵੱਜਦਾ ਹੈ, ਨਾ ਈਰਖਾ ਨਫ਼ਰਤ ਕਿਸੇ ਵੀ ਬੰਧਨਾਂ ਵਿੱਚ ਨਹੀਂ ਵੱਜਦਾ। ਉਹ ਇਹਨਾਂ ਬੰਧਨਾਂ ਤੋਂ ਆਜ਼ਾਦ ਹੈ, ਉਹ ਮੁਕਤ ਹੈ। ਉਹ ਹਰੇਕ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਰੱਬੀ ਜੋਤ ਨੂੰ ਮਹਿਸੂਸ ਕਰਦਾ ਹੈ। ਬੜੀ ਖੂਬਸੂਰਤ ਇੱਕ ਗਾਥਾ ਅਕਸਰ ਆਪਾਂ ਪੜ੍ਹਦੇ ਸੁਣਦੇ ਆਉਂਦੇ ਹਾਂ, ਭਾਈ ਕਨ੍ਹਈਆ ਜੀ ਦੀ, ਜਿਨ੍ਹਾਂ ਦੇ ਅੰਦਰ ਇਹ ਭਾਵਨਾ ਹੈ ਕਿ ਅਸੀਂ ਗੁਰੂ ਨੂੰ ਮਾਰਨਾ ਹੈ, ਗੁਰੂ ਦੇ ਉੱਤੇ ਜਿੱਤ ਅਸੀਂ ਪਾਉਣੀ ਹੈ। ਉਹ ਉਹਨਾਂ ਨੂੰ ਵੀ ਪਾਣੀ ਛਕਾ ਰਹੇ ਹੈ, ਕਹਿ ਰਹੇ ਕਿ ਮੈਨੂੰ ਤੇ ਇਹਨਾਂ ਵਿੱਚੋਂ ਵੀ ਮੇਰੇ ਗੁਰੂ ਪਾਤਸ਼ਾਹ ਦਾ ਨੂਰ ਦਿਖਾਈ ਦਿੰਦਾ ਹੈ। ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ। ਉਹਨਾਂ ਦੀ ਨਿਗਾਹ ਵਿੱਚ ਇਹ ਮੁਸਲਮਾਨ ਹੈ, ਇਹ ਦੂਜਾ, ਇਹ ਤੀਜਾ, ਇਹ ਨਹੀਂ ਹੈ। ਉਹਨਾਂ ਦੀ ਹੈ ਕਿ ਇਹ ਸਭ ਕੁਦਰਤ ਦੇ ਬੰਦੇ ਨੇ, ਏਕ ਨੂਰ ਤੇ ਸਭ ਜੱਗ ਸੌਖਾ ਕਰ ਲਈਏ। ਮੈਂ ਬਾਬਾ ਫਰੀਦ ਜੀ ਦੀ ਜੀਵਨੀ ਪੜ੍ਹ ਰਿਹਾ ਸੀ, ਉਹਨਾਂ ਦੇ ਜੀਵਨ ਦੀ ਘਟਨਾ ਇੱਕ ਮੈਂ ਮਹਿਸੂਸ ਕਰਦਾ ਹੁੰਦਾ ਕਿ ਲਿਖਾਰੀਆਂ ਨੇ ਲਿਖਤਾਂ ਲਿਖੀਆਂ ਨੇ, ਪਰ ਆਪਾਂ ਉਹਦੇ ਵਿੱਚੋਂ ਜਿਹੜਾ ਤੱਤ ਹੈ ਉਹ ਲੈਣਾ ਹੁੰਦਾ ਹੈ। ਸਵੇਰ ਦਾ ਵਕਤ ਸੀ, ਤੜਕੇ ਦਾ ਕਿਤੇ, ਤੇ ਸਰਦੀਆਂ ਦੇ ਦਿਨ ਸੀ, ਤੇ ਝੌਂਪੜੀ ਬਣਾਉਣੀ ਸੀ ਉਹਨਾਂ ਨੇ ਆਪਣੇ ਰਹਿਣ ਵਾਸਤੇ। ਪਹਿਲਾਂ ਕੀ ਹੁੰਦਾ ਸੀ, ਕਾਨਿਆਂ ਦੀ ਛੱਤ ਬਣਾਈ ਜਾਂਦੀ ਸੀ, ਸਿਰਕੀ ਜੀ ਬਣਾ ਕੇ ਨਾ ਛੱਤ ਪਾਉਂਦੇ ਹੁੰਦੇ ਸੀ। ਉਹ ਤੜਕੇ ਦਾ ਵਕਤ ਸੀ, ਦਾਤਰੀ ਪਕੜੀ ਤੇ ਬਾਬਾ ਫਰੀਦ ਜੀ ਕਾਨੇ ਵੱਢਣ ਵਾਸਤੇ ਚੱਲ ਪਏ। ਜਦੋਂ ਕਾਨਿਆਂ ਦੇ ਬੂਟੇ ਨੂੰ ਹੱਥ ਲਾਇਆ ਨਾ, ਪਾਇਆ, ਲੱਗੇ ਵੱਢਣ, ਤੇ ਰਾਤ ਤਰੇਲ ਪਈ ਹੋਈ ਸੀ। ਤਰੇਲ ਆਪਾਂ ਸਾਰੇ ਜਾਣਦੇ। ਤੇ ਉਹ ਜਦੋਂ ਬੂਟੇ ਨੂੰ ਪਕੜਿਆ ਤੇ ਬੂਟਾ ਹਿੱਲਿਆ ਕਾਨਿਆਂ ਦਾ, ਤੇ ਤਰੇਲ ਦੀਆਂ 2-3 ਬੂੰਦਾਂ ਜਿਹੜੀਆਂ ਸੀ ਨਾ ਉੱਪਰੋਂ ਕਾਨਿਆਂ ਦੇ ਪੱਤੇ ਤੋਂ, ਉਹ ਉਹਨਾਂ ਦੇ ਹੱਥ ਤੇ ਆ ਕੇ ਡਿੱਗ ਪਈਆਂ। ਉਹਨਾਂ ਨੇ ਦਾਤਰੀ ਰੱਖੀ ਤੇ ਪਿਛਾਂਹ ਹਟ ਗਏ। ਕਹਿੰਦੇ ਮੈਂ ਇਹਦਾ ਜੀਵਨ ਖਤਮ ਕਰਨ ਲੱਗਾ ਆਪਣੇ ਸੁੱਖ ਲਈ, ਤੇ ਇਹਦੇ ਵੀ ਅਥਰੂ ਡਿੱਗੇ ਆ। ਹਰੇਕ ਦੇ ਅੰਦਰ ਮਹਿਸੂਸ ਕਰਨਾ, ਇਹਦੇ ਅੰਦਰ ਵੀ ਜੀਵਨ ਹੈ। ਗੁਰੂ ਬਖਸ਼ਿਸ਼ ਕਰੇ ਨੁਕਤੇ ਸਮਝ ਆ ਜਾਣ। ਮੈਂ ਕਈ ਵਾਰ ਕਹਿੰਦਾ ਹੁੰਦਾ, ਅਕਸਰ ਮਹਿਸੂਸ ਵੀ ਕਰਦਾ ਹੁੰਦਾ ਆਪ ਵੀ,
ਕਿ ਜਦੋਂ ਅਸੀਂ ਕਿਸੇ ਨਾਲ ਥੋੜ੍ਹਾ ਬਹੁਤਾ ਵੀ ਕੋਈ ਧੱਕਾ ਕਰਨ ਦੀ ਜਾਂ ਧੋਖਾ ਕਰਨ ਦੀ ਕੋਸ਼ਿਸ਼ ਕਰਦੇ, ਕਿਸੇ ਦਾ ਹੱਕ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਮਹਿਸੂਸ ਕਰਿਆ ਕਰੀਏ ਉੱਥੇ ਵੀ ਜੀਵਨ ਚੱਲ ਰਿਹਾ। ਜਿਹੜੀ ਕਿਸੇ ਦਾ ਹੱਕ ਖੋਹ ਕੇ ਅਸੀਂ ਆਪਣੇ ਬੱਚੇ ਨੂੰ ਲੈ ਕੇ ਆਉਂਦਾ, ਉਹ ਵੀ ਕਿਸੇ ਦੇ ਬੱਚਿਆਂ ਦਾ ਹੈ। ਇੱਕ ਚੀਜ਼ ਹੋਰ ਬੇਨਤੀ ਕਰਾਂ, ਹਰੇਕ ਵਸਤੂ, ਖੁਸ਼ੀ, ਚੀਜ਼ ਜੋ ਵੀ ਹੈ ਨਾ, ਜਿਹਦੇ ਲਈ ਹੈ ਉਹ ਉਹਨੂੰ ਹੀ ਸੁੱਖ ਦਿੰਦੀ ਹੈ। ਮੇਰੀਆਂ ਖੁਸ਼ੀਆਂ ਮੈਨੂੰ ਹੀ ਖੁਸ਼ੀ ਦੇਣਗੀਆਂ, ਤੁਹਾਡੀਆਂ ਖੁਸ਼ੀਆਂ ਤੁਹਾਨੂੰ ਖੁਸ਼ੀ ਦੇਣਗੀਆਂ। ਜਦੋਂ ਕੋਈ ਮਨੁੱਖ ਦੂਜੇ ਦੀਆਂ ਖੁਸ਼ੀਆਂ ਧੋਖੇ ਨਾਲ ਜਾਂ ਖੋਹ ਕੇ ਜਾਂ ਕਿਵੇਂ ਵੀ ਛਲ ਕਪਟ ਕਰਕੇ ਆਪਣੇ ਪਰਿਵਾਰ ਵਿੱਚ ਜਾਂ ਆਪਣੇ ਲਈ ਖੁਸ਼ੀ ਮਾਣਨੀ ਚਾਹੁੰਦਾ ਹੈ ਨਾ, ਉਹ ਖੁਸ਼ੀ ਸਾਡੇ ਲਈ ਨਹੀਂ ਸੀ। ਇਸ ਕਰਕੇ ਉਹਦੇ 'ਚੋਂ ਕਦੀ ਖੁਸ਼ੀ ਨਹੀਂ ਮਿਲਦੀ। ਕਿਤੇ ਆਲਾ ਦੁਆਲਾ ਵੇਖਿਓ ਤੁਸੀਂ ਵੀ ਝਾਤ ਮਾਰ ਕੇ, ਜਿੰਨੇ ਵੀ ਦੂਜਿਆਂ ਦੇ ਹੱਕ ਮਾਰੇ ਹੋਣਗੇ ਜਾਂ ਕੁਛ ਕੀਤਾ ਹੋਵੇਗਾ ਨਾ, ਉਹ ਜੋ ਕੁਛ ਵੀ ਉਹਨੇ ਲਿਆਂਦਾ ਉਹਦੇ ਘਰ ਵਿੱਚ ਉਹਨੇ ਨੁਕਸਾਨ ਤਾਂ ਕੀਤਾ ਹੋਵੇਗਾ, ਪਰ ਉਹਦੇ ਘਰ ਵਿੱਚ ਉਹਨੇ ਖੁਸ਼ੀਆਂ ਨਹੀਂ ਦਿੱਤੀਆਂ ਹੋਣਗੀਆਂ ਉਹਨੂੰ, ਕਿਉਂਕਿ ਉਹਦੀਆਂ ਨਹੀਂ ਸੀ, ਉਹ ਕਿਸੇ ਦੀਆਂ ਸੀ, ਉਹ ਕਿਸੇ ਵਾਸਤੇ ਸੀ। ਗੁਰੂ ਕਿਰਪਾ ਕਰੇ ਇਹ ਨੁਕਤੇ ਸਾਡੀ ਸਮਝ ਆ ਜਾਣ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿੰਦੇ ਨੇ ਕਿਹੜਾ ਗੁਰਮੁਖ ਹੈ ਉਹ ਮੁਕਤ ਹੈ, ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਿਆ ਹੋਇਆ ਹੈ, ਆਜ਼ਾਦ ਹੈ। ਅੰਤਰ ਬਾਹਰ ਸ਼ਬਦ ਸੋ ਜੁਗਤਾ, ਜਿਹੜੀ ਅੰਦਰ ਤੇ ਬਾਹਰ ਦੀ ਮਰਿਆਦਾ ਇੱਕ, ਮੈਂ ਪਹਿਲਾਂ ਵੀ ਨੁਕਤਾ ਸਾਂਝਾ ਕੀਤਾ ਸੀ ਕਿ ਮਨ ਵਿੱਚ ਜੇ ਗੁਰੂ ਦਾ ਸ਼ਬਦ ਹੈ ਤੇ ਕਰਨੀ ਵਿੱਚ ਵੀ ਸ਼ਬਦ ਹੈ, ਸ਼ਬਦ ਦੀ ਮਰਿਆਦਾ। ਇੱਥੇ ਦੇ ਅਫਸੋਸ ਇਹ ਹੈ ਸਾਰਿਆਂ, ਇੱਥੇ ਵੱਡੇ ਵੱਡੇ ਜਿਹੜੇ ਕਹਿੰਦੇ ਕਹਾਉਂਦੇ ਵੀ ਆਪਣੇ ਆਪ ਨੂੰ ਨਾ ਬ੍ਰਹਮ ਗਿਆਨੀ, ਪਤਾ ਕੀ ਕੀ ਹੈ, ਇਹ ਮਹਾਂਪੁਰਖਾਂ ਦੀ ਮਰਿਆਦਾ ਜੀ। ਕਿਸੇ ਨੂੰ ਕੋਈ ਗੱਲ ਚੱਲੇ ਨਾ, ਨਹੀਂ ਇਹ ਫਲਾਣੇ ਬਾਬਾ ਜੀ ਦੀ ਮਰਿਆਦਾ ਹੈ। ਉਹ ਮਰਿਆਦਾ ਸ਼ਬਦ ਦੀ ਹੈ, ਇਹ ਗੁਰਬਾਣੀ ਮਰਿਆਦਾ ਹੀ ਤੇ ਹੈ ਜੀਵਨ ਦੀ। ਇਹ ਜੀਵਨ ਜਾਂਚ ਹੈ ਸਾਡੀ। ਕਿਤੇ ਅੱਖਾਂ ਖੋਲੀਏ, ਜਿਹੜੀ ਮਰਿਆਦਾ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਗੁਰਬਾਣੀ ਦੇ ਰਾਹੀਂ, ਸ਼ਬਦ ਦੇ ਰਾਹੀਂ, ਉਸ ਮਰਿਆਦਾ ਨੂੰ ਅਪਣਾਈਏ, ਨਾ ਕਿ ਵਿਅਕਤੀਆਂ ਵੱਲੋਂ ਆਪਣੀਆਂ ਮਨੌਤਾਂ ਘੜੀਆਂ ਹੋਈਆਂ ਨੂੰ ਮਰਿਆਦਾ ਕਿਹਾ ਜਾਏ। ਇਹ ਜੀ ਬਾਬਾ ਜੀ ਦੀ ਮਰਿਆਦਾ ਜੀ, ਇੱਥੇ ਇੰਜ ਨਹੀਂ ਆਪਾਂ ਕਰਨਾ, ਆਹ ਕਰਨਾ ਹੈ, ਬਾਬਾ ਜੀ ਦੀ ਮਰਿਆਦਾ ਆਹ ਕਰਨਾ, ਇੱਕ ਆਹ ਸ਼ਬਦ ਇਸ ਤਰ੍ਹਾਂ ਪੜ੍ਹਨਾ ਹੈ, ਆਹ ਸ਼ਬਦ ਸਵੇਰੇ ਪੜ੍ਹਨਾ ਹੈ, ਰਾਤ ਨੂੰ ਪੜ੍ਹਨਾ ਹੈ, ਇਸ ਟਾਈਮ ਪੜ੍ਹਨਾ, ਉਸ ਟਾਈਮ। ਕਈ ਵਿਚਾਰੇ ਤੇ ਏਡੇ ਦੁਖੀ ਹੋਏ ਨੇ ਨਾ, ਉਹ ਪੁੱਛਣਗੇ ਭਾਈ ਸਾਹਿਬ ਮੈਂ ਜਪਜੀ ਸਾਹਿਬ ਦੁਪਹਿਰੇ ਪੜ੍ਹ ਲਿਆ, ਕੋਈ ਨੁਕਸਾਨ ਤਾਂ ਨਹੀਂ ਹੋ ਜੂ? ਭਾਈ ਸਾਹਿਬ ਸੁਖਮਨੀ ਸਾਹਿਬ ਰਾਤ ਮੈਂ ਸੌਣ ਲੱਗਿਆ ਪੜ੍ਹ ਸਕਦਾ? ਕੀ ਗੱਲਾਂ ਕਰ ਰਹੇ? ਗੁਰਬਾਣੀ ਹੈ, ਰਾਤ ਸੌਣਾ ਮੈਂ ਸ਼ਬਦ ਨੇ ਨਹੀਂ ਸੌਣਾ। ਸਤਿਗੁਰ ਜਾਗਤਾ ਹੈ, ਉਹ ਤੇ ਹਰ ਵੇਲੇ ਜਾਗਦਾ ਹੈ। ਨਾ ਕਿਸੇ ਵਿਅਕਤੀ ਦੀ ਦੱਸੀ ਮਰਿਆਦਾ ਨੂੰ ਜੀਵਨ ਦੀ ਮਰਿਆਦਾ ਬਣਾਈਏ, ਗੁਰੂ ਦੀ ਦੱਸੀ ਹੋਈ ਮਰਿਆਦਾ ਨੂੰ ਜੀਵਨ ਦੀ ਮਰਿਆਦਾ ਬਣਾਈ। ਤੇ ਗੁਰੂ ਨੇ ਜੋ ਦੱਸਿਆ ਹੈ ਉਹ ਖੁਦ ਲਿਖ ਕੇ ਦਿੱਤਾ ਹੈ। ਆ ਜੇ ਮੇਰੇ ਬੱਚਨ। ਔਰ ਏਡੇ ਕਮਾਲ ਦੀ ਗੱਲ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਫਿਰ ਉਹਦੇ ਅੱਗੇ ਸਿਰ ਵੀ ਝੁਕਾਇਆ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਕਹਿ ਦਿੱਤਾ ਹੈ ਅੱਜ ਤੋਂ ਬਾਅਦ ਇਹੀ ਹੈ ਸਾਰਾ ਕੁਝ ਤੁਹਾਡੇ ਜੀਵਨ ਵਾਸਤੇ, ਇਹੀ ਹੈ, ਇਸ ਤੋਂ ਇਲਾਵਾ ਹੋਰ ਕੁਛ ਨਹੀਂ, ਇਹੀ ਹੈ। ਇੱਕੋ ਹੀ ਗ੍ਰੰਥ ਸੀ ਉਸ ਵੇਲੇ ਉੱਥੇ, ਗੁਰੂ ਗ੍ਰੰਥ ਸਾਹਿਬ। ਜਦੋਂ ਗੁਰੂ ਸਾਹਿਬ ਜੀ ਨੇ ਗੁਰਿਆਈ ਵਾਲੀ ਜਿਹੜੀ ਮਰਿਆਦਾ ਉਹ ਨਿਭਾਈ ਹੈ ਤੇ ਸਿਰ ਝੁਕਾ ਕੇ ਬਚਨ ਕੀਤਾ, ਇਸ ਤੋਂ ਬਾਹਰ ਕੁਛ ਨਹੀਂ। ਔਰ ਇਹ ਵੀ ਨਹੀਂ ਵੀ ਹੱਥ ਜੋੜ ਕੇ ਬੇਨਤੀ ਕੀਤੀ, ਉਹ ਸਿੱਖੋ ਮੰਨ ਲਓ ਮੇਰੀ ਗੱਲ, ਜਾਂ ਗੁਰੂ ਸਾਹਿਬ ਜੀ ਨੇ ਕਿਹਾ ਹੋਵੇ ਚਲੋ ਮੇਰੀ ਸਲਾਹ ਮੰਨ ਲਓ, ਆਰਡਰ ਕੀਤਾ। ਆਰਡਰ ਹੈ ਗੁਰੂ ਦਾ, ਕੀ ਕਰੋ ਰਸਨਾ ਸਾਂਝੀ, ਆਗਿਆ ਭਈ ਤਭੀ ਚਲਾਇਓ, ਸਭ ਸਿੱਖਣ ਕੋ ਹੁਕਮ ਕੀਤਾ। ਗੁਰੂ ਮਾਨਿਓ, ਅੱਗੇ ਕੀ ਕਿਹਾ? ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਾਹੇ। ਕੀ ਕਰਨ ਜੀ? ਖੋਜ ਸ਼ਬਦ ਮੈਲੇ। ਪਰ ਵੇਖਿਆ ਬਾਬੇ ਕਿੱਡੇ ਤੇਜ਼ ਹੁੰਦੇ ਨੇ, ਇਹਨਾਂ ਪਤਾ ਕੀ ਕਰਤਾ? ਜੋ ਪ੍ਰਭ ਕੋ ਮਿਲਬੋ ਚਾਹੇ ਕੱਟ ਕੇ ਉੱਥੇ ਕਹਿੰਦਾ ਜਾ ਕਾ ਹਿਰਦਾ ਸ਼ੁੱਧ ਹੈ, ਖੋਜ ਸ਼ਬਦ ਮੈਲੇ। ਰੱਬੀ ਮਿਲਾਪ ਵਾਲਾ ਪਾਸਾ ਹੀ ਤੋੜਤਾ, ਕਿਉਂਕਿ ਰੱਬ ਨਾਲ ਤੇ ਬਾਬੇ ਮਿਲਾਉਣਗੇ ਨਾ। ਨਹੀਂ, ਜਾ ਕਾ ਹਿਰਦਾ ਸ਼ੁੱਧ ਹੈ, ਖੋਜ ਸ਼ਬਦ ਮੈਲੇ, ਇਹ ਨਹੀਂ ਜੇ ਕਿਤੇ ਲਿਖਿਆ। ਉੱਥੇ ਲਿਖਿਆ ਜੋ ਪ੍ਰਭ ਕੋ ਮਿਲਬੋ ਚਾਹੇ, ਜਿਹੜੇ ਰੱਬ ਨੂੰ ਮਿਲਣਾ ਚਾਹੁੰਦੇ ਨੇ,
ਖੋਜ ਸ਼ਬਦ ਮੈਂ ਲੈ, ਉਹ ਸ਼ਬਦ ਵਿੱਚ ਖੋਜ ਕਰਨਾ। ਕਿਉਂ? ਕਿਉਂਕਿ ਸ਼ਬਦ ਦੇ ਵਿੱਚ ਪਰਮੇਸ਼ਰ ਹੈ। ਪੋਥੀ ਪਰਮੇਸ਼ਰ ਕਾ ਥਾਨ, ਸ਼ਬਦ ਵਿੱਚ ਵਾਹਿਗੁਰੂ ਵਰਤ ਰਿਹਾ ਹੈ, ਪਰਮੇਸ਼ਰ ਵਰਤ। ਤਾਂ ਹੀ ਤੇ ਗੁਰੂ ਸਾਹਿਬ ਜੀ ਨੇ ਕਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ, ਪਰਮੇਸ਼ਰ ਵਰਤ ਰਿਹਾ ਇਹਦੇ ਵਿੱਚ। ਜਿਵੇਂ ਹਰ ਕਿਰਨ ਦੇ ਵਿੱਚ, ਸੂਰਜ ਦੀ ਕਿਰਨ ਵਿੱਚ ਸੂਰਜ ਵਰਤ ਰਿਹਾ ਹੁੰਦਾ ਹੈ, ਇਸੇ ਤਰੀਕੇ ਨਾਲ ਹਰ ਸ਼ਬਦ ਵਿੱਚ ਪਰਮੇਸ਼ਰ ਵਰਤ ਰਿਹਾ, ਕਿਉਂਕਿ ਸ਼ਬਦ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀਆਂ ਕਿਰਨਾਂ ਹੈ। ਕਿਰਨ ਰੋਸ਼ਨੀ ਦਿੰਦੀ, ਸ਼ਬਦ ਵੀ ਰੋਸ਼ਨੀ ਦਿੰਦਾ ਹੈ। ਇਸ ਲਈ ਦੇਖੇ ਆਪਾਂ ਕਹਿੰਦੇ ਹਾਂ ਗੁਰਬਾਣੀ ਇਸ ਜੱਗ ਮੈਂ ਰੋਸ਼ਨੀ ਦਿੰਦਾ ਹੈ ਨਾ। ਸੂਰਜ ਦੀਆਂ ਕਿਰਨਾਂ ਐਨਰਜੀ ਦਿੰਦੀਆਂ ਨੇ, ਗੁਰਬਾਣੀ ਵੀ ਤਾਂ ਸਾਨੂੰ ਐਨਰਜੀ ਦਿੰਦੀ ਹੈ, ਤਾਕਤ ਦਿੰਦੀ, ਸ਼ਕਤੀ ਦਿੰਦੀ ਹੈ। ਆਤਮਾ ਬਲਵਾਨ ਹੋਵੇ ਸਾਡੀ, ਵਿਕਾਰਾਂ ਕੇ ਹਾਰ ਨਾ ਜਾਵੇ। ਗੁਰਬਾਣੀ ਸਾਡੀ ਸ਼ਕਤੀ ਹੈ। ਗੁਰੂ ਬਖਸ਼ਿਸ਼ ਕਰੇ ਨੁਕਤੇ ਸਮਝ ਵਿੱਚ ਆ ਜਾਣ ਸਾਡੇ। ਦੁਨੀਆ ਦੀ ਜਿੰਨੀ ਦਵਾਈ ਹੈ, ਕਿਸੇ ਵੀ ਦੁੱਖ ਬਿਮਾਰੀ ਦੀ, ਕੋਈ ਵੀ ਰੋਗ ਹੈ, ਰੋਗਾਂ ਦੀ ਬਿਮਾਰੀ ਨਹੀਂ ਹੈਗੀ, ਦਵਾਈ ਨਹੀਂ ਹੈਗੀ। ਕਿਸੇ ਦੁੱਖ ਰੋਗ ਦੀ ਕੋਈ ਦਵਾਈ ਨਹੀਂ ਹੈ। ਤੁਸੀਂ ਕਹੋਗੇ ਸਾਡਾ ਸਿਰ ਪੀੜ ਹੁੰਦਾ, ਅਸੀਂ ਦਵਾਈ ਖਾਂਦੇ ਠੀਕ ਹੋ ਜਾਂਦੇ, ਬੁਖਾਰ ਹੋਇਆ ਦਵਾਈ ਖਾਧੀ ਠੀਕ ਹੋ ਗਏ, ਕੋਈ ਹੋਰ ਬਿਮਾਰੀ ਲੱਗ ਗਈ ਦਵਾਈ ਖਾਧੀ ਠੀਕ ਹੋ ਗਏ, ਫਿਰ ਉਹ ਦਵਾਈ ਖਾਧੀ ਹੈ। ਅਸਲ ਵਿੱਚ ਬਿਮਾਰੀ ਕੀ ਹੈ? ਸਾਡੇ ਅੰਦਰ ਬਲੱਡ ਵਿੱਚ ਸੈੱਲ ਨੇ, ਕੁਝ ਸੈੱਲ ਐਸੇ ਹੁੰਦੇ ਨੇ ਜਿਹੜੇ ਕਮਜ਼ੋਰ ਹੋ ਜਾਂਦੇ ਨੇ, ਕੁਝ ਖਾਣ ਪਾਣ ਕਰਕੇ ਜਾਂ ਵਾਤਾਵਰਨ ਕਰਕੇ, ਕਿਸੇ ਕਰਕੇ ਵੀ, ਚਾਹੇ ਏਜ ਕਰਕੇ ਕਿਉਂ ਨਾ ਹੋ। ਤੇ ਜਿਹੜੇ ਸੈੱਲ ਕਮਜ਼ੋਰ ਹੋ ਜਾਂਦੇ ਨੇ ਨਾ, ਉਹਨਾਂ ਦੇ ਕਮਜ਼ੋਰ ਹੋਣਾ ਹੀ ਇੱਕ ਬਿਮਾਰੀ ਹੈ। ਉਹਦੇ ਨਾਲ ਸੰਬੰਧਿਤ ਇੱਕ ਰੋਗ ਬਿਮਾਰੀ ਜਿਹੜੀ ਉਹ ਸਾਨੂੰ ਮਹਿਸੂਸ ਹੁੰਦੀ ਹੈ, ਸਰੀਰ ਨੂੰ ਲੱਗ ਜਾਂਦੀ ਹੈ। ਜਿੰਨੀ ਦਵਾਈ ਹੈ ਜੜੀ ਬੂਟੀਆਂ ਤੋਂ ਬਣਦੀ, ਉਹ ਕੀ? ਉਹ ਐਨਰਜੀ ਹੈ, ਉਹ ਬੂਸਟ ਹੈ। ਉਹਨਾਂ ਸੈੱਲਾਂ ਨੂੰ ਜਦੋਂ ਦਵਾਈ ਮਿਲਦੀ ਹੈ, ਐਨਰਜੀ ਮਿਲਦੀ ਹੈ, ਉਹਨਾਂ ਦੀ ਕਮਜ਼ੋਰੀ ਜਿਵੇਂ ਜਿਵੇਂ ਖਤਮ ਹੁੰਦੀ ਹੈ, ਉਹ ਤੰਦਰੁਸਤ ਹੁੰਦੇ ਨੇ, ਬਿਮਾਰੀ ਖਤਮ ਹੋ ਜਾਂਦੀ ਹੈ। ਤੇ ਜੇ ਕਿਤੇ ਸੈੱਲ ਡੈਡ ਹੋ ਜਾਣ, ਫਿਰ ਆਪਾਂ ਕਹਿੰਦੇ ਹੁਣ ਦਵਾਈ ਅਸਰ ਕਰਨਾ ਛੱਡ ਗਈ। ਦਵਾਈ ਤੇ ਬਿਮਾਰੀ ਦੀ ਅਸਰ ਕਿਉਂ ਨਹੀਂ ਕਰਦੀ? ਕਿਉਂਕਿ ਜਿਹੜੇ ਸੈੱਲਾਂ ਨੂੰ ਉਹਨੇ ਐਨਰਜੀ ਦੇਣੀ ਸੀ, ਉਹ ਸੈੱਲ ਡੈਡ ਹੋ ਗਏ ਨੇ, ਖਤਮ ਹੋ ਗਏ, ਮਰ ਚੁੱਕੇ ਨੇ। ਹੁਣ ਮਰੇ ਨੂੰ ਐਨਰਜੀ ਨਹੀਂ ਦਿੱਤੀ ਜਾ ਸਕਦੀ, ਮਰੇ ਨੂੰ ਤਾਕਤ ਨਹੀਂ ਦਿੱਤੀ ਜਾ ਸਕਦੀ। ਗੁਰਬਾਣੀ ਵੀ ਸ਼ਕਤੀ ਹੈ। ਜਿਹੜਾ ਮਨ ਕਮਜ਼ੋਰ ਹੋ ਜਾਂਦਾ ਹੈ, ਵਿਕਾਰਾਂ ਦੀਆਂ ਸੱਟਾਂ, ਵਾਸ਼ਨਾਵਾਂ ਦੀਆਂ ਸੱਟਾਂ, ਹੋਰ ਪਤਾ ਨਹੀਂ ਕਿਹੜੇ ਕਿਹੜੇ ਪਾਸਿਓਂ ਮਾਰਾਂ ਵੱਜਦੀਆਂ ਨੇ, ਜਿਹੜਾ ਮਨ ਕਮਜ਼ੋਰ ਹੋ ਜਾਂਦਾ ਹੈ, ਡੋਲਦਾ ਹਰ ਵੇਲੇ, ਕਦੀ ਇੱਧਰ ਡਿੱਗ ਪਿਆ, ਡੋਲ ਗਿਆ, ਇੱਧਰ ਭਟਕਦਾ ਫਿਰਦਾ ਏ, ਇਹ ਗੁਰਬਾਣੀ ਜਦੋਂ ਉਹਨੂੰ ਸ਼ਕਤੀ ਦਿੰਦੀ ਹੈ, ਐਨਰਜੀ ਦਿੰਦੀ ਹੈ, ਉਹ ਮਨ ਜਦੋਂ ਸਟਰੋਂਗ ਹੁੰਦਾ ਹੈ, ਉਹਦੇ ਅੰਦਰੋਂ ਫਿਰ ਜਿਹੜੇ ਵਿਕਾਰਾਂ ਦੇ ਜਿਹੜੇ ਹੱਲੇ ਸੀ, ਉਹ ਤਿਵੇਂ ਤਿਵੇਂ ਸ਼ਾਂਤ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਤੇ ਮਨ ਉਸੇ ਅਵਸਥਾ 'ਤੇ ਪਹੁੰਚ ਜਾਂਦਾ ਜਿਹਨੂੰ ਕਿਹਾ ਗਿਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰਬਾਣੀ ਸ਼ਕਤੀ ਹੈ, ਐਨਰਜੀ ਹੈ। ਗੁਰੂ ਕਿਰਪਾ ਕਰੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰਮੁਖ ਦੀ ਮਰਿਆਦਾ ਹੈ ਸ਼ਬਦ। ਉਹ ਸ਼ਬਦ ਨੂੰ ਜਿਉਂਦਾ ਹੈ ਤੇ ਸ਼ਬਦ ਨੂੰ ਜਪਦਾ ਹੈ। ਉਹਦਾ ਮਨ ਵੀ ਸ਼ਬਦ ਮੁਤਾਬਕ ਹੈ, ਉਹਦੇ ਤਨ ਦੀ ਕਰਨੀ ਵੀ ਸ਼ਬਦ ਮੁਤਾਬਕ ਹੈ। ਗੁਰਬਾਣੀ ਤੋਂ ਬਾਹਰ ਹੀ ਕਦੇ ਨਹੀਂ ਉਹ ਕਰਮ ਕਰਦਾ। ਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਉੱਥੇ ਬਚਨ ਆਇਆ ਸੀ, ਕਵਣ ਸੋ ਆਵੈ ਕਵਣ ਸੋ ਜਾਏ, ਜੰਮਦਾ ਮਰਦਾ ਆਵਾ ਗਾਉਣ। ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ, ਮਨਮੁਖ ਬਿਨਸੈ ਆਵੈ ਜਾਏ। ਜਿਹੜਾ ਗੁਰੂ ਦੇ ਮੁਤਾਬਕ ਨਹੀਂ ਚੱਲ ਰਿਹਾ, ਗੁਰੂ ਨੂੰ ਮੁੱਖ ਰੱਖ ਕੇ ਨਹੀਂ ਚੱਲ ਰਿਹਾ, ਜਿਹੜਾ ਮਨ ਨੂੰ ਮੁੱਖ ਰੱਖ ਕੇ ਚੱਲ ਰਿਹਾ ਹੈ। ਮੁੱਖ ਰੱਖ ਕੇ ਚੱਲਣ ਦਾ ਅਰਥ ਵੀ ਸਮਝ ਲਿਓ, ਸੌਖਾ ਜਿਹਾ ਅਰਥ ਮੈਂ ਸਮਝਾ ਦਿੰਦਾ। ਹੋ ਸਕਦਾ ਕਈ ਵਾਰ ਵਿਚਾਰ ਜਿਹੜੀ ਹੈ ਨਾ ਥੋੜ੍ਹੀ ਜਿਹੀ ਚੁੱਭ ਵੀ ਜਾਂਦੀ ਹੁੰਦੀ ਆਪਾਂ ਨੂੰ, ਪਰ ਮੈਂ ਮਹਿਸੂਸ ਕਰਦਾ ਕਿ ਜਿਸ ਬੰਦੇ ਨੂੰ ਚੋਟ ਵੱਜੇਗੀ ਨਾ ਸ਼ਬਦ ਦੀ, ਉਹ ਸਮਝ ਲਓ ਕਿ ਵਾਹਿਗੁਰੂ ਦੀ ਪਹਿਲੀ ਬਖਸ਼ਿਸ਼ ਦੀ ਕਿਰਨ ਉਹਦੇ 'ਤੇ ਪੈ ਗਈ। ਉਹ ਜੇ ਜਿਉਂਦਾ ਹੈ, ਉਹ ਡੈਡ ਨਹੀਂ ਹੋਇਆ ਸੈੱਲ, ਉਹਦੇ ਵਿੱਚ ਐਨਰਜੀ ਆਵੇਗੀ, ਬਖਸ਼ਿਸ਼ ਰਹਿਮਤ ਭਰੇਗੀ ਹੋਰ। ਕਿਉਂਕਿ ਚੋਟ ਅੱਜ ਕਈ ਵਾਰ ਨਾ ਕਿਸੇ ਬੰਦੇ ਦੀ ਲੱਤ ਬਾਂਹ ਸੌਂਜ ਜਾਂ ਕਿਸ ਤਰ੍ਹਾਂ ਵਾ, ਤੇ ਡਾਕਟਰ ਸੂਈ ਮਾਰਦੇ ਆ, ਪੀੜ ਹੁੰਦੀ ਹੈ, ਚੁੱਭਦੀ ਇਹਨੂੰ। ਜੇ ਤੇ ਉਹਨੇ ਕੋਈ ਦਰਦ ਦਾ ਅਹਿਸਾਸ ਹੋਇਆ, ਉਹ ਕਹਿੰਦੇ ਕੋਈ ਨਹੀਂ ਠੀਕ ਹੋ ਜੂ।
नहीं है तो फिर कहते भी नहीं ये पासा मारिया गया। इस करके शब्द की चोट वजनी बहुत जरूरी साडे ते। शब्द की चोट वजे तो खुश होया करिए, ਇਹਦਾ मतलब ਸਾਡੇ ਤੇ गुरु की बख्शिश कृपा होगी होना। खैर, मेरा एक सज्जन मित्र है, प्रचारक है ਅੰਮ੍ਰਿਤਸਰ तो, उन्हें गल दसी। वो कहता एक फैमिली परिवार से वो काफ़ी जिस तरह कई ना विश्वास होंगे किसी के उत्ते भी कोई भी काम करना तो चल आप उन्होंने सलाह लेने आ। उन्होंने वो भाई साहब से काफ़ी विश्वास से उन्होंने बच्ची का रिश्ता हो गया लुधियाने। दोवें परिवार जोड़े अमृतधारी। अच्छा, जेडे लुधियाने वाली फैमिली सी ना, ये थोड़ी जी जिस तरह कह लो भी बाहर अंदर आउण जाण इन्हां दा रहन सहन भी थोड़ा जिहा उस रूप का सी। दरबार साहब इन्हां दी जिहड़ी अंगेजमेंट हुंदी वेख विखाई बच्चे दी हुंदी उन्होंने कीती, चलो अरदास होई, रिश्ता पक्का हो गया, विआह भी मिथ लिया गया। जदों रह गए ना विआह च थोड़े जे दिन तो विआह वाली बच्ची का फोन आया भाई साहब नूं, थोड़े प्रचारक से। वो कहन लगी भाई साहब मैं तुहाडे कोल सलाह लैनी आ। कहन लगे बेटा दस। कहंदे भी मेरी सस का फोन आया है। वो कहते ठीक है आप अमृत छकिया सारा कुछ ओके है इस तरह है, पर हुण विआह वा तो विआह किहड़े रोज़ होने दे एक ही दिन हुंदा है, तो उस दिन ना थोड़ा जिहा तू अपना चंगी तरह मूँह माँ बना लई। मूँह बनाउण दा अर्थ समझ गए होगे सारे, मूँह माँ बना लई। तो भाई साहब मैं तुहानूं पुछण लगी सी कि मैं किवें करा। भाई साहब कहते मैं समझ गया भी मन डोलदा है, तां ही मेरी सलाह लैनी है, नहीं तो जवाब दे देना सी इन्हें। कहते मैं कहा तेरा की मन कहता है। कहन लगी भाई साहब वेखो हुण सस वड्डी है तो फिर वड्डियां दा सत्कार करना साडा फर्ज है ना, बचन मनना पैना। कहन लगे बिल्कुल सही गल कही, जिवें वड्डे कहंदे उस तरह कर, पर एक काम होर करी। कहन लगे कि कहंदे सस दी फोटो हैगी है। कहंदी हैगी है, मैं तस्वीरां दे हक च नहीं हाँ, पर क्योंकि जो गल मैनूं भाई साहब ने दसी सी मैं उही हूबहू तुहाडे नाल मैं पहले बेनती की आपां तत्त लैणा इहदे चों। कहंदे फिर गुरु नानक साहब की तस्वीर भी हैगी है। कहंदे जी हैगी है, आपां घरां च कईयां रखियां हुंदियां। कहंदे फिर इस तरह कर भी गुरु नानक साहब की तस्वीर ते रख के ना उहदे तो 2 फुट उच्ची अपनी सस दी रख ते हत्थ जोड़ के कह गुरु नानक साहब जी तुसीं छोटे हो वो वड्डी है। कहन लगे भाई साहब इस तरह किस तरह हो सकदा, गुरु नानक साहब नूं मैं इस तरह किवें कह दियां। कहन लगे वड्डियां दा बचन मनना ना, तो जिहदा बचन मनना तेरी निगाह च जिहड़े वड्डे उन्हां दा बचन मन। कहन लगे भाई साहब मैनूं समझ आ गई। फोन कटदा बच्ची ने। अद्धे घंटे बाद बच्ची की सस का फोन आ गया भाई साहब नूं, परिवार दोवें जुड़े सी। कहंदे भाई साहब थोड़ी बच्ची नाराज हो गई है तो तुसीं उहनूं समझाओ जिस तरह गुरमर्यादा कहदी आपां उसे तरह ही आनंद कारज करांगे। वो कहंदे भी मुख किहनूं रख रहे हो, जे ते गुरु नूं मुख रखिया होया है फिर तो गुरु की परवाह की जाएगी। जे गुरु नूं मुख नहीं रखिया, जिन्हों मुख रखिया परवाह फिर होगी। तो मैं कई बार सोचदा ना, क्योंकि मैं भी पिंडा थावां तो तुसीं भी पिंडा थावां तो जे बहुते अपने ना पंजाब दे ट्रालियां ट्रैक्टरां पिछे पाईयां हुंदियां आपां, उन्हां ते एक लाइन लिखी हुंदी किसी विद्वान ने लिखी सी, वो आम लिखी हुंदी सी ते छोटे हुंदे असीं बड़े गाउंदे हुंदे हां। उत्ते लिखिया सी मेरा रुस्से ना कलगियां वाला जग भावें, फिर पढ़ो मेरा रुस्से ना कलगियां वाला जग भावें। कदी इहदे अर्थ समझियो, मेरा गुरु नहीं नाराज होना चाहिए, गुरु की परवाह है एक नंबर ते गुरु, मुख गुरु। पर जिन्हें मुख गुरु नूं नहीं मन नूं कीता होया, मन मुख बिनसै आवे जाए। जिन्हें गुरु नूं मुख नहीं मन नूं मुख रखिया होया है ते मन दे पिछे लग के जिहड़ा जीवन जी रहा है, गुरु साहब जी कहंदे ने वो आत्मक जीवन उहदा बिनसिया होया, खत्म होया है, मरिया होया है। वो आवागाउण च है, वो आवागाउण विच है मनमुख। उत्थे बचन आया सी कवन सो तेरे भवन रहया समाए। वो कौन है जिहड़ा 3 भवनां विच वाहिगुरू परमात्मा है उहदे नाल जिहड़ा एकमिक होया है। ते इत्थे फिर गुरु साहब जी ने जवाब दिता नानक गुरमुख साच समाए।
ਜਿਹੜਾ ਗੁਰਮੁਖ ਹੈ ਉਸ ਸਦਾ ਥਿਰ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨਾਲ ਇੱਕ ਮਿਕ ਹੈ। ਜਿਹੜਾ ਗੁਰਮੁਖ ਹੈ, ਜਿਹੜਾ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ, ਗੁਰੂ ਦੇ ਮੁਤਾਬਕ ਗੁਰੂ ਨੂੰ ਮੁੱਖ ਰੱਖ ਕੇ ਆਪਣਾ ਜੀਵਨ ਜੀ ਰਿਹਾ ਹੈ। ਫਿਰ ਅੱਗੋਂ ਸਵਾਲ ਕਰਦੇ ਨੇ, ਕਹਿੰਦੇ ਗੁਰੂ ਸਾਹਿਬ ਗੁਰਮੁਖ ਮੁਕਤ ਹੈ ਤੇ ਮਨਮੁਖ ਜਿਹੜਾ ਬੰਧਨਾਂ 'ਚ ਬੱਝਾ ਹੈ। ਫਿਰ ਸਵਾਲ ਖੜਾ ਹੋਵੇਗਾ, ਕਿਉਂ ਕਰ ਵਾਧਾ? ਇਹ ਬੱਝਾ ਕਿਉਂ ਹੈ? ਇਹਦੇ ਪਿੱਛੇ ਰੀਜ਼ਨ ਕੀ ਹੈ? ਮਾਇਆ ਦੇ ਬੰਧਨਾਂ 'ਚ ਬੱਝਾ, ਪਰਿਵਾਰ ਦੇ ਮੋਹ ਦੇ ਬੰਧਨਾਂ 'ਚ ਬੱਝਾ, ਵਿਕਾਰਾਂ ਦੇ ਬੰਧਨਾਂ 'ਚ ਬੱਝਾ, ਇਹ ਕਿਉਂ ਬੱਝ ਗਿਆ? ਕੋਈ ਕਾਰਨ ਹੋਵੇਗਾ ਬੱਝਣ ਦਾ। ਇੱਕ ਪਾਸੇ ਕਹਿੰਦੇ ਕਿ ਸਾਰੇ ਪਰਮੇਸ਼ਰ ਪਰਮਾਤਮਾ ਦੀ ਰੱਬੀ ਜੋਤ ਨੇ, ਸੰਸਾਰ ਵਿੱਚ ਜਿਹੜਾ ਵੀ ਆਇਆ ਹੈ ਉਹ ਭਗਤ ਆਇਆ ਹੈ, ਹਰ ਯੁੱਗ ਯੁੱਗ ਭਗਤ ਉਪਾਇਆ। ਪਰਮੇਸ਼ਰ ਦਾ ਸਿਮਰਨ ਕਰਦੇ ਸੀ ਸਾਰੇ ਮਾਤਾ ਦੇ ਗਰਭ ਵਿੱਚ, ਮਾਤ ਗਰਭ ਮਹਿ ਆਪਨ ਸਿਮਰਨ ਦੇ। ਤੇ ਫਿਰ ਇੱਥੇ ਆ ਕੇ ਮਾਇਆ ਦੇ ਬੰਧਨਾਂ 'ਚ ਕਿਉਂ ਵੱਜ ਗਿਆ? ਵਿਕਾਰਾਂ 'ਚ ਕਿਉਂ ਵੱਜ ਗਿਆ? ਕਿਉਂ ਕਰ ਵਾਧਾ? ਸਰਪਣ ਖਾਧਾ, ਕਿਉਂ ਬੰਧਨਾਂ 'ਚ ਵੱਜ ਗਿਆ? ਕਿ ਉਹਨੂੰ ਸੱਪਣੀ, ਮਾਇਆ ਰੂਪੀ ਸੱਪਣੀ ਖਾ ਗਈ, ਉਹਦੇ ਜੀਵਨ ਨੂੰ ਖਤਮ ਕਰ ਦਿੱਤਾ। ਕਿਉਂ ਕਰ ਖੋਇਆ? ਖੋਇਆ ਦਾ ਅਰਥ ਹੁੰਦਾ ਖਵਾ ਲੈਣਾ, ਲੁਟਾ ਲੈਣਾ, ਗਵਾ ਲੈਣਾ ਜ਼ਿੰਦਗੀ 'ਚ ਕੁਛ। ਕੀ ਕਾਰਨ ਕਿ ਜ਼ਿੰਦਗੀ ਦਾ ਤੱਤ ਹੀ ਗਵਾ ਲਿਆ ਲੋਕਾਂ ਨੇ। ਜ਼ਿੰਦਗੀ ਦਾ ਜੋ ਪਰਮੇਸ਼ਰ ਪਰਮਾਤਮਾ ਨੇ ਐਡਾ ਖੂਬਸੂਰਤ ਜੀਵਨ ਬਖਸ਼ਿਆ ਹੈ, ਇਸ ਜੀਵਨ ਦਾ ਰਸ ਹੀ ਗਵਾ ਲਿਆ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ, ਅਸੀਂ ਜੀਵਨ ਭੋਗ ਰਹੇ ਹਾਂ, ਜੀਵਨ ਜੀ ਨਹੀਂ ਰਹੇ। ਮੈਂ ਪਿਛਲੇ ਦਿਨ ਹੀ ਬੇਨਤੀ ਕੀਤੀ, ਛੋਟਾ ਹੁੰਦਾ ਹਾਂ ਮਾਂ ਪਿਓ ਨੇ ਕਹਿਣਾ ਗੁਆਂਢੀਆਂ ਵੇਖਿਆ ਉਹ ਫਲਾਣਿਆਂ ਦਾ ਡਾਕਟਰੀ ਮੁੰਡਾ ਬਣ ਗਿਆ, ਪੜ੍ਹ ਲਿਖ ਕੇ, ਉਹ ਵਕੀਲ ਬਣ ਗਿਆ, ਐਸ਼ ਲੈ ਰਿਹਾ ਹੀ, ਪੜ੍ਹ ਲਿਖ ਜਾ ਤੂੰ ਵੀ ਐਸ਼ ਕਰਿਆ ਕਰੀ, ਕਾਰਾਂ 'ਚ ਘੁੰਮਿਆ ਕਰੀ, ਪੜ੍ਹਾਈ ਵੱਲ ਟਾਰਗੇਟ ਐਸ਼ ਲੈਣੀ ਹੈ। ਜਵਾਨੀ ਆ ਗਈ, ਜਿੰਨੀ ਪੜ੍ਹਾਈ ਹੋਈ ਪੜ੍ਹ ਲਈ, ਚਲੋ ਹੁਣ ਤੇ ਸੁੱਖ ਲਈ, ਐਸ਼ ਲਈਏ, ਹੁਣ 4 ਛਿੱਲੜਾ ਕਮਾ ਲਾ। ਉਹ ਵੇਖ ਲਾ ਗੁਆਂਢੀਆਂ ਦਾ ਬੁੜਾ ਸੀ, ਉਹਦੇ ਕੋਲ 4 ਕਿੱਲੇ ਪੈਲੀ ਹੈਗੀ ਸੀ ਤੇ ਨੌਵਾਂ ਅੱਗੇ ਪਿੱਛੇ ਫਿਰਦੀਆਂ ਨੇ, ਪਾਪਾ ਜੀ ਰੋਟੀ ਗਰਮ ਖਾਓ, ਪਾਪਾ ਜੀ ਪਾਣੀ ਪੀ ਲਓ। ਉਹ ਵਿਚਾਰੇ ਕੋਲ ਕੁਛ ਵੀ ਨਹੀਂ ਸੀ, ਉਹਨੂੰ ਕੋਈ ਪੁੱਛਦਾ ਵੀ ਨਹੀਂ ਗਾ। ਉਹ ਵੇਖ ਲਾ ਡੰਗਰਾਂ ਦੇ ਕੋਲ ਉਹਦਾ ਮੰਜਾ ਡਾਇਆ, ਬੁਢੇਪੇ 'ਚ ਐਸ਼ ਲਵੀ, ਹੁਣ 4 ਪੈਸੇ ਕਮਾ। ਜਵਾਨੀ ਜਿਹੜੀ ਸੀ 16-16 ਘੰਟੇ ਕੰਮ ਕੀਤੇ, ਕਿਉਂ? ਬੁਢੇਪੇ 'ਚ ਸੁੱਖ ਲੈਣਾ, ਬੁਢੇਪਾ ਆਇਆ, ਚਲੋ ਹੁਣ ਆਪਾਂ ਸੁੱਖ ਦੀ ਐਸ਼ ਦੀ ਜ਼ਿੰਦਗੀ ਜੀਏ। ਬੱਚਿਆਂ ਦੇ ਜਿਹੜੇ ਸਹੁਰੇ ਪਰਿਵਾਰ ਤੇ ਹੋਰ ਰਿਸ਼ਤੇਦਾਰ ਇਕੱਠੇ ਹੋ ਕੇ ਆ ਗਏ, ਹੁਣ ਤੂੰ ਬੁੜੇ ਵੇਲੇ ਸੁੱਖ ਲਵੇਂਗਾ, ਐਸ਼ ਲਵੇਂਗਾ, ਲੋਕੀ ਕੀ ਕਹਿਣਗੇ? ਹੁਣ ਤੇ ਖਾ ਹੰਢਾ ਲਿਆ ਜੋ ਤੂੰ ਖਾਣਾ ਹੰਢਾਉਣਾ ਸੀ। ਆ ਤੇਰੇ ਪੋਤੇ ਪੋਤੀਆਂ, ਦੋਤੇ ਦੋਤੀਆਂ, 4 ਛਿੱਲੜਾ ਇਹਨਾਂ ਵਾਸਤੇ ਕਮਾ ਜਾ। ਤੂੰ ਤੇ ਹੁਣ ਅੱਗੇ ਚੱਲਿਆ ਏ, ਇਹਨਾਂ ਵਾਸਤੇ 4 ਛਿੱਲੜਾ ਇਕੱਠੀਆਂ ਕਰ ਜਾ। ਬਚਪਨ ਵਰਤਿਆ ਜਵਾਨੀ 'ਤੇ ਸੁੱਖ ਲੈਣ ਦੀ, ਜਵਾਨੀ ਵਰਤੀ ਬੁਢੇਪੇ 'ਚ ਸੁੱਖ ਲੈਣ ਦੀ, ਬੁਢੇਪਾ ਵਰਤ ਰਹੇ ਆ ਔਲਾਦ ਨੂੰ ਸੁੱਖ ਦੇਣ ਵਾਸਤੇ। ਜੀਵਨ ਜੀ ਕੇ ਕਿਸ ਦਿਨ ਵੇਖਿਆ? ਇਹਨੂੰ ਵਰਤਿਆ, ਭੋਗਦੇ ਆ ਜੀਵਨ, ਜਿਉਂਦੇ ਨਹੀਂ ਆ। ਗੁਰੂ ਕਿਰਪਾ ਕਰੇ ਸਮਝ ਆ ਜੇ ਸਾਡੀ। ਅਸੀਂ ਜੀਵਨ ਗਵਾ ਲਿਆ, ਆਪਣਾ ਜੀਵਨ ਲੁਟਾ ਲਿਆ ਅਸੀਂ ਆਪਣਾ। ਸਾਡੀ ਜ਼ਿੰਦਗੀ ਵਿੱਚ ਸਾਡੀਆਂ ਆਪਣੀਆਂ ਖੁਸ਼ੀਆਂ ਹੈ ਹੀ ਨਹੀਂ। ਇਸੇ ਲਈ ਤਾਂ ਜਦੋਂ ਕਿਤੇ ਪਤੀ ਪਤਨੀ ਤਕਰਾਰ ਹੋਵੇ ਤੇ ਕਹਿ ਦਿੰਦੇ ਆ, ਜੇ ਤੂੰ ਮੈਨੂੰ ਕੋਈ ਜੀਵਨ ਦਾ ਸੁੱਖ ਹੀ ਨਹੀਂ ਸੀ ਦੇਣਾ, ਮੇਰੇ ਨਾਲ ਵਿਆਹ ਹੀ ਕਾਹਨੂੰ ਕਰਾਇਆ। ਉਹ ਵੀ ਕਹਿ ਦੇਗੀ, ਜੇ ਤੇਰੇ ਕੋਲੋਂ ਮੈਨੂੰ ਕੋਈ ਜੀਵਨ ਦੀ ਖੁਸ਼ੀ ਨਹੀਂ ਸੀ ਮਿਲਣੀ ਤੇ ਤੂੰ ਕਿਉਂ ਮੇਰੇ ਨਾਲ ਵਿਆਹ ਕਰਾਇਆ। ਸਾਡੇ ਕੋਲ ਆਪਣਾ ਕੋਈ ਸੁੱਖ ਨਹੀਂ ਰਿਹਾ, ਕੋਈ ਖੁਸ਼ੀ ਨਹੀਂ ਰਹੀ, ਦੂਜਿਆਂ ਕੋਲੋਂ ਮੰਗ ਰਹੇ ਆ, ਦੂਜਿਆਂ ਕੋਲੋਂ ਚਾਹ ਰਹੇ ਆ। ਔਲਾਦ ਚਾਹੁੰਦੀ ਮਾਂ ਪਿਓ ਕੋਲੋਂ ਸੁੱਖ ਮਿਲੇ, ਮਾਂ ਪਿਓ ਚਾਹੁੰਦਾ ਔਲਾਦ ਕੋਲੋਂ ਸੁੱਖ ਮਿਲੇ, ਪਤਨੀ ਚਾਹੁੰਦੀ ਪਤੀ ਕੋਲੋਂ ਸੁੱਖ ਮਿਲੇ, ਪਤੀ ਚਾਹੁੰਦਾ ਪਤਨੀ ਕੋਲੋਂ ਸੁੱਖ ਮਿਲੇ, ਦੂਜਿਆਂ ਕੋਲੋਂ ਸੁੱਖ ਚਾਹ ਰਹੇ ਆ। ਕਿਉਂ? ਕਿਉਂਕਿ ਸਾਡੇ ਆਪਣੇ ਜੀਵਨ ਦੇ ਭਾਂਡੇ ਖਾਲੀ ਹੋ ਚੁੱਕੇ ਨੇ ਸੁੱਖ ਤੇ ਖੁਸ਼ੀਆਂ ਵੱਲੋਂ। ਸਿੱਧ ਕਹਿੰਦੇ ਨੇ ਗੁਰੂ ਸਾਹਿਬ, ਇਹ ਕਿਉਂ ਸਾਰਾ ਕੁਝ ਗਵਾਚ ਗਿਆ ਮਨੁੱਖ ਦੇ ਕੋਲੋਂ? ਇਹ ਖੁਸ਼ਹਾਲੀ, ਇਹ ਰੰਗਤ, ਇਹ ਜੋ ਕੁਛ ਹੈ, ਇਹ ਸਾਰਾ ਕਿਉਂ ਚਲੇ ਗਿਆ? ਬਜ਼ੁਰਗ ਕਹਿੰਦੇ ਨੇ, ਕਹਿੰਦੇ ਬੇਸ਼ੱਕ ਪਹਿਲੇ ਸਮਿਆਂ ਵਿੱਚ ਬਜ਼ੁਰਗਾਂ ਕੋਲ ਪਦਾਰਥ ਘੱਟ ਹੁੰਦੇ ਸੀ, ਪਰ ਜੀਵਨ 'ਚ ਬੜੀ ਖੁਸ਼ਹਾਲੀ ਹੁੰਦੀ ਸੀ, ਬੜਾ ਰੰਗ ਹੁੰਦਾ ਸੀ। ਇਕੱਠੇ ਸਾਰੇ ਪਰਿਵਾਰ ਬਹਿ ਜਾਣੇ, ਹੱਸਣਾ ਖੇਡਣਾ, ਕੋਈ ਪਰਵਾਹ ਨਹੀਂ ਸੀ ਹੁੰਦੀ। ਅੱਜ ਪਦਾਰਥ ਬਹੁਤ ਹੋ ਗਏ ਨੇ, ਪਰ ਜੀਵਨ ਦੇ ਰੰਗ ਖਤਮ ਹੋ ਗਏ, ਖੁਸ਼ੀਆਂ ਖਤਮ ਹੋ ਗਈਆਂ। ਮੈਂ ਸੱਚਾਈ ਲੱਗਾ ਜੇ ਤੁਹਾਡੇ ਨਾਲ ਸਾਂਝੀ ਕਰਨ। ਕੈਨੇਡਾ ਤੇ ਅਮਰੀਕਾ 'ਚ ਜਿੰਨਾ ਮੈਂ ਵਿਚਰਿਆ, ਕਿਉਂਕਿ ਇਹਨਾਂ ਕੰਟਰੀਆਂ ਮੈਂ ਜ਼ਿਆਦਾ ਵਿਚਰਿਆ, ਇੰਡੀਆ ਤੋਂ ਦੂਜੇ ਨੰਬਰ 'ਤੇ।
ਕਿਸੇ ਦੇ ਚਿਹਰੇ ਤੇ ਅਸਲੀ ਹਾਸਾ ਨਹੀਂ ਜਿਹੜਾ ਅੰਦਰੋਂ ਆਉਂਦਾ ਹੋਵੇ, ਸਭ ਵਿਖਾਵੇ ਦਾ ਹਾਸਾ ਹੈ। ਮਾੜਾ ਜਿਹਾ ਕਿਤੇ ਛਿੜ ਜੇ ਸੀ ਕਿਸੇ ਦੇ ਅੰਦਰ ਦੇ, ਫਿਰ ਦੁੱਖ, ਫਿਰ ਅੰਦਰ ਦੀਆਂ ਜੋ ਚੀਜ਼ਾਂ ਬਾਹਰ ਆਉਂਦੀਆਂ ਨੇ। ਕਿਉਂ? ਕਿਉਂਕਿ ਉਹ ਗਵਾਚ ਗਿਆ ਸਾਰਾ ਕੁਝ ਸਾਡਾ। ਕਈ ਬਜ਼ੁਰਗ ਤੇ ਇਹੋ ਜਿਹੇ ਵੀ, ਭਾਈ ਸਾਹਿਬ ਇੰਡੀਆ 'ਚ ਅੱਧੀ ਰੋਟੀ ਵੀ ਖਾਂਦੇ ਹਨਾ, ਫਿਰ ਵੀ ਵਧੀਆ ਲੱਗਦਾ ਸੀ ਉੱਥੇ ਰਹਿਣਾ, ਜਦੋਂ ਕਿ ਇੱਥੇ ਜੋ ਸਹੂਲਤਾਂ, ਜੋ ਸੁੱਖ, ਜੋ ਸਾਧਨ ਜੋ ਇੱਥੇ ਹੈ ਉੱਥੇ ਨਹੀਂ ਸੀ। ਕਿਉਂ? ਕਿਉਂਕਿ ਅਸੀਂ ਸਾਰਾ ਕੁਝ ਗਵਾ ਲਿਆ। ਇਹ ਗਵਾਚਾ ਕਿਉਂ ਸਾਡੇ ਕੋਲ? ਇਹੀ ਸਿੱਧਾ ਨੇ ਸਵਾਲ ਕੀਤਾ। ਉਹ ਕਹਿੰਦੇ ਨੇ ਕਿਉਂ ਕਰ ਖੋਇਆ? ਗੁਰੂ ਨਾਨਕ ਜੀ ਜਵਾਬ ਦਿਓ, ਇਹ ਕਿਵੇਂ ਖਤਮ ਹੋ ਗਿਆ? ਕਿਉਂ ਕਰ ਲਾਦਾ, ਤੇ ਇਹ ਸਾਨੂੰ ਹੁਣ ਮਿਲੇ ਕਿਵੇਂ? ਇਹ ਪ੍ਰਾਪਤ ਕਿਵੇਂ ਹੋਵੇ? ਕਿਉਂ ਕਰ ਨਿਰਮਲ, ਇਹ ਜਿਹੜਾ ਮੈਲਾ ਹੋ ਚੁੱਕਾ ਹੈ ਸਾਡਾ ਜੀਵਨ, ਸਾਡਾ ਮਨ, ਇਹ ਕਿਉਂ ਹੋਇਆ ਮੈਲਾ? ਰੱਬ ਨੇ ਤੇ ਮੈਲਾ ਨਹੀਂ ਸੀ ਪੈਦਾ ਕੀਤਾ, ਉਹਨੇ ਤੇ ਪਵਿੱਤਰ ਆਤਮਾਵਾਂ ਭੇਜੀਆਂ ਸੀ ਸਾਰੀਆਂ। ਕਿਉਂ ਕਰ ਅੰਧਿਆਰਾ, ਇਹਦੇ ਵਿੱਚ ਅੰਧੇਰਾ ਕਿਵੇਂ ਆ ਗਿਆ? ਇਹਨੂੰ ਦਿਖਾਈ ਕੁਛ ਨਹੀਂ ਦੇ ਰਿਹਾ। ਆਪਾਂ ਕਈ ਵਾਰ ਨਾ ਕੋਈ ਬੰਦਾ ਗਲਤ ਕੰਮ ਕਰਦਾ, ਆਪਾਂ ਕਹਿੰਦੇ ਅੰਨਾ ਹੋਇਆ, ਤੈਨੂੰ ਨਹੀਂ ਦੀਦਾ ਗਲਤ ਕੰਮ ਹੈ। ਕਿਉਂ ਕਹਿੰਦੇ ਆਪਾਂ? ਕਿਉਂ? ਕਿਉਂਕਿ ਉਹਦੇ ਜੀਵਨ ਦੇ ਵਿੱਚ ਅੰਧੇਰਾ ਹੈ, ਉਹਨੂੰ ਸੱਚ ਦਿਖਾਈ ਨਹੀਂ ਦੇ ਰਿਹਾ ਸੱਚ ਕੀ ਹੈ। ਕਿਉਂ ਕਰ ਨਿਰਮਲ, ਕਿਉਂ ਕਰ ਅੰਧਿਆਰਾ, ਇਹ ਤੱਤ ਵਿਚਾਰ ਹੈ ਸੋ ਗੁਰੂ ਹਮਾਰਾ। ਉਹ ਸਿੱਧ ਕਹਿੰਦੇ ਨੇ ਜਿਹੜਾ ਇਸ ਤੱਤ ਦੀ ਵਿਚਾਰ ਦੱਸੇਗਾ ਨਾ, ਸਾਡੀ ਉਹਦੇ ਅੱਗੇ ਨਮਸਕਾਰ ਹੈ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਅੱਗੋਂ ਜਵਾਬ ਦਿੰਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਜੀਵਨ ਜੇ ਬੱਝਾ ਹੈ, ਮਨ ਬੰਧਨਾਂ 'ਚ ਬੱਝਾ, ਉਹਦਾ ਕਾਰਨ ਕੀ? ਕਾਰਨ ਦੁਰਮਤ ਵਾਧਾ। ਇਹਨੇ ਗੁਰਮਤ ਨਹੀਂ ਲਈ, ਇਹ ਦੁਰਮਤ ਵਿੱਚ ਫਸ ਗਿਆ। ਜੇ ਗੁਰਮਤ ਲਈ ਹੁੰਦੀ ਫਿਰ ਬਚਦਾ ਨਾ। ਦੁਰਮਤ ਦਾ ਅਰਥ ਹੈ ਭੈੜੀ ਮੱਤ, ਮਾੜੀ ਮੱਤ। ਇਹਨੇ ਮਾੜੀ ਮੱਤ ਜਿਹੜੀ ਉਹ ਧਾਰਨ ਕਰ ਲਈ ਹੈ। ਗਲਤ ਲੋਕਾਂ ਦੀਆਂ ਸਿੱਖਿਆਵਾਂ ਲੈ ਲੈ ਕੇ ਇਹਨੇ ਉਹਨੂੰ ਆਪਣੇ ਜੀਵਨ ਵਿੱਚ ਅਪਣਾ ਲਿਆ। ਗੁਰੂ ਦੀ ਸਿੱਖਿਆ ਜਿਹੜੀ ਸੀ ਉਹਨੂੰ ਵਿਸਾਰ ਦਿੱਤਾ, ਉਹਨੂੰ ਭੁਲਾ ਦਿੱਤਾ, ਗੁਰੂ ਦੀ ਸਿੱਖਿਆ ਨੂੰ ਪਾਸੇ ਕਰ ਦਿੱਤਾ। ਦੁਰਮਤ ਵਾਧਾ, ਭੈੜੀ ਮੱਤ ਦੇ ਵਿੱਚ ਇਹ ਚਲੇ ਗਿਆ, ਭੈੜੀ ਮੱਤ ਇਹਨੇ ਧਾਰਨ ਕਰ ਲਈ, ਇਸ ਕਰਕੇ ਇਹ ਵੱਜ ਗਿਆ। ਇਸੇ ਕਰਕੇ ਸਰਪਣ ਖਾਧਾ। ਇਹ ਜਿਹੜੀ ਮਾਇਆ, ਜੋ ਪਦਾਰਥ, ਜੋ ਦਿਖਾਈ ਦੇ ਰਿਹਾ ਹੈ, ਜਿਹੜੇ ਗੁਰੂ ਦੇ ਮਾਰਗ ਤੇ ਚੱਲਦੇ ਨੇ ਨਾ, ਇਹ ਉਹਨਾਂ ਦੀ ਸੇਵਾ ਕਰਦੀ ਹੈ, ਉਹਨਾਂ ਦੇ ਕਦਮ ਚੁੰਮਦੀ ਹੈ। ਉਹ ਕਿਸੇ ਦੇ ਸਹੂਲਤ ਦਾ ਕਾਰਜ ਕਰਦੇ ਨੇ ਇਹਦੇ ਨਾਲ। ਕਿਸੇ ਬਿਮਾਰ ਦਾ ਇਲਾਜ ਕਰਾ ਦਿੰਦੇ ਆ, ਕਿਸੇ ਬੱਚੇ ਦੀਆਂ ਫੀਸਾਂ ਤਾਰ ਦਿੰਦੇ ਆ, ਕਿਸੇ ਬੱਚੇ ਨੂੰ ਕਿਤਾਬਾਂ ਲੈ ਕੇ ਦਿੰਦੇ ਨੇ, ਕਿਸੇ ਭੁੱਖੇ ਨੂੰ ਰੋਟੀ ਵਾਸਤੇ ਉਪਰਾਲੇ ਕਰਦੇ ਨੇ। ਪੈਸਾ ਤੇ ਉਹੀ, ਮਾਇਆ ਤੇ ਉਹੀ ਹੈ, ਪਦਾਰਥ ਉਹੀ ਨੇ। ਉਹ ਚੀਜ਼ਾਂ ਨੂੰ ਚੰਗੇ ਪਾਸੇ ਵਰਤਦੇ ਨੇ। ਉਹ ਮਾਇਆ ਉਹਨਾਂ ਨੂੰ ਖਾਂਦੀ ਨਹੀਂ ਹੈ, ਉਹਨਾਂ ਦੇ ਪਰਿਵਾਰ ਨੂੰ ਖਾਂਦੀ ਨਹੀਂ ਹੈ। ਪਰ ਜਿਨ੍ਹਾਂ ਦੇ ਆਪਣੀ ਮੱਤ ਭੈੜੀ ਹੈ, ਮੱਤ ਕਰਕੇ ਜਿਨ੍ਹਾਂ ਦਾ ਮਨ ਬੱਝਾ ਹੋਇਆ ਹੈ ਬੰਧਨਾਂ ਦੇ ਵਿੱਚ, ਇਹ ਪਦਾਰਥ, ਇਹ ਮਾਇਆ ਸੱਪਣੀ ਬਣ ਕੇ ਉਹਨਾਂ ਨੂੰ ਖਾਂਦੀ ਹੈ। ਬਹੁਤ ਸਾਰੇ ਲੋਕ ਤੁਸੀਂ ਐਸੇ ਦੇਖੇ ਹੋਣਗੇ ਜਿਨ੍ਹਾਂ ਕੋਲ ਬਹੁਤ ਕੁਛ ਹੈ, ਪਰ ਜਦੋਂ ਉਹਨਾਂ ਦੇ ਪਰਿਵਾਰਾਂ ਵੱਲ ਵੇਖੀਦਾ ਹੈ, ਉਹਨਾਂ ਦੇ ਆਪਣੇ ਰਹਿਣ ਸਹਿਣ, ਪਰਿਵਾਰ ਦੇ ਮਾਹੌਲ ਨੂੰ ਵੇਖੀਦਾ ਹੈ, ਤਰਸ ਆਉਂਦਾ ਹੈ। ਇੰਨੇ ਕੁਰਾਹੇ ਪਏ ਹੋਏ ਨੇ, ਇੰਨੇ ਕੁਰਾਹੇ ਪਏ ਹੋਏ। ਉਹ ਸੱਪਣੀ ਬਣ ਕੇ ਖਾ ਰਹੀ ਉਹਨਾਂ ਨੂੰ, ਸੱਪਣੀ ਬਣ ਕੇ ਖਾ ਰਹੀ। ਸੌਖਾ ਕਰ ਲਵਾਂ, 2015 ਦੀ ਗੱਲ ਹੈ, ਮੈਂ ਇੱਥੇ ਸੀ ਕਲੋਵਰਡੇਲ ਗੁਰਦੁਆਰਾ ਸਾਹਿਬ। ਉੱਥੇ ਨਾ ਇੱਕ ਸਿੰਘ ਸੀ, ਉਹ ਡੈਥ ਹੋ ਗਈ ਉਹਦਾ ਫਾਰਮ ਹਾਊਸ ਬਹੁਤ ਵੱਡਾ। ਅਤੇ ਮੈਂ ਉਹਦੇ ਜਦੋਂ ਭੋਗ ਸੀ ਉਦੋਂ ਅਸੀਂ ਗਏ, ਰਾਗੀ ਜੱਥਾ ਵੀ ਗਿਆ ਅਤੇ ਮੈਂ ਵੀ ਗਿਆ, ਕੀਰਤਨੀ ਜੱਥਾ ਨਾਲ ਸੀ। ਮਹੀਨੇ ਕੁ ਬਾਅਦ ਨਾ ਉਹ ਜਿਹੜੀ ਮਾਤਾ ਸੀ ਜਿਹਦੇ ਹਸਬੈਂਡ ਦੀ ਡੈਥ ਹੋਈ ਸੀ, ਉਹਨਾਂ ਦਾ ਇੱਕ ਬੱਚਾ ਸੀ ਅਤੇ ਉਹਦੇ ਵੀ ਗਾਂ ਇੱਕ ਬੱਚਾ ਛੋਟਾ ਜਿਹਾ ਸੀ। ਉਹ ਮਾਤਾ ਨਾ ਗੁਰਦੁਆਰਾ ਸਾਹਿਬ ਆਈ ਮੱਥਾ ਟੇਕਣ, ਅਤੇ ਉਹ ਕੀ ਕਰੇ ਕਿ ਆਪਣੇ ਨਾ ਗੁਰਦੁਆਰਾ ਸਾਹਿਬ ਜਿਹੜੇ ਹੁੰਦੇ ਨੇ ਉਹਨਾਂ ਦੇ ਬਾਹਰ ਨਾ ਕਈਆਂ ਨੇ ਬੇਸਮੈਂਟਾਂ ਦੇ ਲਾਏ ਹੁੰਦੇ ਨੇ ਪੇਪਰ 'ਚ, ਕਿਸੇ ਦੀ ਖਾਲੀ ਹੋਵੇ। ਅਤੇ ਉਹ ਪੇਪਰ ਵੇਖੇ
ਤੇ ਮੈਂ ਕੋਲ ਦੀ ਲੰਘਣ ਲੱਗਾ ਤੇ ਮੈਂ ਪਛਾਣ ਲਿਆ। ਮੈਂ ਵੀ ਮਾਤਾ ਜੀ ਤੁਸੀਂ ਇੱਥੇ ਕਿਵੇਂ? ਮੈਨੂੰ ਕਹਿੰਦੀ ਗਿਆਨੀ ਜੀ ਮੈਂ ਨਾ ਬੇਸਮੈਂਟ ਇੱਕ ਬੈੱਡਰੂਮ ਦੀ ਵੇਖ ਰਹੀ ਹਾਂ। ਮੈਂ ਕਿਹਾ ਵੀ ਤੁਸੀਂ ਕਾਹਦੇ ਲਈ? ਕਹਿੰਦੀ ਆਪਣੇ ਵਾਸਤੇ। ਮੈਂ ਕਿਹਾ ਮਾਤਾ ਜੀ ਮੈਂ ਤੁਹਾਡੇ ਫਾਰਮ ਹਾਊਸ 'ਤੇ ਗਿਆ ਸੀ, 12 ਬੈੱਡਰੂਮ ਦਾ ਫਾਰਮ ਤੁਹਾਡਾ ਘਰ ਬਣਿਆ ਹੋਇਆ ਇੰਨਾ ਵੱਡਾ, ਤੇ ਇੱਕ ਤੁਹਾਡਾ ਬੇਟਾ ਗਾਂ, ਉਹਦਾ ਵੀ ਇੱਕ ਬੱਚਾ, ਉਹ ਵੀ ਛੋਟਾ ਜੇ, ਤੇ ਤੁਹਾਨੂੰ ਰੂਮ ਦੀ ਕੀ ਲੋੜ ਪੈ ਗਈ ਵੀ ਬੇਸਮੈਂਟ ਲੱਭਣੀ ਪੈਣੀ ਬਾਹਰ? ਕਹਿੰਦੀ ਪੁੱਤ ਉਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਹੈ, ਮੈਂ ਤਾਂ ਬੇਸਮੈਂਟ ਲੱਭ ਰਹੀ ਹਾਂ। ਮੈਨੂੰ ਬਹੁਤ ਧੱਕਾ ਲੱਗਾ। ਜਿਹੜੇ ਬੱਚਿਆਂ ਲਈ ਸਾਰੀ ਜ਼ਿੰਦਗੀ ਉਹਨਾਂ ਬਜ਼ੁਰਗਾਂ ਨੇ ਕਿੰਨਾ ਕੁਛ ਕੀਤਾ, ਇੰਨਾ ਕੁਛ ਅਡੰਬਰ ਸਿਰਜਿਆ, ਉਹ ਘਰ ਹੀ ਅੱਜ ਉਹਨਾਂ ਨੂੰ ਬੇਘਰ ਕਰ ਗਿਆ। ਇਸੇ ਤਰ੍ਹਾਂ ਇੱਕ ਘਟਨਾ ਉੱਥੇ ਹੀ ਹੋਰ ਵਾਪਰੀ। 10 ਕੁ ਵਜੇ ਦਾ ਟਾਈਮ ਸੀ, 9:30 10 ਵਜੇ ਦੀ ਗੱਲ ਹੈ। ਇੱਕ ਮਾਤਾ ਆ ਕੇ ਕਹਿਣ ਲੱਗੀ ਗਿਆਨੀ ਜੀ ਅਰਦਾਸ ਕਰ ਦਿਓਗੇ। ਮੈਂ ਕਾਹਦੀ? ਕਹਿੰਦੇ ਮੇਰੇ ਬੱਚੇ ਦਾ, ਮੁੰਡੇ ਮੇਰੇ ਦਾ ਵਿਆਹ ਹੈ ਅਤੇ ਵਾਹਿਗੁਰੂ ਕਿਰਪਾ ਕਰੇ ਜੀਵਨ ਵਿੱਚ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਕਰ ਦਿੰਦੇ ਹਾਂ। ਕਦੋਂ ਵਿਆਹ? ਕਹਿੰਦੀ ਇਸ ਵੇਲੇ ਹੋ ਰਿਹਾ ਵਾ। ਮੈਂ ਹੈਰਾਨ ਜਿਹਾ ਹੋ ਕੇ ਪੁੱਛਿਆ ਵੀ ਵਿਆਹ ਹੋ ਰਿਹਾ ਵਾ ਅਤੇ ਤੁਹਾਡੇ ਬੇਟੇ ਦਾ ਵਿਆਹ ਹੋ ਰਿਹਾ ਅਤੇ ਤੁਸੀਂ ਇੱਥੇ? ਮਾਂ ਤੇ ਨਾਲ ਹੁੰਦੀ ਹੈ। ਕਹਿੰਦੀ ਗਿਆਨੀ ਜੀ ਕੀ ਦੱਸੀ, ਉਹਨੇ ਖੜਿਆ ਨਹੀਂ ਹੈ। ਮੇਰਾ ਮਨ ਭਰ ਗਿਆ। ਫਿਰ ਵੀ ਮਾਂ ਵਾਲਾ ਵੀ ਬੇਸ਼ੱਕ ਪੁੱਤ ਨੇ ਵਸਾਰ ਦਿੱਤਾ, ਨਹੀਂ ਖੜਿਆ, ਫਿਰ ਵੀ ਉਹਦਾ ਸੁੱਖ ਮੰਗਣ ਲਈ, ਉਹਦਾ ਭਲਾ ਮੰਗਣ ਵਾਸਤੇ, ਅਰਦਾਸ ਕਰਾਉਣ ਲਈ ਮਾਂ ਪਿਓ ਇਸ ਤਰ੍ਹਾਂ ਦਾ ਹੁੰਦਾ ਹੈ। ਪਰ ਮੈਂ ਮਹਿਸੂਸ ਕਰ ਰਿਹਾ ਉਹ ਜੋ ਕੁਛ ਉਹਨਾਂ ਨੇ ਜ਼ਿੰਦਗੀ 'ਚ ਇਕੱਠਾ ਕੀਤਾ ਸੀ ਨਾ, ਉਹੀ ਵੇਖ ਲਓ ਉਹਨਾਂ ਲਈ ਦੁੱਖਾਂ ਤੇ ਪਰੇਸ਼ਾਨੀਆਂ ਦਾ ਸਬੱਬ ਬਣ ਕੇ ਰਹਿ ਗਿਆ। ਗੁਰੂ ਸਾਹਿਬ ਜੀ ਇਹੀ ਗੱਲ ਸਮਝਾ ਰਹੇ ਆ। ਕਹਿੰਦੇ ਜੇ ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਮੁਤਾਬਕ ਚੱਲਾਂਗੇ ਨਾ, ਫਿਰ ਇਹ ਚੀਜ਼ਾਂ ਖਾਣਗੀਆਂ ਨਹੀਂ, ਸਾਨੂੰ ਸੁੱਖ ਦੇਣਗੀਆਂ। ਸਮਾਪਤੀ ਵਾਲੇ ਪਾਸੇ ਆਈਏ। ਮਨਮੁਖ ਖੋਇਆ। ਕਿਉਂ ਗਵਾਚਾ ਸਾਰਾ ਕੁਛ? ਕਿਉਂਕਿ ਮਨ ਦੇ ਪਿੱਛੇ ਲੱਗੇ। ਮਿਲੇ ਪ੍ਰਾਪਤ ਕਿਵੇਂ ਹੋਵੇ? ਗੁਰਮੁਖ ਲਾਧਾ। ਜਦੋਂ ਗੁਰੂ ਦੇ ਮੁਤਾਬਕ ਚੱਲਾਂਗੇ, ਗੁਰੂ ਦੀ ਸਿੱਖਿਆ ਮੁਤਾਬਕ ਚੱਲਾਂਗੇ, ਗੁਰੂ ਨੂੰ ਮੁੱਖ ਰੱਖ ਕੇ ਚੱਲਾਂਗੇ, ਉਦੋਂ ਜੀਵਨ 'ਚ ਸਾਰਾ ਕੁਛ ਹਾਸਲ ਹੋਵੇਗਾ, ਪ੍ਰਾਪਤ ਹੋਵੇਗਾ। ਸਤਿਗੁਰ ਮਿਲੈ ਅੰਧੇਰਾ ਜਾਏ। ਉੱਥੇ ਬਚਨ ਆਇਆ ਸੀ ਅੰਧੇਰਾ ਕਿਵੇਂ ਖਤਮ ਹੋਵੇ, ਕਿ ਕਿਉਂ ਇੱਥੇ ਅੰਧੇਰਾ, ਕਿਉਂ ਇੰਨਾ ਅਗਿਆਨਤਾ ਹੈ? ਮਨੁੱਖ ਨੂੰ ਦਿਖਾਈ ਕੁਛ ਨਹੀਂ ਦੇ ਰਿਹਾ, ਸੱਚ ਹੀ ਨਹੀਂ ਦਿਖਾਈ ਦੇ ਰਿਹਾ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਜੀਵਨ ਵਿੱਚ ਸਤਿਗੁਰੂ ਮਿਲ ਜਾਂਦਾ ਹੈ ਅਤੇ ਉਦੋਂ ਜੀਵਨ ਵਿੱਚ ਸਮਝ ਆ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ ਹੈ। ਗੁਰਪੂਰਾ ਭੇਟਿਓ ਵਡ ਭਾਗੀ, ਮਨਹਿ ਭਇਆ ਪ੍ਰਗਾਸਾ। ਅੰਧੇਰਾ ਖਤਮ ਹੋ ਜਾਂਦਾ ਹੈ। ਪਵਿੱਤਰ ਕਿਵੇਂ ਹੋਵੇ? ਕਿਉਂ ਕਰ ਨਿਰਮਲ। ਬਚਨ ਆਇਆ ਸੀ, ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਨਾਨਕ ਹਉਮੈ ਮੇਟ ਸਮਾਏ। ਜਦੋਂ ਜੀਵਨ ਵਿੱਚੋਂ ਆਹ ਜਿਹੜੀ ਅਸੀਂ ਈਗੋ ਅਤੇ ਹਉਮੈ ਆਪਣੀ ਲੈ ਕੇ ਬੈਠੇ ਹਾਂ, ਇਹਨੂੰ ਸ਼ਬਦ ਦੇ ਨਾਲ ਖਤਮ ਕਰ ਦਿੰਦੇ ਹਾਂ, ਜੀਵਨ ਪਵਿੱਤਰ ਹੋ ਕੇ ਪਰਮਾਤਮਾ ਨਾਲ ਸਮਾ ਜਾਂਦਾ ਹੈ, ਇੱਕਮਿਕ ਹੋ ਜਾਂਦਾ ਹੈ। ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਅਗਲੀ ਵਿਚਾਰ ਜਿਹੜੀ ਹੈ 4 ਮਈ ਨੂੰ ਅਗਲਾ ਜਿਹੜਾ ਹੈ ਉਹ ਦੀਵਾਨ ਹੋਵੇਗਾ। ਸਤਿਗੁਰੂ ਬਖਸ਼ਿਸ਼ ਕਰਨ, ਇਹ ਰੱਬੀ ਬਾਣੀ ਸਾਡਾ ਜੀਵਨ ਬਣ ਜਾਵੇ। ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ। ਪਿਆਰ ਦੇ ਸਹਿਤ ਸਾਰੇ ਹੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ